ਮੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:13 ਹੋਏ ਨੇ 16 ਜੂਨ ਦਾ ਦਿਨ ਵਰਾ 2023 ਦਾ ਸ਼ੁੱਕਰਵਾਰ ਹੈ। ਦੋ ਹਾੜ ਨਾਨਕਸ਼ੇ ਸੰਮਤ 555 ਨਿੱਘਾ ਹਾਰਦਿਕ ਸਵਾਗਤ ਹੈ। ਜਾਣਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿੰਨ ਸਿੰਘ ਪੱਤੀ ਨਾਲ ਕਰਾਂਗੇ ਗੱਲਬਾਤ। ਫਿਰ 11 ਤੋਂ 12 ਵਜੇ ਤੱਕ ਬਾਪੂਆਂ ਦਾ ਦਿਨ ਆ ਰਿਹਾ ਹੈ। ਫਾਦਰਸ ਡੇ ਹੈ ਵੀਕਐਂਡ ਤੇ। ਬਾਪੂਆਂ ਦਾ ਕੀ ਸਥਾਨ ਹੈ ਜ਼ਿੰਦਗੀ ਦੇ ਵਿੱਚ? ਸਾਡੇ ਬਾਪੂਆਂ ਨੇ ਸਾਡੇ ਲਈ ਕੀ ਕੀਤਾ ਹੈ, ਅਸੀਂ ਕੀ ਕੀਤਾ ਹੈ, ਸਭ ਕੁਝ ਹੁੰਦਿਆਂ ਸੁਣਦਿਆਂ ਕਰਦੇ ਹਾਂ, ਫਿਰ ਵੀ ਆਪਣੇ ਆਪ ਨੂੰ ਕਹਾਉਂਦੇ ਨਹੀਂ ਕਿ ਅਸੀਂ ਕਰਦੇ ਹਾਂ। ਕਿੰਨੀ ਕੁ ਮਿਹਨਤ ਹੈ ਪਿੱਛੇ ਦੇਸ਼ਾਂ ਦੇ ਵਿੱਚ ਜਿੱਥੋਂ ਤਰੱਕੀਆਂ ਕਰਕੇ ਆਏ, ਜਿੱਥੇ ਬਜ਼ੁਰਗਾਂ ਦੀ ਯਾਦ ਕੋਈ ਸਾਂਝੀ ਕਰਾਂਗੇ ਆਪਣਿਆਂ ਦੀ, ਤੇ ਕਿਹੋ ਜਿਹਾ ਉਹਨਾਂ ਦਾ ਜੀਵਨ ਸੀ, ਕਿੰਨੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਜੀਵਨ ਕੱਢੇ। ਬਾਬਿਆਂ ਦੀ ਗੱਲ ਹੋਊਗੀ, ਪੜਦਾਦਿਆਂ ਦੀ ਗੱਲ, ਦਾਦਿਆਂ ਤੋਂ ਥੱਲੇ ਬਾਪੂਆਂ ਦੀ ਗੱਲ, ਕਿ ਕਿਵੇਂ ਅਸੀਂ ਤਕੜੇ ਹੋਏ, ਕਿਹੜੀਆਂ ਚੀਜ਼ਾਂ ਸਾਨੂੰ ਘਰ ਚੋਂ ਮਿਲੀਆਂ। ਅੱਜ ਪਿਤਾ ਪੁਰਖੀ ਗੱਲਾਂ ਹੋਣਗੀਆਂ। ਤੇ ਉਸ ਤੋਂ ਬਾਅਦ ਇੱਥੇ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਇੱਕ ਸੂਈ ਤੋਂ ਲੈ ਕੇ ਸਾਰੇ ਘਰ-ਬਾਰ ਬਣਾਉਣ ਤੱਕ, ਜਵਾਕਾਂ ਨੂੰ ਪੜ੍ਹਾਉਣ ਤੱਕ ਦੋਨੇ ਜੀਆਂ ਨੇ, ਖੈਰ ਇੱਥੇ ਇਕੱਲਾ ਨਹੀਂ ਬੰਦਾ ਕਰਦਾ, ਨਾਲ ਸਵਾਣੀ ਜੇ ਨਹੀਂ ਹੈ ਫਿਰ ਨਹੀਂ ਹੋ ਸਕਦਾ। ਦੋਨੇ ਜੀਆਂ ਨੇ ਕਿੰਨਾ ਕੰਮ ਕੀਤਾ ਤੇ ਪਰ ਫਿਰ ਵੀ ਵੱਡੀ ਜ਼ਿੰਮੇਵਾਰੀ ਕਿਹਦੇ ਮੋਢਿਆਂ ਤੇ ਰਹਿੰਦੀ ਹੈ? ਪੈਸਾ ਧੇਲਾ ਜਿਹੜਾ ਉਹ ਕਿਵੇਂ, ਕਿੱਥੋਂ, ਕਿਹੜਾ ਖੂਹ ਪੱਟ ਕੇ ਪਾਣੀ ਦਾ ਡੋਲੂ ਭਰ ਕੇ ਲਿਆਉਂਦਾ? ਘਰ ਦੇ ਜੀਆਂ ਨੂੰ ਪਤਾ ਨਹੀਂ ਜਦੋਂ ਸੁੱਤੇ ਪਏ ਨੇ ਤੇ ਬਾਪੂ ਦਾ ਮੀਟਰ ਕਿਵੇਂ ਚੱਲ ਰਿਹਾ, ਕਿੱਥੇ ਆ ਉਹ, ਕਿਹੜੇ ਟਰੱਕ ਤੇ ਬੈਠਾ ਹੈ, ਕੀ ਕਰ ਰਿਹਾ, ਜਾਂ ਰਾਤ ਦੀ ਸ਼ਿਫਟ ਤੇ ਕਿੱਥੇ ਆ, ਜਾਂ ਸੁੱਤਾ ਪਿਆ ਹਲੇ ਅੱਧ ਰਾਤ ਉੱਠ ਕੇ ਕੀ ਸੋਚ ਰਿਹਾ। ਇਸ ਦੇ ਬਾਰੇ ਗੱਲਬਾਤ ਹੋਏਗੀ। ਤੇ ਭਾਰ ਕਹਾਣੀ ਦਾ ਅਗਲਾ ਐਪੀਸੋਡ ਜਿਹੜਾ ਮੈਂ ਤੁਹਾਨੂੰ ਸੁਣਾਉਣਾ, ਕਿਉਂਕਿ ਮੁੱਕਣੀ ਨਹੀਂ। ਮੈਂ ਕੱਲ ਲੱਖਣ ਲਾਇਆ ਵੀ ਇਹ ਤਾਂ ਬੁੱਧਵਾਰ ਤੱਕ ਮੁੱਕਣੀ ਨਹੀਂ। 132-33 ਸਫ਼ੇ ਨੇ, 20 ਸੁਣਾਵਾਂ ਤਾਂ ਸੋਮ ਮੰਗਲ ਬੁੱਧ ਤੱਕ ਨਿਬੜੂ। ਫਿਰ ਕਾਹਲੀ ਨਹੀਂ ਮੈਂ ਇਸ ਕਹਾਣੀ 'ਚ ਕਰਨਾ ਚਾਹੁੰਦਾ। ਇਹ ਅਸਲ ਕਹਾਣੀ ਹੈ, ਜ਼ਿੰਦਗੀ ਦਾ ਸੱਚ ਹੈ। ਇਹਦੀ ਵੱਢ ਟੁੱਕ ਮੈਨੂੰ ਕਰਨ ਨੂੰ ਮੇਰਾ ਜੀਅ ਨਹੀਂ ਕਰਦਾ। ਮੈਂ ਚਾਹੁੰਦਾ ਵੀ ਹੌਲੀ ਹੌਲੀ ਤੁਹਾਨੂੰ ਸੁਣਾਵਾਂ। ਤੇ ਅੱਜ ਕਹਾਣੀ ਭਾਰ ਦਾ ਅਗਲਾ ਹਿੱਸਾ 12:20 ਤੇ ਤੁਹਾਡੇ ਸਨਮੁਖ। ਤੇ ਉਸ ਤੋਂ ਬਾਅਦ ਜੇ ਸਮਾਂ ਬਚਿਆ ਤੁਸੀਂ ਗੱਲਾਂ ਬਾਤਾਂ ਕਰਿਓ। ਗੱਲਾਂ ਬਾਤਾਂ ਮੈਂ ਦਸਤਾਰਾਂ ਤੇ ਅੱਜ ਕਰਨੀਆਂ ਚਾਹੁੰਦਾ ਸੀ, ਰੰਗ ਤੇ ਕਰਨਾ ਚਾਹੁੰਦਾ ਸੀ, ਪਰ ਸਮਾਂ ਫਿਜ਼ਾ ਉਦਾਸ ਹੈ। ਇਹਦੇ ਲਈ ਅਗਲੇ ਹਫ਼ਤੇ ਤੱਕ ਲੈ ਕੇ ਜਾਵਾਂਗੇ ਇਸ ਗੱਲ ਨੂੰ। ਪਰ ਭਾਰ ਕਹਾਣੀ ਦਾ ਅੱਜ ਅਗਲਾ ਹਿੱਸਾ ਤੁਹਾਡੇ ਸਨਮੁਖ ਹੋਏਗਾ। 604-204-0600 ਔਨ ਏਅਰ ਨੰਬਰ ਹੈ। 604-729-1224 604729-1224 WhatsApp ਟੈਕਸਟ ਲਈ ਮੇਰਾ ਸੈੱਲ ਨੰਬਰ ਹੈ। ਪਰਸਨਲ ਇਹੀ WhatsApp ਇਹਦੇ ਤੇ ਚੱਲਦਾ। ਇਹਦੇ ਤੇ ਹੀ ਆਪਣਾ ਪੰਜਾਬੀਆਂ ਦੇ ਕਹਿਣ ਨੂੰ ਸੈਲਰ ਆ ਹੀ। ਜਿਹੜੀਆਂ ਜੂਹਾਂ ਤੇ ਅੱਗ ਬਣ ਕੇ ਭਾਂਬੜ ਨੱਚੀ, ਕਿੱਥੇ ਆਈਆਂ ਡੈਣਾ ਬੰਦੇ ਖਾਣ ਨਹੀਂ। ਜਿਹੜੀਆਂ ਜੂਹਾਂ ਤੇ ਅੱਗ ਬਣ ਕੇ ਭਾਂਬੜ ਨੱਚੀ, ਜਿੱਥੇ ਆਈਆਂ ਡੈਣਾ ਬੰਦੇ ਖਾਣ ਨਹੀਂ। ਕਿੰਨੇ ਕੌਲਿਆਂ ਦੇ ਆਲੇ ਉਡੀਕ ਦੇ ਚਿਰਾਗ, ਕਿਹੜੀ ਜਿਹੜੇ ਦੇਹਲੀਆਂ ਨੂੰ ਆ ਕੇ ਰਸ਼ਨਾਉਣ ਨਹੀਂ। ਜਿੰਦੇ ਹੋ ਗਈਆਂ ਹਵਾਵਾਂ ਬੇਈਮਾਨ ਨਹੀਂ। ਲੱਕੜਾਂ ਦੇ ਦਰਾਂ ਉੱਤੇ ਲੱਗੇ ਪੱਕੇ ਜਿੰਦਿਆਂ ਨੂੰ ਹੌਲੀ ਹੌਲੀ ਖਾ ਗਿਆ ਜੰਗਾਲ ਨਹੀਂ। ਕਹਿੰਦੇ ਕੋਈ ਮਿੱਟੀ ਦਾ ਪੁੱਤ ਲੱਭਣ ਤਾਂ ਤੁਰਿਆ ਸੀ, ਰਾਤਾਂ ਨੂੰ ਗਵਾਚੇ ਸੀ ਜੋ ਲਾਲ ਨਹੀਂ। ਰੁੱਤਾਂ ਪਰਦੇਸੀ ਹੋ ਕੇ ਮੁੜੀਆਂ ਨਾ, ਜਿਹੜੇ ਦੇਸ਼ ਹਾਣੀਆਂ ਤੋਂ ਖੁੱਸੇ ਜਿੱਥੇ ਹਾਣ ਨਹੀਂ। ਸਾਉਣ ਦੇ ਮਹੀਨੇ ਜਿੱਥੇ ਸ਼ੂਕ ਦੇ ਭੁਚਾਲ ਸੀ, ਉਹ ਟੁੱਟ ਗਏ ਬਰੋਟਿਆਂ ਦੇ ਟਾਣ ਨਹੀਂ। ਜਿੰਦੇ ਜਾਣ ਬੁੱਝ ਬਣੇ ਅਣਜਾਣ ਨਹੀਂ। ਚੇਤਿਆਂ ਦੇ ਵਿੱਚ ਰਹਿਣੇ ਤਖਤ ਲਾਹੌਰ, ਸਾਡੇ ਪਿੰਡੀ ਵਾਲੇ ਦੁੱਲੇ ਦੀਆਂ ਬਾਰਾਂ ਨਹੀਂ। ਹੁਣ ਜੇ ਬਿਉਣ ਢੁੱਕੇ ਖੇੜਿਆਂ ਸਿਆਲੀ ਹੀਰ, ਦੇਖੀ ਫਿਰ ਉੱਠਦਾ ਹਜ਼ਾਰਾਂ ਨਹੀਂ। ਕੈਦੋਆਂ ਦੀ ਲੀਕ ਟੱਪ ਰਾਂਝਿਆਂ ਦੇ ਯਾਰ, ਦੇਖੀ ਢੁੱਕਣਗੇ ਝੰਗ ਮੰਗਿਆਣ ਨਹੀਂ। ਅੱਖਾਂ ਵਿੱਚ ਰੋਹ ਭਰੀ ਬੈਠਾ ਏ ਤਿਆਰ, ਜਿਹੜੇ ਹੌਸਲੇ ਨੇ ਠੱਲਣੇ ਤੂਫਾਨ ਨਹੀਂ। ਕਹਿੰਦੇ ਸਮਾਂ ਬੜਾ ਹੋ ਗਿਆ ਬਲਵਾਨ ਨਹੀਂ। ਸਰਸਾ ਦੇ ਪਾਣੀਆਂ ਨੂੰ ਲੱਖ ਵਾਰ ਲੰਘ ਆਈਏ, ਥਾਪੜਾ ਬਾਪੂ ਦੀ ਸਾਡੀ ਕੰਡ ਨਹੀਂ। ਪੁੱਤਰਾਂ ਦੇ ਦਾਨੀ ਕੋਲ ਭੁੱਲੇ ਪੁੱਤ ਪਹੁੰਚੇ, ਜਦੋਂ ਆਪੇ ਉਹਨੇ ਲੈਣੀ ਟੁੱਟੀ ਗੰਢ ਨਹੀਂ। ਸੱਥਰਾਂ ਦੇ ਵਿੱਚੋਂ ਜਦ ਉੱਠੇ ਲਲਕਾਰ ਬਣ, ਸੁੱਤੇ ਹੋਏ ਹੱਡਾਂ ਨੂੰ ਅਸੀਂ ਤਾਣ ਨਹੀਂ।
ਟਿੰਡਾਂ ਵਿੱਚ ਪਾ ਕੇ ਅੱਗ ਸੇਕਣੇ ਨੂੰ ਦਿੱਤੀ, ਜਿਨ੍ਹਾਂ ਸਮਿਆਂ ਨੇ ਲੈਣੇ ਨਹੀਂ ਪਛਾਣ ਨਹੀਂ, ਜਿੰਦੇ ਸਿਦਕਾਂ ਤੋਂ ਜਾਵਾਂ ਕਰਵਾਨ ਨਹੀਂ। ਪੜ੍ਹ ਕੇ ਸਫਰਨਾਮੇ ਹੋਏ ਨੇ ਜਵਾਨ, ਜਿਹੜੇ ਕਦ ਜੰਗ ਨਾਮਿਆਂ ਦੇ ਹਾਣ ਨਹੀਂ। ਪੜ੍ਹ ਕੇ ਜ਼ਫਰਨਾਮੇ ਹੋਏ ਨੇ ਜਵਾਨ, ਜਿਹੜੇ ਕਦ ਜੰਗ ਨਾਮਿਆਂ ਦੇ ਹਾਣ ਦੇ। ਗੜੀ ਦੀ ਉਹ ਤਾੜੀ ਜਿਹੜੇ ਮਗਜਾਂ 'ਚ ਵਸੀ, ਭਲਾ ਦੱਸ ਕੀ ਉਹ ਕਿਲਿਆਂ ਨੂੰ ਜਾਣਦੇ। ਮਰੇ ਹੋਏ ਸਰੀਰਾਂ ਵਿੱਚੋਂ ਬਣ ਕੇ ਭਾਂਬੜ ਜਦੋਂ ਉੱਠੀ ਅੱਗ ਬਰਫਾਂ ਨੂੰ ਠਾਰਨੀ। ਬਾਜ ਦੀ ਉਡਾਰੀ ਕਦੋਂ ਬੱਦਲਾਂ ਦੀ ਗਹਿਰ ਨਾਪੇ ਲੈਂਦੀ, ਜਦੋਂ ਖੰਭਾਂ ਨੂੰ ਖਿਲਾਰਨੀ। ਬਸ ਚੇਤਿਆਂ 'ਚ ਸੱਚੀ ਸਰਕਾਰ ਨਹੀਂ, ਬਸ ਚੇਤਿਆਂ 'ਚ ਸੱਚੀ ਸਰਕਾਰ ਨਹੀਂ। ਸੁਰਿੰਦਰ ਸਿੰਘ ਦਾਊ ਮਾਜਰੇ ਦੀਆਂ ਰਮਜ਼ਾਂ ਬੜੀਆਂ ਅਲੱਗ ਨੇ। ਨਵਕੀਰ ਸਿੰਘ ਪੱਤੀ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ ਜੀ, ਨਵੇਂ ਜਥੇਦਾਰ ਬਣ ਗਏ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਵੀਰ ਸਿੰਘ ਜੀ। ਇਹਨਾਂ ਦੇ ਬਾਰੇ ਪਹਿਲਾਂ ਤਾਂ ਇਹਨਾਂ ਦਾ ਪਿਛੋਕੜ ਦੱਸੋ, ਤੇ ਫਿਰ ਮੀਟਿੰਗ ਕਿਹੋ ਜਿਹੀ ਹੋਈ ਉਹਦੇ ਬਾਰੇ ਦੱਸੋ। ਜੀ ਗਿੱਲ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਥਾਂ ਦੇ ਉੱਤੇ ਜਥੇਦਾਰ ਰਘਵੀਰ ਸਿੰਘ ਹੋਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਾਇਆ ਗਿਆ ਗਾ। ਔਰ ਜੇਕਰ ਇਹਨਾਂ ਦੇ ਪਿਛੋਕੜ ਦੀ ਗੱਲਬਾਤ ਕਰੀਏ ਤਾਂ ਗਿਆਨੀ ਰਘਵੀਰ ਸਿੰਘ ਜੀ 1999 ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗ੍ਰੰਥੀ ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਇਹ ਵਿੱਚ ਦੀ 5 ਪਿਆਰਿਆਂ ਦੇ ਵਿੱਚ ਵੀ ਰਹੇ। ਇਹਨਾਂ ਦਾ ਪਿੰਡ ਸੁਲਤਾਨਵਿੰਡ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ, ਔਰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਹੀ ਇਹਨਾਂ ਨੇ ਆਪਣੀ ਸੇਵਾ ਸ਼ੁਰੂ ਕੀਤੀ ਸੀ। 1999 ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ। 1995 ਦੇ ਵਿੱਚ ਰਘਵੀਰ ਸਿੰਘ ਜੀ ਅਕਾਲ ਤਖਤ ਸਾਹਿਬ ਵਿਖੇ 5 ਪਿਆਰਿਆਂ 'ਚ ਸ਼ਾਮਲ ਹੋਏ। ਉਹਨਾਂ 5 ਪਿਆਰਿਆਂ ਵਜੋਂ 2014 ਤੱਕ ਸੇਵਾਵਾਂ ਨਿਭਾਈਆਂ। ਉਦੋਂ ਬਾਅਦ ਲਗਾਤਾਰ ਉਹਨਾਂ ਨੇ ਫਿਰ ਉੱਥੇ ਗ੍ਰੰਥੀ ਸਿੰਘ ਦੀ ਸੇਵਾ ਗੀ ਜਿਹੜੀ ਉਹ ਨਿਭਾਈ। 2017 ਦੇ ਵਿੱਚ ਉਹਨਾਂ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜਾ ਕਾਰਜਕਾਰੀ ਜਥੇਦਾਰ ਦੇ ਵਜੋਂ ਨਿਯੁਕਤ ਕੀਤਾ ਗਿਆ ਸੀ, ਔਰ 2017 ਤੋਂ ਹੀ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਦੇ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਨੇ। ਅੱਜ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਗਾ। ਇਹ ਜਿਹੜੀ ਅੱਜ ਮੀਟਿੰਗ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ, ਇਹ ਮੀਟਿੰਗ 72 ਘੰਟਿਆਂ ਦੇ ਨੋਟਿਸ ਦੇ ਨਾਲ ਬੜੀ ਕਾਹਲੀ ਦੇ ਵਿੱਚ ਸੱਦੀ ਗਈ ਸੀ। ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦੇ ਬਾਰੇ ਦੇ ਵਿੱਚ ਚਰਚਾ ਜਿਹੜੀ ਉਹ ਹੋਵੇਗੀ। ਸੋ ਵਾਕਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਜੀ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੁਝ ਬਿਆਨ ਦਿੱਤੇ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਬਿਆਨ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਕਿਰਤੀਆਂ ਦੀ ਪਾਰਟੀ ਨਹੀਂ ਰਹੀ। ਇਸ ਤੋਂ ਇਲਾਵਾ ਰਾਘਵ ਚੱਡਾ ਹੋਰਾਂ ਦੇ ਮੰਗਣੀ ਸਮਾਗਮ ਦੇ ਉੱਤੇ ਜਾਣ ਦਾ ਮਸਲਾ ਸੀਗਾ। ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਤੋਂ ਅੰਦਰੋਂ ਅੰਦਰੀ ਖਫਾ ਦੱਸੀ ਜਾਂਦੀ ਸੀ, ਜਿਹਦੇ ਕਰਕੇ ਉਹਨਾਂ ਕੋਲ ਜਿਹੜਾ ਵਾਧੂ ਚਾਰਜ ਸੀ ਕਾਰਜਕਾਰੀ ਜਥੇਦਾਰ ਸਾਹਿਬ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਾ ਉਹ ਵਾਪਸ ਲੈ ਲਿਆ ਗਿਆ ਗਾ। ਹੁਣ ਉਂਝ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਇਸੇ ਦਰਮਿਆਨ 2 ਉਹਨਾਂ ਕੋਲੇ ਪੁਆਇੰਟ ਸੀ। ਪਹਿਲਾ ਇਹ ਸੀਗਾ ਕਿ ਉਹਨਾਂ ਨੂੰ ਇਹ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਉਹਨਾਂ ਦੀ ਬਤੌਰ ਕਾਰਜਕਾਰੀ ਜਥੇਦਾਰ ਆ ਜਿਹੜਾ ਉਹ ਛੁੱਟੀ ਕੀਤੀ ਜਾ ਰਹੀ ਆ। ਜਾਂ ਤਾਂ ਉਹ ਆਪਣੇ ਸਟੈਂਡ ਦੇ ਉੱਤੇ ਉਸੇ ਤਰੀਕੇ ਦੇ ਨਾਲ ਕਾਇਮ ਰਹਿੰਦੇ, ਉਸੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਰੇ ਜੋ ਉਹਨਾਂ ਨੇ ਬੋਲਿਆ ਸੀ ਜਾਂ ਉਹਨਾਂ ਨੇ ਜੋ ਹੋਰ ਸਟੇਟਮੈਂਟਸ ਦਿੱਤੀਆਂ ਸੀ। ਦੂਜਾ ਇਹ ਸੀਗਾ ਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਸੀਗਾ ਤਾਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਆਪਦੀਆਂ ਸੇਵਾਵਾਂ ਉਹਨਾਂ ਨੇ ਜਾਰੀ ਰੱਖਣੀਆਂ ਮੈਨੂੰ ਲੱਗਦਾ ਬਿਹਤਰ ਸਮਝਿਆ। ਜੇ ਉਹ ਆਪਣਾ ਸਟੈਂਡ ਲੈਂਦੇ ਤਾਂ ਸ਼ਾਇਦ ਅੱਜ ਤੱਕ ਦਮਦਮਾ ਸਾਹਿਬ ਦੇ ਜਥੇਦਾਰ ਦੇ ਵਜੋਂ ਵੀ ਕਿਤੇ ਹੋਰ ਸਿੰਘ ਦੀ ਨਿਯੁਕਤੀ ਹੈ ਜਿਹੜੀ ਉਹ ਹੋ ਸਕਦੀ ਸੀ। ਸੋ ਦੂਜੇ ਪਾਸੇ ਤਖਤ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਣ ਤੋਂ ਬਾਅਦ ਉੱਥੇ ਗਿਆਨੀ ਸੁਲਤਾਨ ਸਿੰਘ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਆ ਜਿਹੜਾ ਉਹ ਨਿਯੁਕਤ ਕਰ ਦਿੱਤਾ ਗਿਆ। ਇੱਕ ਇਹਦੇ ਚ ਗੱਲ ਇਹ ਵੀ ਹੈ ਗਿੱਲ ਸਾਹਿਬ ਕਿ ਨਾਲ ਦੀ ਨਾਲ ਇਹ ਦੋਨੇ ਸਿੰਘ ਗਿਆਨੀ ਰਘਵੀਰ ਸਿੰਘ ਜੀ ਵੀ ਹੈੱਡ ਗ੍ਰੰਥੀ ਵਜੋਂ ਆਪਦੀਆਂ ਐਡੀਸ਼ਨਲ ਸੇਵਾਵਾਂ ਸ਼੍ਰੀ ਹਰਿਮੰਦਰ ਸਾਹਿਬ ਨਿਭਾਉਂਦੇ ਰਹਿਣਗੇ। ਦੂਜੇ ਪਾਸੇ ਜਿਹੜੇ ਸ਼੍ਰੀ ਸੁਲਤਾਨ ਸਿੰਘ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਨੇ ਉਹ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਆਪਣੀਆਂ ਸੇਵਾਵਾਂ ਨਾਲ ਜਾਰੀ ਰੱਖਣਗੇ।
ਸੋ ਇਹਨਾਂ ਨੂੰ ਜਥੇਦਾਰ ਵੀ ਨਿਯੁਕਤ ਕੀਤਾ ਗਿਆ ਗਾ ਦੋਵਾਂ ਨੂੰ, ਔਰ ਦੋਵੇਂ ਆਪਣੀਆਂ ਪਹਿਲਾਂ ਵਾਲੀਆਂ ਹੈੱਡ ਗ੍ਰੰਥੀ ਔਰ ਗ੍ਰੰਥੀ ਵਾਲੀ ਸੇਵਾ ਗੀ ਜਿਹੜੀ ਉਹ ਵੀ ਜਾਰੀ ਰੱਖਣਗੇ। ਇਹ ਵੀ ਇੱਕ ਮਤਲਬ ਪੁਆਇੰਟ ਜਿਹੜਾ ਇਹਦੇ ਵਿੱਚ ਉਹ ਬਣਦਾ ਗਾ। ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਅੱਜ ਫੈਸਲਾ ਲਿਆ ਗਾ ਐਡਵੋਕੇਟ ਧਾਮੀ ਸਾਹਿਬ ਦੀ ਅਗਵਾਈ ਦੇ ਵਿੱਚ, ਉਹਦੇ ਤੇ ਸਵਾਲ ਵੀ ਬਹੁਤ ਉਠਾਏ ਜਾ ਰਹੇ ਨੇ। ਇਹਦੇ ਤੇ ਸੰਤ ਦਾਦੂਵਾਲ ਹੋਰਾਂ ਨੇ ਬੜਾ ਵੱਡਾ ਸਵਾਲ ਆਗਾ ਜਿਹੜਾ ਉਹ ਉਠਾਇਆ। ਉਹਨਾਂ ਨੇ ਕਿਹਾ ਗਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਨਹੀਂ ਹੋਈਆਂ ਜਦੋਂ ਇੰਨੇ ਸਾਲ ਹੋ ਗਏ, ਤਾਂ ਇਹ ਐਡਾ ਵੱਡਾ ਫੈਸਲਾ ਕਿਵੇਂ ਲੈ ਸਕਦੀ ਹੈ SGPC। ਦੂਜਾ ਉਹਨਾਂ ਨੇ ਇੱਕ ਪਰਿਵਾਰ ਦਾ ਜਿਹੜਾ ਕਬਜ਼ਾ ਗਾ ਉਹਦਾ ਜ਼ਿਕਰ ਵੀ ਕੀਤਾ। ਬੀਬੀ ਜਗੀਰ ਕੌਰ ਨੇ ਵੀ ਇਹ ਤੇ ਸਵਾਲ ਉਠਾਇਆ, ਹੋਰ ਵਿਰੋਧੀ ਧਿਰਾਂ ਨੇ ਵੀ ਸਵਾਲ ਉਠਾਏ ਨੇ। ਸੋ ਇਹ ਚਰਚਾ ਵੀ ਬਹੁਤ ਛਿੜੀ ਹੋਈ ਹੈ, ਕਿਉਂਕਿ ਇਹ ਗੱਲ ਵੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿੰਨੀ ਪਿਛਲੇ ਦਿਨਾਂ ਦੇ ਵਿੱਚ ਮਕਬੂਲੀਅਤ ਹੋ ਗਈ ਸੀ, ਉਹਦੇ ਤੋਂ ਇਹ ਲੱਗਦਾ ਸੀ ਕਿ ਜੇ SGPC ਜਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਲਾਂਭੇ ਕਰਦਾਗਾ ਤਾਂ ਇੱਕ ਵੱਡਾ ਵਿਰੋਧ ਆ ਜਿਹੜਾ ਅਕਾਲੀ ਦਲ ਨੂੰ ਉਹ ਵੀ ਝੱਲਣਾ ਪੈ ਸਕਦਾ। ਸੋ ਉਹ ਵਿਰੋਧੀ ਧਿਰਾਂ ਨੇ ਔਰ ਜਿਹੜੇ ਬਾਗੀ ਅਕਾਲੀ ਆਗੂ ਨੇ ਪਿਛਲੇ ਸਮਿਆਂ ਦੇ ਵਿੱਚ ਬਾਗੀ ਹੋਏ ਨੇ, ਉਹਨਾਂ ਨੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਨੇ। ਜੀ ਦਾਦੂਵਾਲ ਨੇ ਕਿੰਨੇ ਕੁ ਗੋਡੇ ਫੜੇ ਨੇ ਉਹ ਤਾਂ ਦਾਦੂਵਾਲ ਹੀ ਜਾਣਦਾ। ਅੱਜ ਵੀ ਇਹੀ ਕਹਿੰਦੀ ਲੋਕਾਂ ਦੀਆਂ ਕਿੰਨੀਆਂ ਕਿੰਨੀਆਂ ਕੁਆਰੀਆਂ ਫਿਰਦੀਆਂ। ਇਹ ਸਰਬਜੀਤ ਕੌਰ ਮਾਣੂਕੇ ਨੇ ਜਿਹੜੀ ਕੋਠੀ ਦੱਬੀ ਹੈ, ਗੱਲ ਇਹ ਨਹੀਂ ਹੈ ਵੀ ਪਹਿਲਾਂ ਕੋਠੀਆਂ ਨਹੀਂ ਸੀ ਦੱਬਦੇ, ਪਰ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਇਸ ਕਰਕੇ ਜਿੱਤੀ ਵੀ ਅਸੀਂ ਲੋਕਾਂ ਤੋਂ ਅਲੱਗ ਹਾਂ। ਕਦੇ ਇਹਨਾਂ ਦੀਆਂ ਪਾਇਲਟ ਜਿਪਸੀਆਂ ਚੜ ਰਹੀਆਂ ਲੋਕਾਂ ਤੇ ਹਲ ਹਲ ਕਰਦੇ ਫਿਰਦੇ ਨੇ, ਤੇ ਕਦੇ ਉਹ ਕਹਿੰਦੇ ਸੀ ਵੀ ਅਸੀਂ ਤਾਂ ਸਿਕਿਉਰਿਟੀ ਨਹੀਂ ਰੱਖਣੀ। ਇੱਕ ਸਾਡੇ ਗੁਆਂਢੀ ਪਿੰਡ ਧਮੋਟ ਦਾ ਪਲਾਟ ਹੈ ਜਿਹੜਾ ਉਹ ਦੱਬੀ ਬੈਠਾ, ਇੱਕ ਵੱਡਾ ਕਾਰਕੁਨ ਪਾਰਟੀ ਦੇ ਵਿੱਚ ਹੈ ਜਿਹੜਾ ਪਟਿਆਲੇ ਕੋਠੀ ਲੈ ਲਈ ਤੇ ਨਾਲ ਦਾ ਪਲਾਟ ਸੱਗੀ ਨਾਲ ਪਰਾਂਦਾ ਜਿਹੜਾ ਉਹ ਅਗਲੇ ਹਫ਼ਤੇ ਮੈਂ ਕੋਸ਼ਿਸ਼ ਕਰਾਂਗਾ ਜੇ ਉਹ ਪਰਿਵਾਰ ਮੈਨੂੰ ਮਿਲ ਗਿਆ। ਇਹ ਸਰਬਜੀਤ ਕੌਰ ਮਾਣੂਕੇ ਦਾ ਕੇਸ ਕੀ ਹੈ? ਤੁਹਾਡੀ ਜਿਹੜੀ ਇਹਦੇ ਤੇ ਪੜਤਾਲ ਕੀ ਕਹਿੰਦੀ ਆ, ਤੁਹਾਡਾ ਮਨ ਕੀ ਕਹਿੰਦਾ, ਇਹ ਦੱਸੋ ਜੀ। ਗੱਲ ਸਾਹਿਬ ਦੇਖੋ, ਸਰਬਜੀਤ ਕੌਰ ਮਾਣੂਕੇ ਨੇ ਜਿਹੜੀ ਕੋਠੀ, ਇਹ ਵਾਕਈ NRI ਪਰਿਵਾਰ ਦੀ ਹੈ। ਇਹਦੇ 'ਚ ਜਗਰਾਉਂ ਦੇ ਆ ਜਿਹੜੀਆਂ ਲੋਕਲ ਆਰਗੇਨਾਈਜੇਸ਼ਨਾਂ ਨੇ, ਕਿਸਾਨ ਮਜ਼ਦੂਰ ਜਥੇਬੰਦੀਆਂ ਨੇ, ਹੋਰ ਉਥੋਂ ਦੇ ਲੋਕਲ ਲੋਕ ਨੇ, ਉਹਨਾਂ ਨੇ ਗਿੱਲ ਸਾਹਿਬ ਜਿੰਨੀ ਜਾਣਕਾਰੀ ਦਿੱਤੀ ਹੈ ਵੀ NRI ਪਰਿਵਾਰ ਦੀ ਕੋਠੀ ਹੈ। ਇਹ ਐਵੇਂ ਜਿਹੜਾ ਕਰਮ ਸਿੰਘ ਕਹਿੰਦੇ ਨੇ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ। ਬੀਬੀ ਸਰਬਜੀਤ ਕੌਰ ਮਾਣੂਕੇ ਦੇ ਬਹੁਤ ਨੇੜੇ ਆ ਉਹਦੀ ਕੋਠੀ ਹੁਣ ਦੱਸ ਰਹੇ ਆ ਵੀ ਉਹਦੇ ਕੋਲੇ ਦੇਖੋ ਜੀ ਪਾਵਰ ਆਫ ਟਾਰਨੀ ਸੀ, ਇਸ ਕਰਕੇ ਉਹਨੇ ਜਿਹੜੀ ਹੈਗੀ ਉਹ ਕਿਰਾਏ ਤੇ ਦੇਤੀ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ। NRI ਪਰਿਵਾਰ ਕਹਿੰਦਾ ਅਸੀਂ ਸਾਰੇ ਬਾਹ ਲਾ ਲਈ। ਉਹ ਨੂੰਹ ਸੱਸ ਬਜ਼ੁਰਗ ਔਰਤ ਹੈਗੀ, ਉਹ ਦੋਨੇ ਟਿਕਟਾਂ ਲਾ ਕੇ ਕੈਨੇਡਾ ਤੋਂ ਇੱਥੇ ਆਈਆਂ ਹੋਈਆਂ ਨੇ। ਦਰ ਦੇ ਉੱਤੇ ਉਹ ਜਾ ਰਹੀਆਂ ਨੇ, ਕਿਤੇ SSP ਦਿਹਾਤੀ ਲੁਧਿਆਣਾ ਨੂੰ ਮਿਲ ਰਹੀਆਂ, ਕਿਤੇ SSP ਜਗਰਾਉਂ ਨੂੰ ਮਿਲ ਰਹੀਆਂ, ਕਿਤੇ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਮਿਲ ਰਹੀਆਂ ਨੇ, ਕਿਤੇ ਉਹ ਪ੍ਰੈਸ ਕਾਨਫਰੰਸਾਂ ਕਰ ਰਹੀਆਂ ਨੇ। ਉਹਨਾਂ ਦੀ ਗੱਲ ਨਹੀਂ ਸੀ ਸੁਣੀ ਜਾ ਰਹੀ। ਹੁਣ ਜਦੋਂ ਮਸਲਾ ਵੱਧ ਗਿਆ, ਹੁਣ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕੋਠੀ ਤੋਂ ਕਬਜ਼ਾ ਤਾਂ ਛੱਡਤਾ, ਕਹਿੰਦੀ ਲਓ ਵੀ ਮੈਂ ਤਾਂ ਚਾਬੀ ਫੜਾਤੀ। ਸਵਾਲ ਉੱਥੇ ਹੀ ਖੜਾ ਗਾ, ਚਾਬੀ ਫੜਾਈ ਕਿਹਨੂੰ ਆ? ਉਹ NRI ਬੀਬੀਆਂ ਨੂੰ ਤਾਂ ਚਾਬੀ ਦਿੱਤੀ ਨਹੀਂ। ਗਿੱਲ ਸਾਹਿਬ ਉਹ ਜਿਨ੍ਹਾਂ ਦੀ ਕੋਠੀ ਆ ਉਹਨਾਂ ਨੂੰ ਤਾਂ ਚਾਬੀ ਮਿਲੀ ਨਹੀਂ ਹਜੇ ਤੱਕ। ਚਾਬੀ ਉਸੇ ਬੰਦੇ ਨੂੰ ਫੜਾਤੀ ਜੀ ਤੋਂ ਕਹਿੰਦੀ ਸੀ ਵੀ ਇਹ ਤੋਂ ਅਸੀਂ ਕਿਰਾਏ ਤੇ ਲਈ ਸੀ। ਹੁਣ ਇਹਦੇ 'ਚ ਮਸਲਾ ਇਹ ਹੈਗਾ ਕਿ ਜਾਂ ਤਾਂ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਜਦੋਂ ਉਸ ਵਿਅਕਤੀ ਕਰਮ ਸਿੰਘ ਨੂੰ ਚਾਬੀ ਫੜਾਈ ਹੈ, ਇਹਦਾ ਮਤਲਬ ਬੀਬੀ ਸਰਬਜੀਤ ਕੌਰ ਮਾਣੂਕੇ ਮੰਨਦੀ ਆ ਕਿ ਕੋਠੀ ਕਰਮ ਸਿੰਘ ਦੀ ਆ, ਤੇ ਜੇ ਮੰਨਦੀ ਆ ਫਿਰ ਚਾਬੀ ਫੜਾਉਣ ਦੀ ਕੀ ਲੋੜ ਹੈ? ਫਿਰ ਉਹ ਤੋਂ ਤਾਂ ਕਿਰਾਏ ਤੇ ਲਈ ਆ, ਫਿਰ ਚਾਬੀ ਕਿਉਂ ਉਸ ਬੰਦੇ ਨੂੰ ਫੜਾਈ ਹੈ? ਤੇ ਜੇ ਇਹ ਕੋਠੀ NRI ਪਰਿਵਾਰ ਦੀ ਹੈ ਤਾਂ ਹੀ ਤੁਸੀਂ ਕੋਠੀ ਛੱਡ ਕੇ ਜਾ ਰਹੇ ਹੋ, ਤਾਂ ਫਿਰ ਚਾਬੀ NRI ਪਰਿਵਾਰ ਨੂੰ ਫੜਾਓ ਬੇਲੀ ਕਰਕੇ ਵੀ ਆਹ ਲਓ ਭਾਈ ਮਿਸ ਅੰਡਰਸਟੈਂਡਿੰਗ ਹੋ ਗਈ ਸੀਗੀ, ਅਸੀਂ ਗਲਤੀ ਦੇ ਨਾਲ ਆਹ ਬੰਦੇ ਤੋਂ ਜਿਹੜੀ ਹੈਗੀ ਉਹ ਕੋਠੀ ਕਿਰਾਏ ਤੇ ਲੈ ਲਈ ਸੀ, ਤੇ ਆਹ ਫੜੋ ਆਪਦੀ ਚਾਬੀ, ਤੇ ਉਹ ਜਿਹੜੇ ਬੰਦੇ ਨੇ ਤੁਹਾਨੂੰ ਕਿਰਾਏ ਤੇ ਦਿੱਤੀ ਸੀ ਉਹ ਬੰਦੇ ਨੂੰ ਮਤਲਬ ਤੁਸੀਂ ਜੋ ਬਣਦੀ ਸਜ਼ਾ ਗਈ ਉਹ ਦਵਾਓ ਵੀ ਤੂੰ ਜਾਲਸਾਜ਼ੀ ਕੀਤੀ ਹੈ। ਤੇ ਜੇ ਤੁਸੀਂ ਚਾਬੀ ਉਸ ਬੰਦੇ ਨੂੰ ਫੜਾ ਰਹੇ ਹੋ ਤਾਂ ਮਤਲਬ ਉਹ ਬੰਦਾ ਸਹੀ ਹੈ ਤੁਹਾਡੇ ਹਿਸਾਬ ਦੇ ਨਾਲ, ਫਿਰ ਤੁਹਾਡੇ ਨਾਲ ਤਾਂ ਉਹਦਾ ਐਗਰੀਮੈਂਟ ਹੋਇਆ, ਫਿਰ 1 ਮਹੀਨਾ ਤੁਸੀਂ ਕਹਿੰਦੇ ਹੋ 1.5 ਮਹੀਨਾ ਹੋਇਆ ਕੋਠੀ 'ਚ ਬੈਠਿਆਂ ਨੂੰ, ਫਿਰ ਤੁਸੀਂ ਛੱਡ ਕਿਉਂ ਰਹੇ ਹੋ? ਕਮਾਲ ਦੀ ਗੱਲ ਹੋਣ ਦੀ ਬਜਾਏ ਗੱਲ ਇਹ ਚੱਕ ਲਈ ਵੀ ਦੇਖੋ ਖਹਿਰਾ ਦੱਬੀ ਬੈਠਾ, ਦੇਖੋ ਖਹਿਰਾ ਉੱਤੇ ਬੀਹੀ ਰੋਕੀ ਬੈਠਾ, ਉਹ ਸੜਕ ਉਹਦੇ ਵਿੱਚ ਦੀ ਜਾਂਦੀ ਆ, ਵੀ ਖਹਿਰਾ ਇਹਦੇ 'ਚ ਕਿੱਥੋਂ ਆ ਗਿਆ? ਸਵਾਲ ਤਾਂ ਤੁਹਾਡਾ ਹੈਗਾ। ਜੇ ਖਹਿਰੇ ਨੇ ਰੋਕੀ ਹੋਊ, ਖਹਿਰੇ ਨੇ ਕਿਤੇ ਦੱਬੀ ਹੋਊ, ਤਾਂ ਇਹਦੇ ਨਾਲ ਇਹ ਥੋੜੀ ਆ ਵੀ ਤੁਸੀਂ ਵੀ ਮਤਲਬ ਉਸ ਗੱਲ ਦੀ ਪਲੀ ਲੈ ਕੇ ਕਹਿਣ ਲੱਗ ਜਾਓ ਵੀ ਪਹਿਲਾਂ ਤੂੰ ਛੱਡ ਫੇਰ ਹੋਊ। ਸੋ ਇਹ ਜਿਹੜਾ ਦਲੀਲਾਂ ਨੇ, ਇਹ ਦਲੀਲਾਂ 'ਚ ਕੋਈ ਦਮ ਨਹੀਂ ਹੈ। ਦਲੀਲਾਂ 'ਚ ਦਮ ਤਾਂ ਇਹ ਆ ਵੀ ਅਕਾਲੀ ਕਾਂਗਰਸੀ ਤਾਂ ਆਪਾਂ ਮੰਨ ਲਿਆ ਕਿ ਉਹਨਾਂ ਨੇ ਤਾਂ ਮਤਲਬ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਗਾ
ਉਹ ਲੋਕਾਂ ਦੇ ਉੱਤੇ ਰਾਜ ਕੀਤਾਗਾ। ਤਾਂ ਆਪਾਂ ਤਾਂ ਬਦਲਾਅ ਦੀ ਗੱਲ ਲੈ ਕੇ ਆਏ ਸੀਗੇ। ਸੋ ਇਸ ਕਰਕੇ ਸਵਾਲ ਬੜੇ ਅਹਿਮ ਨੇ ਜਿਨ੍ਹਾਂ ਨੂੰ ਬੀਬੀ ਸਰਬਜੀਤ ਕੌਰ ਮਾਣੂਕੇ ਸੰਬੋਧਨ ਨਹੀਂ ਹੋ ਰਹੇ। ਹੁਣ ਉਹ NRI ਪਰਿਵਾਰ ਅੱਜ ਫੇਰ ਮਤਲਬ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਕੀਤੀ ਹੈ ਸੁਖਪਾਲ ਖਹਿਰਾ ਔਰ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ਦੇ ਵਿੱਚ, ਤੇ ਉਹਨਾਂ ਨੂੰ ਅਜੇ ਤੱਕ ਚਾਬੀ ਹੈ ਜਿਹੜੀ ਉਹ ਮਿਲੀ ਨਹੀਂ ਹੈ। ਦੂਜਾ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਪੰਚਾਇਤ ਵਿਭਾਗ ਉਹਨਾਂ ਤੋਂ ਵਾਪਸ ਲੈ ਲਿਆ, ਮੰਨੀ ਗੱਲ। ਖੇਤੀਬਾੜੀ ਮਹਿਕਮਾ ਉਹਨਾਂ ਤੋਂ ਵਾਪਸ ਲੈ ਲਿਆ, ਮੰਨੀ ਗੱਲ। ਪਰ NRI ਮਹਿਕਮਾ ਤਾਂ ਉਹਨਾਂ ਕੋਲੇ ਹਜੇ ਵੀ ਹੈਗਾ। ਉਹ ਵੀ ਵੱਡੀ ਪੱਧਰ ਦੇ ਉੱਤੇ ਜਿਹੜੀ ਫੋਰਸ ਲੈ ਕੇ, ਮੀਡੀਆ ਦੇ ਕੈਮਰੇ ਲੈ ਕੇ, ਉਹ ਮੋਹਾਲੀ ਟੱਪ ਕੇ ਕਾਹੀਂ ਚ ਜਾ ਵੜਦੇ ਸੀ। ਆਹ ਛਡਾ ਲਿਆ ਜੀ 100 ਏਕੜ ਤੋਂ ਕਬਜ਼ਾ, ਅੱਜ 500 ਏਕੜ ਤੋਂ ਛਡਾ ਲਿਆ ਜੀ ਕਬਜ਼ਾ। ਹੁਣ ਇੱਕ NRI ਪਰਿਵਾਰ ਦੀ ਕੋਠੀ ਦਾ ਮਸਲਾ ਹੈ, ਤੇ ਜੇ ਇਹ ਕੋਠੀ ਉਹਨਾਂ ਨੂੰ ਨਾ ਮਿਲੀ ਛੇਤੀ ਤਾਂ ਇਨਸਿਕਿਉਰਿਟੀ ਪੈਦਾ ਹੋ ਜਾਊਗੀ NRI ਪਰਿਵਾਰਾਂ ਦੇ ਵਿੱਚ। ਔਰ ਜੇ ਇਨਸਿਕਿਉਰਿਟੀ ਪੈਦਾ ਹੋ ਗਈ ਵੀ ਉੱਥੇ ਸਾਡੀਆਂ ਜ਼ਮੀਨਾਂ, ਉੱਥੇ ਸਾਡੀਆਂ ਕੋਠੀਆਂ ਨੂੰ ਇਉਂ ਲੋਕ ਪੈਣ ਲੱਗ ਗਏ, ਤਾਂ ਇਹ ਪੰਜਾਬ ਦੇ ਲਈ ਆਉਣ ਵਾਲੇ ਦਿਨਾਂ ਦੇ ਲਈ ਬੜਾ ਹੀ ਮਾੜਾ ਹੋਵੇਗਾ ਜੀ। ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖਤੀ, ਕੀ ਕਿਹਾ ਚਿੱਠੀ 'ਚ? ਦਿਲ ਸਾਹਿਬ, ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਹੈਗਾ ਜਿਹੜਾ ਉਹ ਹੋਣ ਜਾ ਰਿਹਾ ਸੋਮਵਾਰ ਔਰ ਮੰਗਲਵਾਰ ਨੂੰ, 19 ਤੇ 20 ਜੂਨ ਨੂੰ। ਉਹ ਜਿਹੜਾ ਸੈਸ਼ਨ ਹੋਣ ਜਾ ਰਿਹਾ ਉਹਦੀ ਗਵਰਨਰ ਸਾਹਿਬ ਨੇ ਅਜੇ ਤੱਕ ਮਨਜ਼ੂਰੀ ਤਾਂ ਨਹੀਂ ਦਿੱਤੀ, ਲੱਗਦਾ ਦੇ ਦੇਣਗੇ। ਉਹ ਸੈਸ਼ਨ ਵਿਸ਼ੇਸ਼ ਹੋਣ ਜਾ ਰਿਹਾ, ਉਹਦੇ 'ਚ ਕਈ ਵਿਸ਼ੇਸ਼ ਏਜੰਡੇ ਨੇ ਜਿਹੜੇ ਉਹ ਵਿਚਾਰੇ ਜਾਣੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਅੱਜ ਚਿੱਠੀ ਲਿਖੀ ਆ ਵਿਧਾਨ ਸਭਾ ਦੇ ਸਪੀਕਰ ਨੂੰ। ਉਹ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਵਿਸ਼ੇਸ਼ ਸੈਸ਼ਨ ਪਿਛਲੇ ਸਾਲ ਵੀ ਸੱਦਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਕਤੂਬਰ ਦੇ ਵਿੱਚ, ਇੱਕ ਦਿਨ ਦਾ। ਉਹ ਵਿਸ਼ੇਸ਼ ਸੈਸ਼ਨ ਦੇ ਵਿੱਚ 3.5 ਘੰਟੇ ਬਹਿਸ ਹੋਈ ਸੀ। ਮੁੱਖ ਮੰਤਰੀ ਸਾਹਿਬ ਨੇ ਇੱਕ ਵੱਡਾ ਭਾਸ਼ਣ ਦਿੱਤਾ ਸੀ, ਔਰ ਉਹ ਵਿਸ਼ੇਸ਼ ਸੈਸ਼ਨ ਇਸ ਕਰਕੇ ਸੱਦਿਆ ਸੀ ਕਿ ਆਪਰੇਸ਼ਨ ਲੋਟਸ ਕਰ ਰਹੀ ਹੈ ਬੀਜੇਪੀ। ਆਪਰੇਸ਼ਨ ਲੋਟਸ ਦੇ ਤਹਿਤ ਸਾਡੇ MLA ਬੀਜੇਪੀ ਜਿਹੜੀ ਹੈਗੀ ਉਹ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਸਾਡੀ ਸਰਕਾਰ ਨੂੰ ਸਿੱਟਣ ਦੀ ਕੋਸ਼ਿਸ਼ ਕਰ ਰਹੀ ਆ। ਉਹ ਕਹਿੰਦੇ ਉਦੋਂ ਪਿਛਲੇ ਸਾਲ ਇਹ ਸਵਾਲ ਆ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਠਾਇਆ ਸੀ। ਉਹਦੇ ਇੱਕ FIR ਵੀ ਦਰਜ ਹੋਈ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਆਫਰ ਦਿੱਤੇ ਕਿ ਸਰਕਾਰ ਸਿੱਟਣ ਦੀ ਕੋਸ਼ਿਸ਼ ਕਰ ਰਹੀ ਆ। ਹੁਣ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਪੁੱਛਿਆ ਸਪੀਕਰ ਸਾਹਿਬ ਨੂੰ ਚਿੱਠੀ ਲਿਖ ਕੇ ਕਿ ਉਹਦੇ ਤੇ ਅਪਡੇਟ ਕੀ ਆ, ਉਹ ਕੇਸ ਦਾ ਕੀ ਬਣਿਆ, ਉਹ ਜਿਹੜਾ ਆਪਰੇਸ਼ਨ ਲੋਟਸ ਸੀ ਉਹਦੇ 'ਚ ਕੀ ਬਣਿਆ, ਕਿਹੜਾ ਬੰਦਾ ਖਰੀਦਦਾ ਸੀ ਬੀਜੇਪੀ ਦਾ, ਕਿਹੜੇ MLA ਨੂੰ ਖਰੀਦਦਾ ਸੀ, ਕੀ ਉਹਦੇ ਤੇ ਅਪਡੇਟ ਹੈ, ਉਹ ਤਾਂ ਦੱਸੀ ਜਾਵੇ। ਉਦੋਂ ਵੀ ਤੁਸੀਂ ਵਿਸ਼ੇਸ਼ ਸੈਸ਼ਨ ਸੱਦਿਆ ਸੀ ਇੱਕ ਦਿਨ ਦਾ ਇਹ ਕਹਿ ਕੇ, ਔਰ ਪੂਰਾ ਮਤਲਬ ਸੁਰਖੀਆਂ ਬਟੋਰ ਕੇ, ਉਦੋਂ ਬਾਅਦ ਉਹ ਮਸਲਾ ਹੀ ਉੱਥੇ ਹੀ ਠੱਪ ਕਰਤਾ। ਉਹ ਵਾਕਈ ਇਹ ਮਸਲਾ ਗਾ ਜਿਹੜਾ ਬੜਾ ਅਹਿਮ ਹੈਗਾ ਕਿ ਉਸ ਮਸਲੇ ਦਾ ਕੀ ਬਣਿਆ ਜੀ। ਦੇਸ਼ ਦੇ ਚੋਟੀ ਦੇ ਸਿੱਖਿਆ ਮਾਹਰ ਨੇ ਜਿਹੜੇ ਉਹ ਕੁਛ ਕਿਤਾਬਾਂ ਤੇ ਜਿਹੜੀ ਰਿਪੋਰਟ ਉਹਨਾਂ ਨੇ ਪੇਸ਼ ਕੀਤੀ ਤੇ ਚਿੱਠੀਆਂ ਲਿਖ ਰਹੇ ਨੇ। ਕਿਹੜੀਆਂ ਕਿਤਾਬਾਂ ਨੇ, ਕਾਹਦੇ ਲਈ ਲਿਖ ਰਹੇ ਨੇ? ਇਹ NCERT ਦੀਆਂ ਕਿਤਾਬਾਂ ਨੇ ਜੀ, ਜਿਹੜੀਆਂ ਸਿਲੇਬਸ ਦੇ ਵਿੱਚ ਲਾਈਆਂ ਹੋਈਆਂ ਨੇ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ। ਔਰ NCERT ਦੀਆਂ ਜਿਹੜੀਆਂ ਕਿਤਾਬਾਂ ਲਾਈਆਂ ਹੋਈਆਂ ਨੇ ਉਹ ਕਿਤਾਬਾਂ ਦੇ ਮੂਹਰੇ ਲਿਖਿਆ ਹੁੰਦਾ ਵੀ ਲੇਖਕ ਫਲਾਨਾ ਸਿੰਘ ਜਾਂ ਲੇਖਕ ਫਲਾਨਾ, ਜਾਂ ਇਹ ਲਿਖਿਆ ਹੁੰਦਾਗਾ ਕਿ ਇਹਨਾਂ ਦੇ ਸਹਿਯੋਗ ਦੇ ਨਾਲ, ਜਾਂ ਮੁੱਖ ਸਲਾਹਕਾਰ, ਮੁੱਖ ਸਲਾਹਕਾਰ ਨੇ। ਹੁਣ ਉਹਦੇ 'ਚ ਦੋ ਜਿਹੜੇ ਚੋਟੀ ਦੇ ਸਿੱਖਿਆ ਮਾਹਰ ਨੇ ਉਹਨਾਂ ਨੇ ਚਿੱਠੀ ਲਿਖੀ, ਪਹਿਲਾਂ ਜੋਗਿੰਦਰ ਜਾਦਵ ਤੇ ਸੁਹਾਸ ਪਾਲਸੀਕਰ ਨੇ। ਉਸ ਤੋਂ ਬਾਅਦ 33 ਹੋਰ ਚੋਟੀ ਦੇ ਜਿਹੜੇ ਸਿੱਖਿਆ ਮਾਹਰ ਨੇ ਜਿਨ੍ਹਾਂ ਦੇ ਵਿੱਚ ਵਾਈਸ ਚਾਂਸਲਰ ਰਹੇ ਨੇ, ਉਹਨਾਂ ਨੇ ਵੀ ਚਿੱਠੀਆਂ ਨੇ ਜਿਹੜੀਆਂ ਉਹ ਲਿਖੀਆਂ ਨੇ। ਔਰ ਚਿੱਠੀਆਂ ਲਿਖ ਕੇ ਉਹਨਾਂ ਨੇ ਕਿਹਾਗਾ ਜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਕਾਂਤੀ ਪ੍ਰਸਾਦ ਵਾਜਪਾਈ ਵੀ ਨੇ, ਬਹੁਤ ਸਾਰੇ ਹਿਸਟੋਰੀਅਨ ਵੀ ਨੇ, ਬਹੁਤ ਸਾਰੇ ਜਿਹੜੇ ਵਾਈਸ ਚਾਂਸਲਰ ਰਹੇ ਨੇ। ਅੱਜ ਕੋਈ ਕਿਸੇ ਹੋਰ, ਜਿਵੇਂ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਵਾਈਸ ਡੀਨ ਵਜੋਂ ਸੇਵਾਵਾਂ ਨਿਭਾ ਰਹੇ ਨੇ, ਪਹਿਲਾਂ ਇੱਥੇ ਵਾਈਸ ਚਾਂਸਲਰ ਰਹੇ ਨੇ, ਉਹਨਾਂ ਨੇ ਵੀ ਉਹ ਜਿਹੜੀ ਚਿੱਠੀ ਲਿਖੀ ਉਹ ਬੜੀ ਅਹਿਮ ਆ। ਗਿੱਲ ਸਾਹਿਬ, ਉਹ ਸਿੱਖਿਆ ਸ਼ਾਸਤਰੀ ਕਹਿੰਦੇ ਚਿੱਠੀ ਲਿਖ ਕੇ ਕਿ ਅਸੀਂ ਜਿਹੜੀਆਂ ਕਿਤਾਬਾਂ NCERT ਦੇ ਵਿੱਚ ਲਿਖੀਆਂ, ਜਾਂ NCERT ਨੂੰ ਜਿਹੜੀਆਂ ਉਹ ਸਲਾਹ ਦਿੱਤੀ ਹੈ ਐਜੂਕੇਸ਼ਨ ਸਿਸਟਮ 'ਚ ਜਿਹੜੀਆਂ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਸੀ ਉਹਨਾਂ ਦੇ ਤਾਂ ਤੁਸੀਂ ਸਿਲੇਬਸ ਹੀ ਬਦਲ ਤੇ ਚੱਕ ਕੇ, ਵਿੱਚੋਂ ਚੈਪਟਰ ਹੀ ਚੱਕ ਤੇ, ਫਾਇਰੀ ਚੱਕ ਤੇ, ਔਰ ਲਿਆ ਕੇ ਨਵੇਂ ਬਾੜ ਤੇ ਭਗਵਾਂਕਰਨ ਕੀਤਾ ਜਾ ਰਿਹਾ ਹੈ ਐਜੂਕੇਸ਼ਨ ਦਾ। ਔਰ ਲੋਕਤੰਤਰ, ਜਮਹੂਰੀ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਨਗੌਲਿਆਂ ਕੀਤਾ ਜਾ ਰਿਹਾ। ਉਹ ਕਹਿੰਦੇ ਫਿਰ ਸਾਡੇ ਨਾਂ ਕਿਉਂ ਵਰਤੇ ਜਾ ਰਹੇ ਨੇ? ਚਿੱਠੀ ਲਿਖ ਕੇ ਉਹਨਾਂ ਨੇ ਕਿਹਾ ਕਿ ਸਾਡੇ ਨਾਂ ਕੱਟ ਦਿਓ ਫਿਰ ਇਹਦੇ ਚੋਂ, ਜੇ ਤੁਸੀਂ ਇਹ ਕੁਛ ਕਰਨਾ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਜਦੋਂ ਦੇਸ਼ ਦੇ
ਉਹ ਸਿੱਖਿਆ ਸ਼ਾਸਤਰੀ ਜਿਨ੍ਹਾਂ ਨੇ ਸਲਾਹ ਦੇ ਨਾਲ ਕਿਤਾਬਾਂ ਲਿਖੀਆਂ ਗਈਆਂ, ਜਿਨ੍ਹਾਂ ਦੇ ਨਾਲ ਸਿਲੇਬਸ ਬਣੇ, ਅੱਜ ਜਦੋਂ ਤੁਸੀਂ ਮਿਥਿਹਾਸ ਨੂੰ ਲਿਆ ਕੇ ਵਿੱਚ ਵਾੜ ਰਹੇ ਹੋ ਤਾਂ ਉਦੋਂ ਫਿਰ ਉਹ ਕਹਿੰਦੇ ਇਸ ਦਾ ਮੂਲ ਉਦੇਸ਼ ਆ ਜਿਹੜਾ ਉਹ ਭਾਰਤ ਦੇ ਆਜ਼ਾਦੀ ਸੰਘਰਸ਼, ਸੰਵਿਧਾਨਕ ਢਾਂਚੇ, ਲੋਕਤੰਤਰ ਦੇ ਕੰਮਕਾਜ ਤੇ ਭਾਰਤੀ ਰਾਜਨੀਤੀ ਦੇ ਅਹਿਮ ਪੱਖਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਘਟਨਾਵਾਂ ਤੇ ਰਾਜਨੀਤੀ ਵਿਗਿਆਨ ਦੇ ਸਿਧਾਂਤਕ ਤੱਥਾਂ ਨੂੰ ਜੋੜਨਾ ਸੀ। ਪਰ ਉਹ ਕਹਿੰਦੇ ਹੋ ਕੀ ਰਿਹਾ? ਹੋ ਇਹ ਰਿਹਾਗਾ ਕਿ ਮਿਥਿਹਾਸ ਵਾੜਿਆ ਜਾ ਰਿਹਾ ਹੈ ਔਰ ਵਿਗਾੜਿਆ ਜਾ ਰਿਹਾ ਹੈ ਹਿਸਟਰੀ ਨੂੰ, ਔਰ ਹਿੰਦੂ ਮੁਸਲਿਮ ਏਕਤਾ ਦੀ ਜਿਹੜੀ ਧਾਰਨਾ ਲੈ ਕੇ ਚੱਲੇ ਸੀ ਉਹਨੂੰ ਹਿੰਦੂ ਕੱਟੜਵਾਦੀਆਂ ਨੂੰ ਜਿਹੜਾ ਭੜਕਾਇਆ ਤੇ ਸੰਘ ਜਿਹੀਆਂ ਜਥੇਬੰਦੀਆਂ ਦੇ ਜਿਹੜਾ ਮਸਲਾ ਗਾ ਉਹਨੂੰ ਉਭਾਰਿਆ ਜਾ ਰਿਹਾ ਹੈ। ਤਾਂ ਇਸ ਕਰਕੇ ਉਹਨਾਂ ਨੇ ਚਿੱਠੀ ਲਿਖੀ ਆ ਜੀ। ਅੱਛਾ, ਹੁਣ ਇਹ ਦੱਸਿਓ ਵੀ ਫਰੀਦਕੋਟ ਦਾ ਕਿਹੜਾ ਵਿਧਾਇਕ ਸੀ ਜਿਹੜਾ ਅੱਗ ਬੁਝਾਉਣ ਜਾ ਰਿਹਾ ਸੀ ਅਮਲੇ ਦੇ ਨਾਲ, ਤੇ ਪਾਇਲਟ ਜਿਪਸੀ ਕਿਹਨਾਂ ਤੇ ਚੜੀ? ਦੇਖੋ, ਇਹ ਗੁਰਦਿੱਤ ਸਿੰਘ ਸੇਖੋਂ ਹੈ, ਫਰੀਦਕੋਟ ਦਾ MLA। ਉਹਦੀ ਜਿਹੜੀ ਸਿਕਿਉਰਿਟੀ 'ਚ ਲੱਗੀ ਹੋਈ ਪਾਇਲਟ ਜਿਪਸੀ ਹੈ, ਉਹਨੇ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੋਂ ਟੱਕਰ ਮਾਰਤੀ। ਔਰ ਮੰਦਭਾਗੀ ਗੱਲ ਇਹ ਹੋਈ ਕਿ ਟੱਕਰ ਮਾਰਨ ਦੇ ਨਾਲ ਉਹ ਦੋਨੇ ਡਿੱਗ ਪਏ ਔਰ ਉੱਥੋਂ ਪਾਇਲਟ ਜਿਪਸੀ ਵਾਲੇ ਜਿਹੜੇ ਸਿਕਿਉਰਿਟੀ ਵਾਲੇ ਸੀ, ਡਰਾਈਵਰ ਸੀ, ਉਹ ਗੱਡੀ ਛੱਡ ਕੇ ਭੱਜ ਗਏ। ਉਹਨਾਂ ਨੂੰ ਚੱਕ ਕੇ ਹਸਪਤਾਲ ਨਹੀਂ ਪਹੁੰਚਾਇਆ। ਉਹਨਾਂ ਦੀ ਉੱਥੇ ਤੜਫਦਿਆਂ ਹੋਇਆਂ ਦੀ ਮੌਤ ਹੋ ਗਈ। ਉਹਨਾਂ ਦੇ ਜਾਣਕਾਰ ਉੱਥੇ ਆਏ, ਉਹਨਾਂ ਨੇ ਚੱਕ ਕੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਫਿਰ MLA ਸਾਹਿਬ ਵੀ ਆ ਗਏ, ਗੁਰਦਿੱਤ ਸਿੰਘ ਸੇਖੋਂ। ਹੁਣ ਸਵਾਲ ਜਿਹੜਾ ਸਭ ਤੋਂ ਅਹਿਮ ਤਾਂ ਇਹ ਹੈ ਵੀ MLA ਦੀ ਸਿਕਿਉਰਿਟੀ 'ਚ ਜਿਪਸੀ ਲਾਉਣ ਦੀ ਕੀ ਲੋੜ ਹੈ? MLA ਨੂੰ 2-3 ਗਨਮੈਨ ਮੰਨ ਲਓ ਚਾਹੀਦੇ ਆ, ਅਸਲ ਤਾਂ ਲੋੜ ਹੀ ਨਹੀਂ। ਉਦੋਂ ਤਾਂ ਕਹਿੰਦੇ ਸੀ ਪੋਲਟਰੀ ਫਾਰਮ ਖੋਲ ਲਓ ਜੇ ਡਰ ਲੱਗਦਾ। ਜੇ MLA ਨੂੰ 2-3 ਗਨਮੈਨ ਚਾਹੀਦੇ, ਉਹਦੀ ਗੱਡੀ 'ਚ ਬੈਠਣ, MLA ਦੀ 'ਚ 10-10 ਜਣਿਆਂ ਦੇ ਬੈਠਣ ਵਾਲੀਆਂ, 8-8 ਜਣਿਆਂ ਦੇ ਬੈਠਣ ਵਾਲੀਆਂ ਗੱਡੀਆਂ ਨੇ ਇਹਨਾਂ ਕੋਲੇ ਵੱਡੀਆਂ, ਤੇ ਨਾਲ ਪਾਇਲਟ ਜਿਪਸੀ ਚਲਾਉਣ ਦਾ ਕੀ ਮਤਲਬ? ਪਾਇਲਟ ਜਿਪਸੀ ਚਲਾਉਣ ਦਾ ਮਤਲਬ ਆਗਾ ਕਿ ਉਹਨੂੰ ਗਨਮੈਨ 3 ਤੋਂ ਵੱਧ ਹੋਣਗੇ। ਦੂਜੀ ਗੱਲ, ਪਾਇਲਟ ਜਿਪਸੀ ਸਰਕਾਰੀ ਹੁੰਦੀ ਹੈ, ਉਹਦਾ ਤੇਲ ਸਰਕਾਰੀ ਖਜ਼ਾਨੇ 'ਚੋਂ ਆਉਂਦਾ ਹੈ। ਅਗਲੀ ਗੱਲ, ਇਹਦਾ ਮਤਲਬ ਇਹ ਹੈਗਾ ਕਿ MLA ਕੋਲੇ ਪਾਇਲਟ ਜਿਪਸੀਆਂ ਕਦੋਂ ਤੋਂ ਆ ਗਈਆਂ? ਇਹ ਤਾਂ ਮੰਤਰੀਆਂ ਕੋਲੇ ਹੁੰਦੀਆਂ ਸੀਗੀਆਂ। ਠੀਕ ਆ, ਅਕਾਲੀ ਕਾਂਗਰਸੀ MLA ਵੀ ਲਈ ਫਿਰਦੇ ਸੀ, ਉਹ ਤਾਂ ਹਲਕਾ ਇੰਚਾਰਜ ਵੀ ਦੱਬੀ ਫਿਰਦੇ ਸੀ। ਤਾਂ ਉਸੇ ਗੱਲ ਤੋਂ ਤਾਂ ਬਦਲਾ ਲਿਆਂਦਾ ਸੀ ਆਪਾਂ। ਸੋ ਇਸ ਕਰਕੇ ਬੜਾ ਅਹਿਮ ਮਸਲਾ ਇਹ ਹੈਗਾ ਕਿ MLA ਨਾਲ ਜਿਪਸੀ ਚੱਲਣ ਦਾ ਕੋਈ ਮਤਲਬ ਨਹੀਂ। ਦੂਜੀ ਗੱਲ ਇਹ ਹੈ ਕਿ ਜਿਹੜੀਆਂ ਜਿਪਸੀਆਂ ਨੇ, ਇਹ ਜਿਪਸੀਆਂ ਤੋਂ ਹੁਣ ਜਿਹੜੀਆਂ ਵਿਧਾਇਕਾਂ ਕੋਲੇ, ਮੰਤਰੀਆਂ ਕੋਲੇ ਗੱਡੀਆਂ ਨੇ, ਉਹ ਬੜੀਆਂ ਅੱਜ ਕੱਲ੍ਹ ਦੀਆਂ ਹਾਈਟੈਕ ਗੱਡੀਆਂ ਨੇ, ਬਹੁਤ ਭੱਜਦੀਆਂ ਨੇ, ਉਹ ਰੁਕ ਵੀ ਛੇਤੀ ਜਾਂਦੀਆਂ, ਕੰਟਰੋਲ ਵੀ ਛੇਤੀ ਹੁੰਦੀਆਂ। ਜਿਪਸੀਆਂ ਨੇ ਜਿਹੜੀਆਂ, ਇਹ ਮਾਡਲ ਪੁਰਾਣੇ ਨੇ, ਇਹ ਰੁਕਦੀਆਂ ਵੀ ਛੇਤੀ ਨਹੀਂ ਹੈਗੀਆਂ ਔਰ ਭੱਜਦੀਆਂ ਵੀ ਵਾਲੀਆਂ ਨੇ। ਇੱਕ ਗੱਲ ਇਹ ਹੈ ਕਿ ਜਿਹੜੇ ਸੱਤਾਧਾਰੀ ਧਿਰ ਹੁੰਦੀ ਆ, ਉਹਦੇ ਚਲੋ ਜਿਹੜੇ ਮੰਤਰੀ ਹੁੰਦੇ ਨੇ, ਵਿਧਾਇਕ ਹੁੰਦੇ ਨੇ, ਲੀਡਰ ਹੁੰਦੇ ਨੇ, ਉਹਨਾਂ ਨੂੰ ਤਾਂ ਫਤੂਰ ਹੁੰਦਾ ਹੀ ਹੈ ਸੱਤਾ ਦਾ। ਜਿਹੜੇ ਉਹਨਾਂ ਨਾਲ ਚੱਲਣ ਵਾਲੇ ਹੁੰਦੇ ਨੇ, ਨਾਲ ਫਿਰਨ ਵਾਲੇ ਹੁੰਦੇ ਨੇ, ਜਾਂ ਸਿਕਿਉਰਿਟੀ 'ਚ ਲੱਗੇ ਹੁੰਦੇ ਨੇ, ਜਾਂ ਡਰਾਈਵਰ ਹੁੰਦੇ ਨੇ, ਉਹਨਾਂ ਨੂੰ ਵੀ ਸੱਤਾ ਦਾ ਫਤੂਰ ਹੁੰਦਾ। ਉਹ ਵੀ ਜ਼ਾਹਰ ਹੁੰਦਾ ਵੀ ਛੱਡ ਕੇ ਜਾਣ ਦਾ ਕੀ ਮਤਲਬ? ਜੇ ਚਲੋ ਹਾਦਸਾ ਹੋ ਗਿਆ, ਹਾਦਸਾ ਕਿਸੇ ਵੀ ਨਾਲ ਵੀ ਕਿਸੇ ਵੀ ਸਮੇਂ ਵਾਪਰ ਸਕਦਾ, ਛੱਡ ਗਏ, ਘੱਟੋ ਘੱਟ ਉਹਨਾਂ ਨੂੰ ਚੱਕ ਕੇ ਹਸਪਤਾਲ ਤਾਂ ਲਿਜਾਣ ਦੀ ਜ਼ਰੂਰਤ ਹੈ ਨਾ। ਛੱਡ ਕੇ ਜਾਣਾ ਤਾਂ ਬਿਲਕੁਲ ਹੀ ਮਾੜੀ ਗੱਲ ਹੈ। ਉਦੋਂ ਬਾਅਦ ਲੋਕਾਂ ਨੇ ਉੱਥੇ ਜਾਮ ਲਾਤਾ ਸੀਗਾ ਜੀ। ਹੁਣ ਡਰਾਈਵਰ ਖਿਲਾਫ ਕੇਸ ਦਰਜ ਹੋ ਗਿਆ, ਜਿਪਸੀ ਵਾਲੇ ਖਿਲਾਫ। ਹੋਣਾ ਵੀ ਬਣਦਾ ਸੀ। ਛੱਡ ਕੇ ਜਾਣ ਦਾ ਤਾਂ ਕੋਈ ਮਤਲਬ ਨਹੀਂ। ਚਲੋ ਹਾਦਸਾ ਤਾਂ ਕਿਸੇ ਨਾਲ ਵੀ ਵਾਪਰ ਸਕਦਾ ਜੀ। ਅੱਛਾ ਜੀ, ਗੁਜਰਾਤ ਦੇ ਵਿੱਚ 2002 ਦੇ ਦੰਗਿਆਂ ਦੇ ਦੌਰਾਨ ਜਿਹੜੇ ਕਤਲ ਹੋਏ, ਉਹਦੇ 'ਚ ਮੁਲਜ਼ਮ ਅਦਾਲਤ ਨੇ ਬਰੀ ਕਰ ਦਿੱਤੇ। ਇਹ ਕੀ ਖਬਰ ਹੈ ਜੀ? ਜੀ ਗਿੱਲ ਸਾਹਿਬ, 2002 ਦੇ ਵਿੱਚ ਜਦੋਂ ਦੰਗੇ ਹੋਏ ਸੀ ਗੁਜਰਾਤ ਦੇ ਵਿੱਚ, ਅਯੁੱਧਿਆ ਤੋਂ ਜਦੋਂ ਕਾਰ ਸੇਵਕਾਂ ਨੂੰ ਵਾਪਸ ਲਿਆ ਰਹੀ ਰੇਲ ਗੱਡੀ ਦੇ ਡੱਬੇ ਨੂੰ ਅੱਗ ਲੱਗੀ, 58 ਵਿਅਕਤੀਆਂ ਦੀ ਮੌਤ ਹੋਈ। ਉਦੋਂ ਬਾਅਦ ਵੱਡੀ ਪੱਧਰ ਤੇ ਹਿੰਸਾ ਹੋਈ, ਆਪਾਂ ਨੂੰ ਪਤਾ ਹੈ। ਵਡੋਦਰਾ, ਜਿਹੜਾ ਬੜੌਦਾ ਸ਼ਹਿਰ ਕਿਹਾ ਜਾਂਦਾ ਹੈ, ਉੱਥੇ ਇੱਕ ਬੈਸਟ ਬੇਕਰੀ ਦੇ ਵਜੋਂ ਜਾਣਿਆ ਜਾਂਦਾ ਹੈ, ਬੇਕਰੀ ਵਾਲੀ ਦੁਕਾਨ ਸੀਗੀ, ਉਹਨੂੰ ਸ਼ੇਖ ਪਰਿਵਾਰ ਚਲਾਉਂਦਾ ਸੀ। ਉੱਥੇ ਅੱਗ ਲਾਤੀ। ਉਹਦੇ 'ਚ ਮੁਸਲਮਾਨ ਭਾਈਚਾਰੇ ਦੇ 11 ਤੇ ਹਿੰਦੂ ਭਾਈਚਾਰੇ ਦੇ 3 ਵਿਅਕਤੀ ਮਾਰੇ ਗਏ ਉਹ ਅੱਗ ਲੱਗਣ ਦੇ ਨਾਲ। ਉਹਦੇ 'ਚ ਮੁਕੱਦਮਾ ਚੱਲਿਆ। ਮੁਕੱਦਮੇ 'ਚ ਪਹਿਲਾਂ ਤਾਂ ਸਾਰੇ ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਬਰੀ ਕਰਤਾ ਔਰ ਉਦੋਂ ਇਹ ਦੋਸ਼ ਲੱਗੇ ਸੀ ਕਿ ਗਵਾਹਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਬਿਆਨਾਂ ਤੋਂ ਮੁਕਰਾਇਆ ਗਿਆ, ਜਿਹਦੇ ਕਰਕੇ ਉਹ ਬਰੀ ਹੋਏ। ਈਵਨ ਜਿਹਦੀ ਬੇਕਰੀ ਸੀ ਉਹਨਾਂ ਦਾ ਮੁੰਡਾ ਵੀ ਜਿਹੜਾ ਬਿਆਨਾਂ ਤੋਂ ਬਦਲ ਗਿਆ ਸੀ। ਉਦੋਂ ਬਾਅਦ ਮਸਲਾ ਗਾ ਜਿਹੜਾ ਸੁਪਰੀਮ ਕੋਰਟ ਗਿਆ
ਫਿਰ ਇਹ ਹੋਇਆ ਕਿ ਇਸ ਕੇਸ ਵੀ ਡਰਾਇਆ ਗਿਆਗਾ ਗਵਾਹਾਂ ਨੂੰ, ਇਹਦੀ ਤਫਤੀਸ਼ ਦੁਬਾਰੇ ਕੀਤੀ ਜਾਵੇ, ਮੁਕੱਦਮਾ ਗੁਜਰਾਤ ਤੋਂ ਬਾਹਰ ਚੱਲੇ। ਫਿਰ ਇਹ ਮੁਕੱਦਮਾ ਮਹਾਰਾਸ਼ਟਰ ਦੀ ਇੱਕ ਅਦਾਲਤ 'ਚ ਚੱਲਿਆ, ਉੱਥੇ 9 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਉਦੋਂ ਬਾਅਦ ਬੰਬੇ ਹਾਈ ਕੋਰਟ ਗਿਆ ਮਸਲਾ 2012 ਦੇ ਵਿੱਚ, ਫਿਰ 4 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਉਹਨੇ ਬਰਕਰਾਰ ਰੱਖੀ। ਇਹ ਸਾਰੇ ਮਸਲੇ ਦੇ ਵਿੱਚ 2002 ਦੀ ਗੱਲ ਹੈ, ਇਹ 12 'ਚ ਜਾ ਕੇ ਹਾਈ ਕੋਰਟ ਦੇ ਵਿੱਚ ਵੀ 4 ਜਣਿਆਂ ਦੀ ਸਜ਼ਾ ਬਰਕਰਾਰ ਰਹਿੰਦੀ ਹੈ। 2002 ਤੋਂ 13 ਤੱਕ 2 ਬੰਦੇ ਇਸ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਸੀ, ਹਰਸ਼ਦ ਸਲੰਕੀ ਤੇ ਮਫਦ ਗੋਹਿਲ, ਉਹ ਦੋਨੇ ਗ੍ਰਿਫਤਾਰ ਹੀ ਨਹੀਂ ਹੋਏ 11 ਸਾਲ। ਦੇਖੋ ਕਿੱਡੀ ਵੱਡੀ ਗੱਲ ਹੈ ਇਹ। 2013 ਦੇ ਵਿੱਚ ਜਾ ਕੇ ਉਹ ਬੰਦੇ ਗ੍ਰਿਫਤਾਰ ਕਰਦੇ ਆ 2। ਫਿਰ 19 ਚ ਉਹਨਾਂ ਤੇ ਮੁਕੱਦਮਾ ਸ਼ੁਰੂ ਹੁੰਦਾ। ਹੁਣ ਉਹਨਾਂ ਨੂੰ ਮੁੰਬਈ ਦੀ ਅਦਾਲਤ ਨੇ ਜਿਹੜਾ ਬਰੀ ਕਰਤਾ। ਔਰ ਵੱਡੀ ਗੱਲ ਇਹ ਵੀ ਹੈ ਕਿ ਜਿਹੜੇ 2002 ਤੋਂ 13 ਤੱਕ ਉਹ ਭਗੌੜੇ ਰਹੇ, 2007 ਦੇ ਵਿੱਚ ਜਿਹੜੇ ਅਜਮੇਰ ਸ਼ਰੀਫ ਦੇ ਵਿੱਚ ਧਮਾਕੇ ਹੋਏ ਸੀ, ਉਹ ਚ ਵੀ ਇਹ ਬੰਦੇ ਨੇ ਜਿਹੜੇ ਉਹ ਮੁਲਜ਼ਮ ਸੀ। ਤਾਂ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਬੰਦੇ 2002 ਤੋਂ 11 ਤੱਕ ਫਰਾਰ ਰਹੇ, 13 ਤੱਕ, 13 ਚ ਜਾ ਕੇ ਗ੍ਰਿਫਤਾਰ ਹੁੰਦੇ ਨੇ ਔਰ ਉਸ ਤੋਂ ਬਾਅਦ ਕੇਸ ਚੱਲਦਾ ਤੇ ਉਹਨਾਂ ਨੂੰ ਹੁਣ ਅਦਾਲਤ ਦੇ ਵਿੱਚੋਂ ਫਿਰ ਬਰੀ ਹੋ ਜਾਂਦੇ ਨੇ। ਸੋ ਇਹ ਨਿਆਂ ਪ੍ਰਣਾਲੀ ਦੇ ਉੱਤੇ ਵੀ ਸਵਾਲ ਖੜਾ ਹੁੰਦਾ ਹੈ। 2002 ਦੇ ਵਿੱਚ ਜੋ ਹੋਇਆ ਉਹਦੇ ਅੱਜ ਤੱਕ ਵੀ ਜ਼ਖਮ ਨੇ ਜਿਹੜੇ ਉਹ ਹਰੇ ਹੁੰਦੇ ਨੇ। ਸੋ ਇੱਕ ਪਾਸੇ 1984 ਦਾ ਇਨਸਾਫ ਦੇਣ ਦੀ ਗੱਲ ਕਰਦੇ ਨੇ, ਲੇਕਿਨ ਦੂਜੇ ਪਾਸੇ 2002 ਦੇ ਜਿਹੜੇ ਦੰਗੇ ਹੋਏ ਨੇ ਉਹਦੇ ਵਿੱਚ ਇਨਸਾਫ ਮਿਲ ਨਹੀਂ ਰਿਹਾ। ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਕੋਈ ਇੱਕ ਨਵੀਂ ਹੋਰ ਫਲਾਈਟ ਚੱਲੀ ਹੈ ਜੀ ਕੁਆਲਾਲੰਪਰ ਤੋਂ? ਜੀ ਗਿੱਲ ਸਾਹਿਬ, ਇਹ ਕੁਆਲਾਲੰਪਰ ਤੋਂ ਫਲਾਈਟ ਚੱਲਣ ਜਾ ਰਹੀ ਹੈ। ਇਹ ਪਹਿਲਾਂ ਇੱਕ ਵਾਰ ਚੱਲਦੀ ਹੁੰਦੀ ਸੀਗੀ, ਉਦੋਂ ਬਾਅਦ ਬੰਦ ਹੋ ਗਈ ਸੀ, ਫਿਰ ਉਦੋਂ ਬਾਅਦ ਕੋਵਿਡ ਆ ਗਿਆ, ਫਿਰ ਬਿਲਕੁਲ ਹੀ ਬੰਦ ਰਹੀ। ਇਹ ਜਿਹੜੀ ਫਲਾਈਟ ਹੈ ਬੜੀ ਅਹਿਮ ਦੱਸੀ ਜਾਂਦੀ ਹੈ, ਕਿਉਂਕਿ ਇਹ ਜਿਹੜੀ ਕੁਆਲਾਲੰਪਰ ਨੂੰ ਚੱਲਿਆ ਕਰੂ, ਇਹ ਹਫ਼ਤੇ 'ਚ 4 ਦਿਨ ਚੱਲਿਆ ਕਰਨੀ ਹੈ ਔਰ ਇਹ ਅੱਗੇ ਜਾ ਕੇ ਉੱਥੋਂ ਕੁਆਲਾਲੰਪਰ ਤੋਂ ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਮੁਲਕਾਂ ਨੂੰ ਜੋੜਿਆ ਕਰੂਗੀ। ਸੋ ਇਹ ਇੱਕ ਵੱਡੀ ਜਿਹੜੀ ਗੱਲ ਹੈਗੀ ਉਹ ਦੱਸੀ ਜਾ ਰਹੀ ਹੈਗੀ ਕਿ ਇਹਦੇ ਨਾਲ ਇੱਕ ਵੱਡੀ ਖੁਸ਼ਖਬਰੀ ਹੋਊਗੀ ਔਰ ਵੱਡੀ ਰਾਹਤ ਆ ਜਿਹੜੀ ਲੋਕਾਂ ਨੂੰ ਮਿਲੂਗੀ ਔਰ ਇਹਦੇ ਨਾਲ ਹਵਾਈ ਯਾਤਰਾ ਕਰਨ ਵਾਲਿਆਂ ਨੂੰ ਸੌਖਾ ਹੋ ਜਾਊਗਾ। ਵੀ 4 ਦਿਨ ਇਹ ਮਲੇਸ਼ੀਆ ਦੇ ਕੁਆਲਾਲੰਪਰ ਜਾਇਆ ਕਰੂਗੀ, ਉੱਥੋਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਨੂੰ, ਸਿਡਨੀ ਨੂੰ, ਪਰਥ ਨੂੰ, ਗੋਲਡ ਕੋਸਟ ਨੂੰ ਇਹ ਮਿਲਾਇਆ ਕਰੂਗੀ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ ਨੂੰ ਵੀ ਮਿਲਾਇਆ ਕਰੂਗੀ ਔਰ ਹੋਰ ਕਈ ਏਸ਼ੀਆ ਦੇ ਮੁਲਕਾਂ ਤੱਕ ਜਿਹੜੀ ਉੱਥੋਂ ਆਉਣ ਜਾਣ ਸਿੱਧਾ ਹੋ ਜਾਊ। ਜੀ ਲਓ ਜੀ, ਸੋਮਵਾਰ ਨੂੰ ਦੁਬਾਰਾ ਸਾਂਝ ਪਵੇਗੀ, ਆਪਣਾ ਖਿਆਲ ਰੱਖਿਓ। ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਰ ਨਮਕਿਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ। ਥਿੰਕ ਇੰਸ਼ੋਰੈਂਸ ਤੋਂ ਅਮਨਦੀਪ ਕੌਰ ਜੀ ਮੇਰੇ ਨਾਲ ਗੱਲਬਾਤ ਕਰਨਗੇ। ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਹਰ 2 ਹਫ਼ਤਿਆਂ ਬਾਅਦ ਥਿੰਕ ਇੰਸ਼ੋਰੈਂਸ ਦੀ ਇਹ ਸੈਗਮੈਂਟ ਹੁੰਦੀ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਮਨਦੀਪ ਕੌਰ ਜੀ ਸਵਾਗਤ, ਸਤਿ ਸ੍ਰੀ ਅਕਾਲ। ਧੰਨਵਾਦ ਹਰਜੀਤ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਥਿੰਕ ਇੰਸ਼ੋਰੈਂਸ ਦੀ ਟੀਮ ਵੱਲੋਂ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਫਾਦਰਸ ਡੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਤੁਹਾਨੂੰ ਵੀ ਬਹੁਤ ਬਹੁਤ। ਤੇ ਇਹ ਕੁਛ ਪਿਛਲੇ ਸਾਲਾਂ ਤੋਂ ਨਾ ਜੀ ਜਿਹੜੀ ਐਕਸਟੈਂਡਰਡ ਹੈਲਥ ਗਰੁੱਪ ਪੈਕੇਜ ਹੈ ਇਹ ਸ਼ੁਰੂ ਹੋਇਆ, ਜਿਸ ਨੇ ਜ਼ਿੰਦਗੀ ਬੜੀ ਸੌਖੀ ਕੀਤੀ ਹੈ ਕਾਮਿਆਂ ਦੀ। ਤੇ ਇਸ ਦੇ ਬਾਰੇ ਹੋਰ ਜਾਣਕਾਰੀ ਦਿਓ ਬਈ ਇਸ ਨੂੰ ਜੇ ਨਾ ਐਮਪਲੋਇਰ ਕਰਨਾ ਚਾਹੇ, EMPLOYEE ਜਿਹੜੇ ਨੇ ਉਹ ਇਕੱਠੇ ਹੋ ਕੇ ਵੀ ਇਸ ਦੀ ਕਵਰੇਜ ਕਰ ਸਕਦੇ ਆ? ਬਿਲਕੁਲ, ਹਾਂਜੀ ਹਰਜੀਤ ਜੀ। ਸੋ ਐਕਸਟੈਂਡਡ ਹੈਲਥ ਦਾ ਆਪਾਂ ਮੈਡੀਕਲ ਗਰੁੱਪ ਬੈਨੀਫਿਟਸ ਪੈਕੇਜ ਦੀ ਜਦੋਂ ਗੱਲ ਕਰਦੇ ਆ ਤਾਂ EMPLOYERS ਵੀ ਆਪਣੇ ਵਧੀਆ EMPLOYEES ਨੂੰ ਰਿਟੇਨ ਕਰਨ ਲਈ ਇਹ ਪੈਕੇਜ ਯੈਸ ਫॉर श्योर ਥਿੰਕ ਇੰਸ਼ੋਰੈਂਸ ਵੀ ਹੈਲਪ ਵਿਦ ਦਿਸ ਆਪਾਂ ਡਿਜ਼ਾਈਨ ਕਰਦੇ ਆ ਇਹ। ਸੋ ਪਹਿਲਾਂ ਹੁੰਦਾ ਸੀ ਕਿ ਚਲੋ ਗੋਰਿਆਂ ਨਾਲ ਕੰਮ ਕਰਦੇ ਆ ਤਾਂ ਹੀ ਬੈਨੀਫਿਟਸ ਮਿਲਦੇ ਸੀ, ਬਟ ਹੁਣ ਆਪਣੀ ਕਮਿਊਨਿਟੀ ਵਿੱਚ ਵੀ ਬਹੁਤ EMPLOYERS ਡਿਜ਼ਾਈਨ ਕਰਵਾਉਂਦੇ ਆ। ਸੋ ਡਜ਼ਨਟ ਮੈਟਰ ਵੀ ਜੇ 100+ EMPLOYEES ਵੀ ਹੈਗੇ ਆ ਜਾਂ ਲੈਸ ਦੈਨ 5 EMPLOYEES ਵੀ ਹੈਗੇ ਆ ਤਾਂ ਵੀ ਆਪਾਂ ਕਸਟਮ ਬਿਲਡ ਕਰ ਸਕਦੇ ਆ। ਸੋ ਵੀ ਡਿਜ਼ਾਈਨ ਆਲ ਦਾ ਹੈਲਥ ਐਂਡ ਡੈਂਟਲ ਕਵਰੇਜਿਸ ਕਿ ਉਹਨੂੰ ਕਸਟਮਾਈਜ਼ ਕਰ ਸਕਦੇ ਆ, ਕਿੰਨੀ ਕਵਰੇਜ ਚਾਹੀਦੀ ਹੈ, ਕਿੰਨੀ ਪ੍ਰਸਕ੍ਰਿਪਸ਼ਨ ਹੋਵੇ, ਵਿਜ਼ਨ ਕੇਅਰ ਕਿੰਨੀ ਪਾਉਣੀ ਹੈ, ਆਈ ਐਗਜ਼ਾਮ ਜੇ ਐਡ ਕਰਾਉਣਾ ਜਾਂ ਹੋਰ ਹੈਲਥ ਕੇਅਰ ਸਰਵਿਸਿਸ ਹੋ ਜਾਂਦੀਆਂ ਪੈਰਾਮੈਡੀਕਲ ਜਿੱਦਾਂ ਕਾਇਰੋਪ੍ਰੈਕਟਰ ਦੀਆਂ, ਫਿਜ਼ੀਓਥੈਰੇਪੀ ਦੀਆਂ। तो डेंटल भी जे ਆਪਾਂ ਵਿੱਚ ਐਡ ਕਰਾਉਣਾ ਚਾਹੀਏ, ਐਕਸ-ਰੇਜ਼ ਹੋ ਗਏ, ਫਿਲਿੰਗਸ ਹੋ ਗਈਆਂ, ਐਕਸਟ੍ਰੈਕਸ਼ਨਸ ਹੋ ਗਏ, ਜੇ ਮੇਜਰ ਪਵਾਉਣਾ ਚਾਹਾਂਗੇ ਕਰਾਊਨਸ, ਡੈਂਚਰਸ,
ਸੋ ਡਿਪੈਂਡ ਕਰਦਾ ਲਾਈਕ ਆਪਾਂ 80 to 90% ਬਿੱਲ ਦੀ ਕਵਰੇਜ ਕਰਾਉਣੀ ਹੈ, ਜਾਂ ਕੁਝ ਐਕਸੀਡੈਂਟਲ ਡੈਂਟਲ ਹੁੰਦੇ ਆ ਜਿਸ ਵਿੱਚ ਆਪਾਂ 100% ਅਨਲਿਮਿਟਡ ਵੀ ਕਰਵਾ ਸਕਦੇ ਹਾਂ ਜੀ। ਤੇ ਨਾਲ ਹੀ ਜੇ ਲਾਈਕ ਕੋਈ ਆਊਟ ਆਫ ਕੰਟਰੀ ਟਰੈਵਲ ਕਰ ਰਿਹਾ ਤਾਂ ਐਮਰਜੈਂਸੀ ਕੇਅਰ ਜੇ ਕਰਵਾਉਣੀ ਆ, ਲਾਈਕ ਮੋਸਟਲੀ ਸਾਨੂੰ ਕਾਲਸ ਆਉਂਦੀਆਂ ਵੀ ਅਸੀਂ ਆਊਟ ਆਫ ਕੰਟਰੀ ਟਰੈਵਲ ਕਰਨਾ, ਤਾਂ ਅਸੀਂ ਪਹਿਲਾਂ ਇਹ ਪੁੱਛਦੇ ਹਾਂ ਵੀ ਆਪਣੀ ਜੌਬ ਤੋਂ ਕਵਰੇਜ ਹੈ ਤਾਂ ਆਪਾਂ ਨੂੰ ਦੁਬਾਰਾ ਲੈਣ ਦੀ ਲੋੜ ਨਹੀਂ ਆ, ਕਿਉਂਕਿ 100% ਅਨਲਿਮਿਟਡ ਆਪਾਂ ਗਰੁੱਪ ਬੈਨੀਫਿਟਸ ਵਿੱਚ ਡਿਜ਼ਾਈਨ ਕਰ ਸਕਦੇ ਹਾਂ, ਟ੍ਰਿਪ ਕੈਂਸਲੇਸ਼ਨ ਉਹਦੇ ਵਿੱਚ ਐਡ ਕਰਵਾ ਸਕਦੇ ਹਾਂ ਜੀ। ਸੋ ਯੈਸ, ਇਦਾਂ ਦੇ ਹਾਂਜੀ ਆਪਾਂ ਬੈਨੀਫਿਟਸ ਡਿਜ਼ਾਈਨ ਕਰਦੇ ਹਾਂ ਥਿੰਕ ਇੰਸ਼ੋਰੈਂਸ। ਜਿਹੜੀ ਮਨੀ ਬੈਕ ਪਾਲਿਸੀ ਹੈ ਜੀ, ਉਹਨੂੰ ਐਲੈਬੋਰੇਟ ਕਰ ਸਕਦੇ ਹਾਂ, ਹੋਰ ਉਹ ਕੀ ਹੈ ਜੀ? ਬਿਲਕੁਲ ਹਰਜੀਤ ਜੀ, ਸੋ ਇਦਾਂ ਵੀ ਪਹਿਲਾਂ ਤਾਂ ਇੰਸ਼ੋਰੈਂਸ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਆਪਣੇ ਰਿਸਕਸ ਆ, ਜਾਂ ਜਦੋਂ ਇਹੋ ਜਿਹਾ ਕੋਈ ਟਾਈਮ ਆਉਂਦਾ ਇਹ ਪੁੱਛਿਆ ਜਾਂਦਾ ਵੀ ਇੰਸ਼ੋਰੈਂਸ ਹੈਗੀ ਆ, ਸੋ ਪਹਿਲਾਂ ਤਾਂ ਆਪਾਂ ਆਪਣੇ ਬਚਾਅ ਨੂੰ ਦੇਖੀਏ, ਜਿਹੜੇ ਰਿਸਕ ਤੋਂ ਬਚਾਅ ਕਰਨਾ। ਫਿਰ ਜੇ ਮਨੀ ਬੈਕ ਦੀ ਗੱਲ ਕਰੀਏ, ਚਲੋ ਵੀ ਹੈਵ ਸੀਨ ਦਾ ਅਦਰ ਸਾਈਡ ਆਫ ਸਟੋਰੀ ਵੀ ਕਿ ਬਿਹਾਈਂਡ ਦਾ ਸੀਨਸ ਕਿੱਦਾਂ ਹੁੰਦਾ ਹੈ, ਜਿਨ੍ਹਾਂ ਨੇ ਲਈਆਂ ਹੋਈਆਂ ਸੀ ਜਾਂ ਜਿਹੜੇ ਸੋਚਦੇ ਨੇ ਲੈ ਰਹੇ ਨੇ। ਚਲੋ ਜਿੱਥੋਂ ਆਪਾਂ ਆਏ ਆ, ਹਰ ਕੋਈ ਇਹੀ ਸੋਚਦਾ ਵੀ ਸੇਵਿੰਗਸ ਹੋਵੇ, ਹਨਾ, ਇਕੱਠੇ ਹੋਣ, ਸੇਵਿੰਗਸ ਬਚਣ, ਵਾਪਸ ਆਵੇ, ਜਾਂ ਡੀਲਸ ਜਾਂ ਡਿਸਕਾਊਂਟਸ ਵਗੈਰਾ ਵਾਲੀਆਂ ਚੀਜ਼ਾਂ ਤੋਂ ਆਪਾਂ ਦੇਖਦੇ ਹਾਂ ਮਨੀ ਬੈਕ ਵਾਲੇ ਪ੍ਰੋਡਕਟਸ ਦੀ ਗੱਲ ਕਰਦੇ ਹਾਂ। ਪਰ ਇਹ ਜ਼ਰੂਰਤਾਂ ਨਹੀਂ ਹੁੰਦੀਆਂ, ਇਹ ਵੇਚੀਆਂ ਜਾਂਦੀਆਂ ਰਾਦਰ ਦੈਨ ਬੀਇੰਗ ਬੌਟ। ਇਟਸ ਮੋਰ ਲਾਈਕ ਬੀਇੰਗ ਸੋਲਡ, ਰਾਈਟ? ਕਿਉਂਕਿ 90% ਦੀਆਂ ਇਹ ਜ਼ਰੂਰਤਾਂ ਹੀ ਨਹੀਂ ਹੁੰਦੀਆਂ। ਸੋ BC ਵਿੱਚ ਸਟਿਲ ਈਜ਼ੀ ਆ, ਬਟ ਜੇ ਆਪਾਂ ਓਨਟਾਰੀਓ ਦੀ ਗੱਲ ਕਰਦੇ ਆ ਤਾਂ ਉੱਥੋਂ ਦੀ ਜਿਹੜੀ ਰੈਗੂਲੇਸ਼ਨ ਹੈ ਦੇ ਆਰ ਵੈਰੀ ਸਟ੍ਰਿਕਟ। ਉਹ ਇਹਦੇ ਤੇ ਕੁਐਸਚਨਿੰਗ ਕਰਦੇ ਕਿ ਕੰਪਲਿਕੇਟਡ ਪ੍ਰੋਡਕਟਸ ਕਿਉਂ ਆਫਰ ਹੋ ਰਹੇ ਆ, ਕੌਣ ਸੁਪਰਵਾਈਜ਼ ਕਰ ਰਿਹਾ ਇਹਨਾਂ ਨੂੰ, ਕੀ ਇਸ਼ੂਜ਼ ਇਹਨਾਂ ਦੇ ਆ ਰਹੇ ਆ। ਇੰਸ਼ੋਰੈਂਸ ਹੁੰਦੀ ਹੈ ਰਿਸਕ ਕਵਰ ਹੋਣ, ਪ੍ਰੋਟੈਕਟ ਹੋਈਏ ਪਹਿਲਾਂ। ਤੇ ਜੇ ਆਪਾਂ ਮਨੀ ਬੈਕ ਦੀ ਹੀ ਗੱਲ ਕਰਦੇ ਆ ਤਾਂ ਜੇ ਆਪਾਂ ਰੇਟ ਆਫ ਰਿਟਰਨ ਦੇਖੀਏ ਜੀ, ਇੰਸ਼ੋਰੈਂਸ ਵਿੱਚ ਜੇ ਦੇਖਦੇ ਆ ਤੇ ਇਸ ਤੋਂ ਬੈਟਰ ਤਾਂ GIC ਦਾ ਹੈ 5% ਦੇ ਅਰਾਊਂਡ। ਸੋ ਜੇ 20 ਸਾਲ ਆਪਾਂ ਮਨੀ ਦਿੱਤੇ ਵੀ ਆ ਤਾਂ ਇਹ ਦੇਖੀਏ ਵੀ ਆਪਾਂ ਕਿੰਨੀ ਕੁ, ਜੇ ਓਨੀ ਹੀ ਵਾਪਸ ਲੈ ਰਹੇ ਆ ਤਾਂ ਵੀ ਆਪਾਂ ਲਾਸ ਹੀ ਕੀਤਾ ਜੇ ਇਨਫਲੇਸ਼ਨ ਆਪਾਂ 4% ਪਾ ਲਈਏ ਜੀ। ਸੋ ਜੇ ਮਨੀ ਬੈਕ ਹੀ ਆਪਾਂ ਦੇਖਣੀ ਹੈ, ਇਨਵੈਸਟਮੈਂਟ ਦੇ ਆਪਣੇ ਕੋਲ ਹੋਰ ਬਹੁਤ ਵਧੀਆ ਆਪਸ਼ਨਸ ਹੈ। TFSA ਹੋ ਗਿਆ, RRSP ਹੋ ਗਈ। ਸੋ ਉਹਦੇ ਵਿੱਚ ਅਕੋਰਡਿੰਗ ਟੂ ਆਪਣਾ ਜਿਹੜਾ ਰਿਸਕ ਬਿਹੇਵੀਅਰ ਹੁੰਦਾ ਆਪਾਂ ਬੈਟਰ ਰਿਟਰਨ ਲੈ ਸਕਦੇ ਹਾਂ। ਇੰਸ਼ੋਰੈਂਸ ਪਹਿਲਾਂ ਹੁੰਦੀ ਹੈ ਆਪਣੇ ਰਿਸਕ ਦੀ ਪ੍ਰੋਟੈਕਸ਼ਨ ਹੋਵੇ, ਫਿਰ ਆਪਾਂ ਮਨੀ ਬੈਕ ਵਾਲੀਆਂ ਆਪਸ਼ਨਸ ਦੇਖੀਏ। ਅੱਛਾ ਜੀ, ਵਰਕ ਪਰਮਿਟ ਤੇ ਰਿਫਿਊਜੀ ਸਟੇਟਸ ਵਾਲੇ ਜਿੰਨੇ ਵੀ ਬਿਨੇਕਾਰ ਨੇ, ਉਹਨਾਂ ਦੇ ਲਈ ਇੰਸ਼ੋਰੈਂਸ ਦੀ ਕੋਈ ਖਬਰ ਹੈ ਨਵੀਂ? ਬਿਲਕੁਲ ਹਾਂਜੀ, ਬਿਲਕੁਲ ਸੀ ਕਿ ਪਹਿਲਾਂ ਸੀ ਕਿ ਇੰਸ਼ੋਰੈਂਸ ਕੰਪਨੀਜ਼ ਆਫਰ ਨਹੀਂ ਕਰਦੀਆਂ, ਜਾਂ ਹੁਣ ਵੀ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਆਫਰ ਨਹੀਂ ਕਰਦੀਆਂ ਸਟੇਟਸ ਅਕੋਰਡਿੰਗ। ਸੋ ਪਹਿਲਾਂ ਉਹਨਾਂ ਦਾ ਇਹੀ ਕੁਐਸਚਨ ਹੁੰਦਾ ਕਿ ਸਟੇਟਸ ਕੀ ਹੈ, ਸਿਟੀਜ਼ਨ ਆਪਾਂ, PR ਆ। ਬਟ ਕੁਝ ਕੰਪਨੀਜ਼ ਬਹੁਤ ਵਧੀਆ ਆਫਰ ਕਰ ਰਹੀਆਂ ਹੈਗੀਆਂ, ਵਰਕ ਪਰਮਿਟ ਤੇ ਨੇ ਜਾਂ ਕੋਈ ਰਿਫਿਊਜੀ ਸਟੇਟਸ ਤੇ ਨੇ, ਉਹਨਾਂ ਲਈ ਵੀ ਇੰਸ਼ੋਰੈਂਸ ਦੇ ਪ੍ਰੋਡਕਟ। ਸੋ 10 ਤੋਂ 14% ਜਿਹੜੇ ਆਫ ਵਾਲਾ ਆਫਰ ਚੱਲ ਰਿਹਾ, ਡੈਫੀਨੇਟਲੀ ਉਹਦੇ ਵਿੱਚ ਵੀ ਵਰਕ ਪਰਮਿਟ ਤੇ ਰਿਫਿਊਜੀ ਤੇ ਜੋ ਹੈਗੇ ਨੇ ਉਹਨਾਂ ਨੂੰ PR ਹੋਣ ਤੱਕ ਦੀ ਵੇਟ ਕਰਨ ਦੀ ਲੋੜ ਨਹੀਂ ਹੈਗੀ। ਸੋ ਐਂਡ ਆਫ ਜੁਲਾਈ ਤੱਕ ਬਿਲਕੁਲ ਉਹ ਇੱਕ ਛੱਤ ਥੱਲੇ ਜੇ ਆਪਣੇ ਸਾਰੇ ਰਿਸਕ, ਸਾਰੀਆਂ ਲਾਇਬਿਲਿਟੀਜ਼ ਕਵਰ ਕਰਨੀਆਂ, ਤਾਂ ਆਪਣੀਆਂ ਜ਼ਰੂਰਤਾਂ ਦਾ ਐਨਾਲਿਸਿਸ ਕਰਕੇ, ਜਿਹਨੂੰ ਆਪਾਂ ਫਾਈਨੈਂਸ਼ੀਅਲ ਨੀਡਸ ਐਨਾਲਿਸਿਸ ਕਹਿ ਦਿੰਦੇ ਆ, ਜਾਂ ਆਪਾਂ ਦੇਖਦੇ ਹਾਂ ਵੀ ਕਿਉਂ ਆਪਾਂ ਨੂੰ ਇਸ ਚੀਜ਼ ਦੀ ਲੋੜ ਆ, ਉਹ ਚੀਜ਼ਾਂ ਡਿਸਕਲੋਜ਼ ਕਰਦੇ ਆ। ਸੋ ਜੇ ਬੈਂਕ ਤੋਂ ਲਈ ਹੁੰਦੀ ਹੈ ਵੀ ਚਲੋ ਜਦੋਂ ਮਾਰਗੇਜ ਪੇ ਆਫ ਹੋ ਗਈ 45 ਸਾਲਾਂ 'ਚ, 50 ਸਾਲਾਂ ਦੇ ਜਦੋਂ ਆਪਾਂ ਹੋਏ ਆ, ਸੋ ਕੀ ਆਪਾਂ ਨੂੰ ਉਦੋਂ ਇੰਸ਼ੋਰੈਂਸ ਦੀ ਲੋੜ ਹੋਊਗੀ ਜਾਂ ਨਹੀਂ? ਮਾਰਗੇਜ ਤਾਂ ਪੇ ਆਫ ਹੋ ਗਈ, ਨਾਲ ਇੰਸ਼ੋਰੈਂਸ ਵੀ ਗਈ ਜਿਹੜੀ ਬੈਂਕ ਤੋਂ ਲਈ ਹੋਈ ਸੀ। ਸੋ ਬਿਲਕੁਲ PR ਹੋਣ ਤੱਕ ਦੀ ਵੇਟ ਕਰਨ ਦੀ ਲੋੜ ਨਹੀਂ ਹੈ, ਆਪਣੇ ਕੋਲ ਇਹ ਵਾਲੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਵਰਕ ਪਰਮਿਟ ਤੇ ਰਿਫਿਊਜੀ ਸਟੇਟਸ ਤੇ। ਦੈਟਸ ਅ ਗੁੱਡ ਨਿਊਜ਼ ਆ ਜੀ। ਅੱਛਾ, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਆ ਜਿਹੜਾ RESP, ਉਹਦੇ ਬਾਰੇ ਜਾਣਕਾਰੀ ਦਿਓ ਜੀ ਕੁਛ। ਹਾਂਜੀ, ਇੱਕ ਇਹ ਬਹੁਤ ਜੇ ਕਹੀਏ ਤਾਂ ਗਲਤ ਸੁਨੇਹਾ ਕਹਿ ਸਕਦੇ ਆ ਵੀ ਕਿਹਾ ਜਾਂਦਾ ਸੀ ਪ੍ਰਮੋਸ਼ਨ ਹੈ, ਪ੍ਰਮੋਸ਼ਨ ਖਤਮ ਹੋ ਰਹੀ ਹੈ, ਸਾਨੂੰ ਬਹੁਤ ਜ਼ਿਆਦਾ ਕਾਲਸ ਆ ਰਹੀਆਂ। ਇਹ ਪ੍ਰਮੋਸ਼ਨ ਫੀ ਹੀ ਨਹੀਂ, ਇੱਕ ਇਹ ਪ੍ਰੋਡਕਟ ਸੀਗਾ ਜੋ ਡਿਸਕੰਟੀਨਿਊ ਕਰ ਦਿੱਤਾ ਜੀ। ਸੋ ਇਹ ਡਿਪੈਂਡ ਕਰਦਾ ਕਿ ਪ੍ਰੋਡਕਟ ਕਿਵੇਂ ਕੰਮ ਕਰ ਰਿਹਾ, ਉਹਦੀ ਮੈਨੇਜਿੰਗ ਫੀ ਕੀ ਹੈ। ਸੋ ਓਨਟਾਰੀਓ ਵਿੱਚ ਇੱਕ DSC ਜਿਹੜੇ ਚਾਰजेस ਹੁੰਦੇ ਉਹਨਾਂ ਤੇ ਬੈਨ ਲੱਗਿਆ। ਸੋ ਬੇਸਿਕਲੀ ਜੇ ਆਪਾਂ ਫੰਡਸ ਨੂੰ ਮੈਨੇਜ ਕਰਦੇ ਆ, ਜੋ ਚਾਰजेस ਹੁੰਦੇ ਆ, ਤਾਂ ਜਿਹੜੀ ਹੁਣ ਵਧੀਆ ਪ੍ਰੋਡਕਟ ਪਰਫਾਰਮ ਨਹੀਂ ਕਰ ਰਹੇ ਸੀ, ਨਾ ਉਹ ਕਲਾਇੰਟਸ ਲਈ ਵਧੀਆ ਸੀ, ਨਾ ਉਹ ਕੰਪਨੀਆਂ ਲਈ ਵਧੀਆ ਸੀ, ਸੋ ਉਹਨਾਂ ਨੇ ਬੰਦ ਕਰਤਾ। ਤਾਂ RESP ਕੁਝ ਬੰਦ ਨਹੀਂ ਹੋਈ। ਸੋ ਜਿਹੜੇ ਪ੍ਰੋਡਕਟ ਵਧੀਆ ਜਾਂ ਸਹੀ ਨਹੀਂ ਸੀਗੇ, ਦੇ ਹੈਵ ਟੂ ਟੇਕ ਦੈਟ ਆਫ ਦ ਸ਼ੈਲਫ।
ਸੋ ਇਹ ਗੱਲ ਕੀਤੀ ਜਾਂਦੀ ਸੀ 15% ਬੋਨਸ ਆ, ਪਰ ਇਹ ਨਹੀਂ, ਨੋ ਵਨ ਟਾਕਸ ਅਬਾਊਟ ਕਿ ਬੋਨਸ ਦੇ ਨਾਲ ਹੋਰ ਬੈਗੇਜ ਕੀ ਆ ਰਿਹਾ ਸੀਗਾ, ਜਿਹੜੀ ਹਾਈ ਫੀ ਆ ਰਹੀ ਸੀ ਜਾਂ ਪ੍ਰੋਡਕਟ ਕਿਵੇਂ ਕੰਮ ਕਰ ਰਿਹਾ ਸੀ, ਜਿੰਨੀ ਆਪਾਂ ਮਨੀ ਉਹਦੇ ਵਿੱਚ ਕੰਟਰੀਬਿਊਟ ਕਰ ਰਹੇ ਆ, ਇਨਫਲੇਸ਼ਨ ਦਾ ਇੰਪੈਕਟ ਉਹਦੇ ਵਿੱਚ ਦੱਸਿਆ ਨਹੀਂ ਜਾ ਰਿਹਾ ਸੀ। ਸੋ RESP ਯੈਸ ਡੈਫੀਨੇਟਲੀ ਹੈ, ਕੁਝ ਬੰਦ ਨਹੀਂ ਹੋਇਆ, ਵੈਰੀ ਗੁੱਡ ਟੂਲ ਹੈ RESP ਜੇ ਆਪਾਂ ਗੱਲ ਕਰਦੇ ਆ। ਆਪਾਂ ਫੰਡਸ ਆਪਣੇ ਰਿਸਕ ਬਿਹੇਵੀਅਰ ਅਕੋਰਡਿੰਗ ਚੂਜ਼ ਕਰਕੇ ਬਹੁਤ ਵਧੀਆ, ਲਾਈਕ ਮੈਂ ਕਹੂੰਗੀ ਕਿ ਜਿਹੜੀਆਂ ਰਿਟਰਨਸ ਹੁੰਦੀਆਂ ਵੇ ਮੋਰ ਦੈਨ 15% ਬੋਨਸ। ਸੋ ਵੀ ਆਰ ਗਲੈਡ ਕਿ ਇਹ ਪ੍ਰੋਡਕਟ ਡਿਸਕੰਟੀਨਿਊ ਕਰ ਦਿੱਤਾ ਕਿਉਂਕਿ ਇਹ ਕਿਸੇ ਲਈ ਸਹੀ ਨਹੀਂ ਸੀ, ਪਰ RESP ਬੰਦ ਨਹੀਂ ਹੋਈ ਆ। ਉਹ ਬਿਲਕੁਲ ਸਹੀ ਸੁਨੇਹਾ ਨਹੀਂ ਹੁੰਦਾ ਜੇ ਇਦਾਂ ਕਹਿ ਦਿੱਤਾ ਜਾਵੇ ਕਿ RESP ਬੰਦ ਹੋ ਰਹੀ ਆ। ਸੋ ਬਹੁਤ ਵਧੀਆ, ਜੋ ਸਹੀ ਪ੍ਰੋਡਕਟ ਆ ਉਹ ਅੱਜ ਵੀ ਹੈਗੇ ਆ, ਜੋ ਨਹੀਂ ਸਹੀ ਹੈਗੇ ਉਹ ਬੰਦ ਹੋ ਗਿਆ। ਜੀ ਜੀ ਜੀ। ਅੱਛਾ, ਸੁਪਰ ਵੀਜ਼ਾ ਦੇ ਬਾਰੇ ਜੀ ਕੋਈ ਜਾਣਕਾਰੀ ਨਵੀਂ? ਬਿਲਕੁਲ, ਹਾਂਜੀ ਹਰਜੀਤ ਜੀ, ਸੁਪਰ ਵੀਜ਼ਾ ਦੇ ਜੇ ਕਿਸੇ ਨੇ ਬੈਸਟ ਰੇਟਸ ਲੈਣੀਆਂ ਤੇ ਸਹੀ ਕਵਰੇਜ ਲੈਣੀ ਆ ਤਾਂ ਥਿੰਕ ਇੰਸ਼ੋਰੈਂਸ ਨੂੰ ਕੰਟੈਕਟ ਕਰ ਸਕਦੇ ਆ ਪੂਰੇ ਕੈਨੇਡਾ ਵਿੱਚ ਬੈਸਟ ਕਵਰੇਜ ਮਿਲਣ ਲਈ। ਤੇ ਮੰਥਲੀ ਆਪਸ਼ਨਸ ਵੀ ਅਵੇਲੇਬਲ ਹੈਗੀਆਂ ਆਪਣੇ ਕੋਲ। ਸੋ ਸਭ ਤੋਂ ਮੇਨ ਹੁੰਦਾ ਹੈ ਕਿ ਜਿਹੜੀ ਕਵਰੇਜ ਆ ਉਹ ਸਹੀ ਹੋਵੇ, ਕਰੈਕਟ ਕਵਰੇਜ ਹੋਣੀ ਬਹੁਤ ਜ਼ਰੂਰੀ ਆ। ਸੋ ਮੈਡੀਕੇਸ਼ਨ ਦੱਸ ਕੇ, ਡਾਕਟਰ ਦੀ ਕੀ ਵਿਜ਼ਿਟ ਸੀ, ਡਾਕਟਰ ਨੇ ਕੀ ਰეკਮੈਂਡੇਸ਼ਨ ਕੀਤੀ, ਕਿੰਨੀਆਂ ਟੈਬਲੇਟਸ ਲੈਣੇ ਆ, ਕਦੋਂ ਤੋਂ ਲੈ ਰਹੇ ਆ, ਕੀ ਸਟੇਬਿਲਿਟੀ ਪੀਰੀਅਡ ਹੈ, ਜੇ ਕਹਿ ਦਿੰਦੇ ਆ ਵੀ ਕਦੇ ਕਦੇ ਦਵਾਈ ਲੈਣੇ ਆ, ਹਨਾ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਪ੍ਰੋਪਰਲੀ ਡਿਸਕਲੋਜ਼ ਕਰਕੇ ਫਿਰ ਸਹੀ ਕਵਰੇਜ ਲੈਣੀ ਚਾਹੀਦੀ ਹੈ। ਜੇ ਥਿੰਕ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਆ, ਮਿਸਟਰ ਪਰਮਿੰਦਰ ਸਿੰਘ ਥਿੰਡ ਨੇ ਜਿਹੜੇ ਸਾਰੇ ਉਹਲੇ ਹੀ ਚੱਕ ਦਿੱਤੇ ਇੰਸਟੈਂਟ ਆਨਲਾਈਨ ਕੋਡ ਸਿਸਟਮ ਨਾਲ। ਸੋ ਸਿਸਟਮ ਦੀ ਜੇ ਗੱਲ ਕਰੀਏ, ਵੀ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਵਾਲੀ ਗੱਲ ਹੈ ਕਿ ਉਸਦੀ ਵਡਿਆਈ ਨਹੀਂ ਕਰ ਸਕਦੇ। ਖੁਦ ਆਨਲਾਈਨ ਜਾ ਕੇ thinkinsurance.ca ਤੇ ਸੁਪਰ ਵੀਜ਼ਾ ਦੇ ਲਿੰਕ ਤੇ ਕਲਿੱਕ ਕਰਨਾ, ਏਜ ਪਾਉਣੀ ਹੈ ਪੈਰੈਂਟਸ ਦੀ, ਦੱਸਣਾ ਮੈਡੀਕੇਸ਼ਨ ਯੈਸ ਹੈ ਕਿ ਨੋ ਹੈ, ਉੱਥੇ ਸਾਰੀਆਂ ਕੰਪਨੀਆਂ ਦੀ ਲਿਸਟ ਆ ਜਾਊਗੀ। ਸੋ ਕੀ ਕਵਰੇਜ ਡਿਟੇਲਸ ਹੈ, ਕਿਹੜੀਆਂ ਕੰਪਨੀਆਂ ਕੀ ਕਵਰ ਕਰਦੀਆਂ, ਸੋ ਸਾਰਾ ਆਪਾਂ ਕੰਪੇਅਰ ਵੀ ਕਰ ਸਕਦੇ ਹਾਂ, ਡਿਡਕਟੇਬਲ ਵੀ ਚੂਜ਼ ਕਰ ਸਕਦੇ ਹਾਂ। ਸੋ ਕੋਈ ਓਲਾ ਨਹੀਂ ਹੈਗਾ, ਸਭ ਕੁਝ ਆਨਲਾਈਨ ਪਿਆ ਇਸ ਬਾਰੇ। ਤੇ ਡਿਸੇਬਿਲਿਟੀ ਇੰਸ਼ੋਰੈਂਸ ਜੀ? ਹਾਂਜੀ, ਸੋ ਡਿਸੇਬਿਲਿਟੀ ਇੰਸ਼ੋਰੈਂਸ ਬੇਸਿਕਲੀ ਜੇ ਕੋਈ ਵੀ ਪੇ ਚੈੱਕ ਲੈ ਕੇ ਆਉਂਦਾ ਘਰ ਤਾਂ ਉਸ ਦੀ ਜ਼ਰੂਰਤ ਹੈ ਡਿਸੇਬਿਲਿਟੀ ਇੰਸ਼ੋਰੈਂਸ, ਕਿਉਂਕਿ ਪੇ ਚੈੱਕ ਨੂੰ ਪ੍ਰੋਟੈਕਟ ਕਰਦੀ ਹੈ ਇਹ। ਸੋ 24 ਘੰਟੇ ਜੇ ਆਪਾਂ ਰੋਡ ਤੇ ਆ, ਘਰ ਹਾਂ, ਬੱਚਿਆਂ ਨਾਲ ਹਾਂ, ਤਾਂ ਜੇ ਪੇ ਚੈੱਕ ਰੁਕ ਜਾਂਦਾ ਪਰ ਆਪਣੇ ਖਰਚੇ ਨਹੀਂ ਰੁਕਦੇ। ਸੋ ਜੇ ਇਨਸੋਲਵੈਂਸੀ ਦੀ ਆਪਾਂ ਗੱਲ ਕਰਦੇ ਆ ਤਾਂ ਬਿਗ ਰੀਜ਼ਨ ਹੈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ, ਕਿਉਂਕਿ ਜੇ 2-2 ਸਾਲਾਂ ਤੱਕ ਘਰ ਬੈਠੇ ਆ ਤਾਂ ਖਰਚੇ ਤਾਂ ਰੁਕ ਨਹੀਂ ਰਹੇ, ਤਾਂ ਸੇਵਿੰਗਸ ਕਿੱਥੇ ਰਹਿ ਜਾਂਦੀਆਂ। ਸੋ ਬਿਲਕੁਲ ਜੇ ਆਪਾਂ ਆਪਣੇ ਬਾਅਦ ਵਿੱਚ ਮਨੀ ਬੈਕ ਹੋ ਗਈ, ਸੇਵਿੰਗਸ ਹੋ ਗਈਆਂ, ਇਹ ਤਾਂ ਗੱਲਾਂ ਹੀ ਨਹੀਂ ਹੁੰਦੀਆਂ ਉਦੋਂ ਜਦੋਂ ਜੇ ਆਪਣੀ ਪੇ ਚੈੱਕ ਹੀ ਨਹੀਂ ਆ ਰਿਹਾ, ਕਿੱਥੋਂ ਆਪਾਂ ਮਨੀ ਬੈਕ ਵਾਲੀਆਂ ਆਪਸ਼ਨਸ ਨੂੰ ਕਰਾਂਗੇ। ਹਾਂਜੀ, ਸੋ ਆਪਣੀ ਜੌਬ ਪ੍ਰੋਫੈਸ਼ਨ ਤੇ ਡਿਪੈਂਡ ਕਰਦਾ ਤੇ ਉਸ ਅਕੋਰਡਿੰਗ ਇਹਦੀ ਕਾਸਟ ਹੁੰਦੀ ਹੈ ਡਿਸੇਬਿਲਿਟੀ ਇੰਸ਼ੋਰੈਂਸ ਦੀ। ਆਪਾਂ ਚੂਜ਼ ਕਰ ਸਕਦੇ ਹਾਂ ਮੰਥਲੀ ਆਪਾਂ ਨੂੰ ਕਿੰਨਾ ਬੈਨੀਫਿਟ ਮਿਲੇ, ਕਦੋਂ ਤੋਂ ਸ਼ੁਰੂ ਹੋਵੇ, ਕਦੋਂ ਤੱਕ ਮਿਲਦਾ ਰਹੇ, ਜਾਂ ਮੌਰਗੇਜ ਦੀਆਂ ਜੇ ਪੇਮੈਂਟਸ ਆਪਾਂ ਕਵਰ ਕਰਾਉਣੀਆਂ ਤਾਂ ਲੋਨ ਪ੍ਰੋਟੈਕਸ਼ਨ ਇੱਕ ਡਿਫਰੈਂਟ ਪ੍ਰੋਡਕਟ ਹੁੰਦਾ। ਸੋ ਡਿਸੇਬਿਲਿਟੀ ਇਜ਼ ਬੇਸਿਕਲੀ ਪ੍ਰੋਟੈਕਟਿੰਗ ਆਰ ਪੇ ਚੈੱਕ 24 ਆਵਰਸ। ਜਵਾਕਾਂ ਦੀ ਇੰਸ਼ੋਰੈਂਸ ਵੀ ਹੋ ਜਾਂਦੀ ਹੈ ਜੀ? ਹਾਂਜੀ ਬਿਲਕੁਲ। ਸੋ ਬੱਚਿਆਂ ਦਾ ਇਦਾਂ ਹੈ ਹਰਜੀਤ ਜੀ ਕਿ ਜਿਵੇਂ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਵੱਲੋਂ ਜੇ ਆਪਾਂ ਗਿਫਟਸ ਦੀ ਗੱਲ ਕਰਦੇ ਹਾਂ ਹਨਾ, ਬੱਚਿਆਂ ਨੂੰ ਇੱਕ ਗਿਫਟ ਦੇ ਦੇਣਾ ਕਿ ਬੱਚਾ ਪੂਰੀ ਲਾਈਫ ਲਈ ਉਹ ਯੂਜ਼ ਕਰ ਸਕਦਾ ਹੈ, ਬੱਚੇ ਨੂੰ ਜਦੋਂ ਵੀ ਜ਼ਰੂਰਤ ਹੈ ਜਿਸ ਕੰਮ ਲਈ। ਸੋ ਉਹ ਕਵਰੇਜ ਵੀ ਨਾਲ ਇਨਕਰੀਜ਼ ਹੁੰਦੀ ਰਹਿੰਦੀ ਹੈ। ਤੇ ਬੱਚੇ ਨੇ ਜੇ ਘਰ ਲਈ ਡਾਊਨ ਪੇਮੈਂਟ ਕਰਨੀ ਹੈ, ਬਿਜ਼ਨਸ ਵਿੱਚ ਇਨਵੈਸਟ ਕਰਨਾ ਹੈ, ਜਾਂ ਆਪਣੀ ਸਟੱਡੀਜ਼ ਲਈ ਉਸਨੂੰ ਜਿਸ ਪੜਾਅ ਤੇ ਜਿਸ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਆਪਾਂ ਪੋਟੈਂਸ਼ੀਅਲ ਸੋਲੂਸ਼ਨ ਡਿਜ਼ਾਈਨ ਕਰ ਸਕਦੇ ਹਾਂ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਵੱਲੋਂ ਬੱਚਿਆਂ ਨੂੰ। ਸੋ ਡਿਪੈਂਡ ਕਰਦਾ ਹੈਗਾ ਕਿ ਜੇ ਕੋਈ ਕਿਸੇ ਦੀ ਉਮਰ 10 ਸਾਲ ਹੈ ਤੇ ਕਿਸੇ ਦੀ 40 ਸਾਲ ਹੈ, ਓਬਵੀਅਸਲੀ ਇੰਸ਼ੋਰੈਂਸ ਇਜ਼ ਨਾਟ ਲਾਈਕ ਆਪਾਂ ਕਹਿ ਦਿੰਦੇ ਆ ਵੀ ਸ਼ੂਜ਼ ਤਰ੍ਹਾਂ ਨਹੀਂ ਹੁੰਦੀ, ਵੀ ਵਨ ਸਾਈਜ਼ ਫਿਟਸ ਆਲ ਵਾਲੀ ਗੱਲ ਨਹੀਂ ਹੁੰਦੀ ਇੰਸ਼ੋਰੈਂਸ ਵਿੱਚ। ਸੋ ਜਿਸ ਦੀ ਜੋ ਏਜ ਹੈ, ਜੋ ਹੈਲਥ ਹੈ, ਉਸ ਅਕੋਰਡਿੰਗ ਆਪਾਂ ਪੋਟੈਂਸ਼ੀਅਲ ਸੋਲੂਸ਼ਨ ਡਿਜ਼ਾਈਨ ਕਰਦੇ ਹਾਂ। ਜਿਵੇਂ ਬਿਜ਼ਨਸ ਵਿੱਚ ਵੀ ਆਪਾਂ ਹਰ ਸਟੇਜ ਦੀਆਂ ਡਿਫਰੈਂਟ ਜ਼ਰੂਰਤਾਂ ਹੁੰਦੀਆਂ ਜੀ। ਸੋ ਉਸ ਅਕੋਰਡਿੰਗ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਨੀਡਸ ਐਨਾਲਿਸਿਸ ਕਰਕੇ ਵਾਈ ਲੈਟਰ ਪ੍ਰਪੇਅਰ ਕਰਕੇ ਆਪਾਂ ਇੰਸ਼ੋਰੈਂਸ ਦੇ ਬਾਰੇ ਪਲਾਨ ਕਰਦੇ ਹਾਂ। ਜੀ ਅਖੀਰ ਦੇ ਵਿੱਚ ਕੋਈ ਗੱਲ ਨਾ ਪੁੱਛੀ ਹੋਵੇ ਉਹਨੂੰ ਕੰਪਲੀਟ ਦੱਸ ਕੇ ਜਾਓ। ਤੇ ਧੰਨਵਾਦ ਤੁਸੀਂ ਜੁਆਇਨ ਕੀਤਾ। ਤੇ ਅਖੀਰ 'ਚ ਕੋਈ ਹੋਰ ਸੁਨੇਹਾ? ਹਾਂਜੀ ਬਿਲਕੁਲ, ਜੇ ਕੋਈ ਵੀ ਇੰਸ਼ੋਰੈਂਸ ਰਿਲੇਟਡ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਥਿੰਕ ਇੰਸ਼ੋਰੈਂਸ ਨੂੰ ਕੰਟੈਕਟ ਕਰ ਸਕਦੇ ਹਾਂ। ਡੋਂਟ ਥਿੰਕ, ਜਸਟ ਕਾਲ ਥਿੰਕ ਇੰਸ਼ੋਰੈਂਸ। ਤੇ ਸਾਰੀ ਥਿੰਕ ਇੰਸ਼ੋਰੈਂਸ ਦੀ ਟੀਮ ਵੱਲੋਂ ਫਾਦਰ ਸੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।
ਕਹਿੰਦੇ ਹੁੰਦੇ ਹਰ ਮੁਸ਼ਕਿਲ ਆਸਾਨ ਹੁੰਦੀ ਹੈ ਜਦ ਫਾਦਰ ਸਾਹਿਬ ਨਾਲ ਹੁੰਦੇ ਆ। तो बिल्कुल सब दे फर्स्ट ही सुपर हीरो कह दिंदे आ, कह सकदे कल हीरो भी नहीं। तो बिल्कुल जी, जे किसी दा कोई भी इंश्योरेंस रिलेटेड क्वेश्चन है ਜਾਂ ਆਪਣਾ ਤੁਸੀਂ ਪੋਰਟਫੋਲੀਓ ਰਿਵਿਊ ਕਰਵਾਉਣਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ ਕਿ ਸਹੀ ਕਵਰੇਜ ਹੈ ਜਾਂ ਨਹੀਂ, ਕਵਰੇਜ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਜੇ ਮਨੀ ਬੈਕ ਦੀ ਆਪਾਂ ਗੱਲ ਕਰਦੇ ਆ, ਸੋ ਮਨੀ ਬੈਕ ਨਾਲੋਂ ਤੇ ਕਵਰੇਜ ਵਿੱਚ ਜੇ ਆਪਾਂ ਸਹੀ ਕਵਰੇਜ ਲਈ ਹੋਈ ਹੈ ਤਾਂ 8 ਤੋਂ 10 ਗੁਣਾ ਦਾ ਫਰਕ ਹੁੰਦਾ। तो चलो कह दिता जाता नहीं जी ਅਸੀਂ ਮਨੀ ਬੈਕ ਵੱਲ ਹੀ ਜਾਵਾਂਗੇ, ਸਾਨੂੰ ਕੋਈ ਨਹੀਂ ਕਵਰੇਜ ਘੱਟ ਆ। ਤਾਂ ਹੁਣ ਮਾਰਗੇਜ ਮਿਲੀਅਨ ਦੀ ਸੀਗੀ, ਮਨੀ ਬੈਕ ਲੈਣ ਲਈ ਕਵਰੇਜ ਆਪਾਂ ਲੈ ਲਈ 1.5-2 ਲੱਖ ਦੀ। ਹੁਣ ਰੱਬ ਨਾ ਕਰੇ ਜੇ ਆਊਟ ਆਫ ਪਿਕਚਰ ਵਾਲਾ ਸਿਨੈਰੀਓ ਆ ਗਿਆ ਤੇ ਜਿਹੜਾ ਪਿੱਛੇ ਹੁਣ 8-9 ਲੱਖ ਆ ਉਹ ਕਿਹਨੇ ਫਿਰ ਦੇਖਣਾ। ਤਾਂ ਕਵਰੇਜ ਸਹੀ ਹੋਣੀ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਆਪਾਂ ਇਹੋ ਜਿਹੇ ਫੀਚਰਸ ਬਿਲਕੁਲ ਐਡ ਕਰ ਸਕਦੇ ਹਾਂ। ਉਹਦੇ ਲਈ ਜੋ ਸਪੈਸੀਫਿਕ ਪ੍ਰੋਡਕਟ ਬਣੇ ਆ, EFS ਹੋ ਗਿਆ, ਟੈਕਸ ਫ੍ਰੀ ਆਪਾਂ ਗਰੋਥ ਕਰ ਸਕਦੇ ਹਾਂ, ਆਪਾਂ ਉਸ ਵੱਲ ਜਾ ਸਕਦੇ ਹਾਂ। कोई भी क्वेश्चन हो या you can call us 604-828-7213 think insurance। ਧੰਨਵਾਦ ਜੀ, ਬਹੁਤ ਬਹੁਤ ਸ਼ੁਭ ਸ਼ਾਮ। ਥੈਂਕ ਯੂ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੈਰੀ ਔਨ ਜੱਟਾ ਜਦ ਫਿਲਮ ਆਈ ਨਾ, ਸਟ੍ਰਾਬੇਰੀ ਹਿੱਲ ਦੇ ਵਿੱਚ ਬੈਠ ਕੇ ਵੇਖੀ, ਗਿੱਪੀ ਗਰੇਵਾਲ ਨਾਲ ਮੇਰੇ ਪਿਛਲੇ ਪਾਸੇ ਅਸੀਂ ਬੈਠੇ ਤੇ ਗੱਲਾਂ ਕਰਦਾ ਕਰਦਾ ਗਿੱਪੀ ਕਹਿੰਦਾ ਬਾਈ ਜੀ ਤੁਸੀਂ ਦੇਖਿਓ, ਇਹ ਬਹੁਤ ਪਸੰਦ ਆਊ ਤੁਹਾਨੂੰ ਫਿਲਮ। ਹੈ ਮੈਂ ਕਿਹਾ ਜੇ ਪਸੰਦ ਆ ਗਈ ਫਿਰ ਮਹੀਨੇ 6 ਚੱਲੂ ਘੱਟੋ ਘੱਟ। ਤੇ ਚੱਲੀ ਉਹ ਫਿਰ ਇਸ ਤਰ੍ਹਾਂ ਹੀ ਚੱਲੀ। ਬਹੁਤ ਜ਼ਿਆਦਾ ਹਾਸਾ ਸੀ, ਬਹੁਤ ਵਧੀਆ ਫਿਲਮ ਸੀ। ਕੈਰੀ ਔਨ ਜੱਟਾ 2 ਆ ਗਈ ਤੇ ਹੁਣ 3 ਹੈ। 3 ਜਿਹੜੀ ਹੈ ਫਿਲਮਾਈ ਵੀ ਇੰਗਲੈਂਡ ਦੇ ਵਿੱਚ ਹੀ ਹੈ। ਇੰਗਲੈਂਡ ਤਾਂ ਬਾਹਰਲਾ ਘਰ ਬਣਾਇਆ ਹੈ, ਜਿਵੇਂ ਕੂਮ ਦੀ ਫਿਰਨੀ ਤੇ ਜਾ ਕੇ ਫਿਲਮ ਬਣਾਇਆ ਵੇ। ਗਿੱਪੀ ਗਰੇਵਾਲ ਇਉਂ ਫਿਲਮਾਂ ਬਣਾਉਂਦਾ। ਗਿੱਪੀ ਗਰੇਵਾਲ ਨਾਲ ਗੱਲਬਾਤ ਕਰਦੇ ਆ। ਗਿੱਪੀ ਸਵਾਗਤ, ਸਤਿ ਸ੍ਰੀ ਅਕਾਲ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ, ਮਿਹਰਬਾਨੀ ਬਹੁਤ ਬਹੁਤ। ਐਤਕੀ ਮਾੜਾ ਕੀਤਾ ਯਾਰ, ਬੜਾ ਭਾਈ ਬਦਲਤਾ। ਹਾਂਜੀ, ਬੜਾ ਭਾਈ ਬਦਲਤਾ। ਮੈਂ ਕਿਹਾ ਫਿਲਮ 'ਚ ਮੈਨੂੰ ਲੱਗਦਾ ਬਿੰਨੂ ਨਹੀਂ ਹੈ ਨਾਲ ਬੜੇ ਭਾਈ ਦੇ ਤੌਰ ਤੇ। ਨਹੀਂ ਬੀਨੂ ਐਕਚੁਅਲੀ ਕੀ ਸੀਗਾ ਜੀ, ਦੂਜੀ ਦੇ ਵਿੱਚ ਇਹਨਾਂ ਨੇ ਮੈਨੂੰ ਬਦਲਤਾ ਸੀ। ਦੂਜੀ ਦੇ ਵਿੱਚ ਬੀਨੂ ਭੱਲਾ ਸਾਹਿਬ ਦਾ ਮੁੰਡਾ ਸੀਗਾ, ਮੈਂ ਨਹੀਂ ਸੀਗਾ। ਐਤਕੀ ਮੈਂ ਭੱਲਾ ਸਾਹਿਬ ਦਾ ਮੁੰਡਾ, ਬੀਨੂ ਨਹੀਂ ਹੈਗਾ। ਅੱਛਾ, ਸੂਟ ਬਾਲੇ ਵਧੀਆ ਪਾਏ ਨੇ ਭੱਲੇ ਦੇ, ਟਾਈਆਂ ਗ੍ਰੀਨ, ਗੁਲਾਬੀ ਸੂਟ, ਹਰੀ ਪੱਗ ਅੰਨਾ ਕੀਤਾ ਪਿਆ ਕੰਮ। ਬਿਲਕੁਲ ਜੀ, ਰੰਗ ਬਰੰਗੀ ਫਿਲਮ ਆ ਜੀ, ਰੰਗਾਂ ਵਾਲੀ। ਤੇ ਫਿਲਮ ਫਿਰ ਕੀ ਬੇਸ ਤਾਂ ਮੇਰੇ ਖਿਆਲ ਪਹਿਲੀ ਤੋਂ ਹੀ ਸ਼ੁਰੂ ਜਿਵੇਂ ਹੋਇਆ ਉਸ ਤਰ੍ਹਾਂ ਹੀ ਅੱਗੇ ਜਾਣਾ। ਇਹਦੇ ਵਿੱਚ ਖਾਸ ਕੀ ਹੋ ਰਿਹਾ ਇਸ ਵਾਰ ਫਿਰ? ਐਕਚੁਅਲੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ, ਪਾਤਰ ਸੇਮ ਨੇ, ਮਾਹੌਲ ਕਰੈਕਟਰਾਂ ਦਾ ਸਾਰਾ ਕੁਝ ਸੇਮ ਹੈ, ਬਸ ਕਹਾਣੀ ਨਵੀਂ ਚੱਕੀ ਹੈ ਜੀ। ਅੱਗੇ ਸਿਰਫ ਘੋੜੀ ਲਾ ਕੇ ਉੱਤੇ ਥੱਲੇ ਘੁੰਮੀ ਜਾਂਦੇ ਹੁੰਦੇ ਸੀਗੇ ਘਰ ਦੇ, ਐਤਕੀ ਥੋੜੀ ਜਿਹੀ ਖੋਲ ਲਈ, ਕਿਉਂਕਿ ਮੈਂ ਕਿਹਾ ਹੁਣ ਤਿੰਨ ਤੀਜੀ ਵਾਰੀ ਆ ਗਈ ਹੈ ਜੀ, ਕਿਉਂਕਿ ਪਹਿਲੀਆਂ 2 ਨੂੰ ਲੋਕੀ ਹਲੇ ਤੱਕ ਦੇਖੀ ਜਾਂਦੇ ਨੇ। ਤੇ ਐਤਕੀ ਕਹਾਣੀ ਬਿਲਕੁਲ ਨਵੀਂ ਬਦਲਤੀ ਆ, ਬਾਕੀ ਸਾਰਾ ਮਾਹੌਲ ਉਹੀ ਹੈ ਜੀ। ਜੇ ਘੋੜੀ ਨਹੀਂ ਹੈ, ਬੀਨੂ ਦੇ ਕੁੜਤੇ 'ਚ ਭੁੰਡੀ ਤਾਂ ਉਸ ਤਰ੍ਹਾਂ ਹੀ ਵੜਦੀ ਹੈ। ਹਾਂ, ਭੁੰਡੀ ਉਹੀ ਵੜਦੀ ਹੈ ਜੀ, ਉਹ ਤਾਂ ਫਿਰ ਭੁੰਡੀ ਬਿਨਾਂ ਗੱਲ ਬਣਨੀ ਨਹੀਂ ਸੀ। ਅੱਛਾ, ਹੋਰ ਕਿਹੜੇ ਆਰਟਿਸਟ ਨੇ? ਇਹ ਤਾਂ ਆਪਣੇ ਮੇਰੇ ਖਿਆਲ ਕੋਈ ਨਵਾਂ ਐਡ ਹੋਇਆ ਕੋਈ? ਉਹੀ ਨਵੇਂ ਐਤਕੀ 2-3 ਐਡ ਹੋਏ ਨੇ ਜੀ। ਇੱਕ ਤਾਂ ਪਾਕਿਸਤਾਨ ਤੋਂ ਨਾਸਰ ਚਨੋਟੀ ਜੀ ਐਡ ਹੋਏ ਨੇ ਜੀ, ਬਿਲਕੁਲ। ਤੇ ਇੱਕ ਕਵਿਤਾ ਕੌਸ਼ਿਕ ਹੈ ਕੁੜੀ, ਉਹ ਐਡ ਹੋਈ ਹੈ ਜੀ। ਤੇ ਇੱਕ ਸਾਡਾ ਛੋਟਾ ਜਵਾਨ ਛਿੰਦਾ ਐਡ ਹੋਇਆ ਜੀ। ਛਿੰਦਾ ਤਾਂ ਫਿਰ ਹੁਣ ਉੱਪਰ ਦੀ ਜਾ ਰਿਹਾ। ਹਾਂਜੀ, ਉਹ ਫਿਰ ਐਤਕੀ ਇੱਕ ਬੀਨੂ ਦੇ ਮੁੰਡੇ ਦਾ ਕਰੈਕਟਰ ਸੀਗਾ ਜੀ, ਬਹੁਤ ਵਧੀਆ, ਤੇ ਉਹਦਾ ਫਿਰ ਉਹਦੇ ਕਰਕੇ ਉਹਨੂੰ ਕੀਤਾ ਜੀ ਐਤਕੀ। ਸ਼ਿੰਦੇ ਦੀ ਜਿਹੜੀ ਐਕਟਿੰਗ ਆ ਜੀ, ਸ਼ਿੰਦੇ ਦਾ ਤੋੜ ਨਹੀਂ ਹੈ। ਸ਼ਿੰਦੇ ਨੇ ਤਾਂ ਜਿਹਦੇ ਨਾਲ ਵੀ ਐਕਟਿੰਗ ਕੀਤੀ, ਇੱਥੇ ਤਾਂ ਬਾਪੂ ਨਾਲ ਆ, ਬਾਪੂ ਨਾਲ ਵੀ ਨਾ ਹੋਵੇ ਤਾਂ ਵੀ ਬੱਲੇ ਬੱਲੇ ਕਰਾਉਂਦਾ ਸ਼ਿੰਦਾ। ਥੈਂਕ ਯੂ ਜੀ। ਅੱਛਾ, ਇਹਦੇ ਵਿੱਚ ਜਿਹੜੇ ਗੀਤ ਨੇ ਤੁਸੀਂ ਜ਼ਿਆਦਾ ਗਾਏ ਨੇ ਤੇ ਹੋਰ ਕਿਹਨੇ ਨਾਲ ਗਾਏ ਨੇ? ਅਸਲ ਜਿਹੜੇ ਪਹਿਲੇ ਨਾ ਕੈਰੀ ਔਨ ਜੱਟਾ ਦੇ ਵਿੱਚ ਫੁਲਕਾਰੀ ਹੈ, ਉਹਦਾ ਤੋੜ ਨਹੀਂ ਹੈ। ਉਹੋ ਜਿਹਾ ਗੀਤ ਹੈ ਕੋਈ? ਉਹਦਾ ਬਿਲਕੁਲ ਤੋੜ ਨਹੀਂ ਗਾ ਜੀ। ਉਹ ਮੈਂ ਸਮਝ ਗਿਆ ਜੀ, ਉਹ ਕਿਉਂਕਿ ਉਹ ਜਿਹੜੀ ਮਾਨਕ ਸਾਹਿਬ ਵਾਲੀ ਕਲੀ ਵਾਲੀ ਤਰਜ ਹੈ ਨਾ ਜੀ, ਉਹ ਤਾਂ ਫਿਰ ਆਪਣੇ ਅੰਦਰ ਹੀ ਆ ਜੀ, ਉਹਦੇ ਕਣਗੂ ਖੂਨ 'ਚ ਹੀ ਬਸੀ ਹੋਈ ਆ ਉਹ, ਪੁੱਤ ਜੱਟਾਂ ਦੇ ਅਲੜੇ। ਤੇ ਉਹ ਐਤਕੀ ਗਾਣੇ ਹੈਗੇ ਜੀ, ਮੇਰਾ ਤੇ ਐਮੀ ਦਾ ਗਾਣਾ ਜੀ, ਮੇਰੇ ਆਪਣੇ ਗਾਣੇ ਨੇ ਜੀ, ਉਸ ਤੋਂ ਬਿਨਾਂ ਬੀ ਪ੍ਰੈਕ ਦਾ ਗਾਣਾ, ਆਤਿਫ ਅਸਲਮ ਦਾ ਗਾਣਾ ਪਾਕਿਸਤਾਨ ਤੋਂ ਜੀ।
ਇੱਕ ਗਿੱਪੀ ਬਹੁਤ ਵਧੀਆ ਗੱਲ ਇਹ ਹੋ ਰਹੀ ਹੈ ਕਿ ਜਿਹੜੇ ਤੁਸੀਂ ਲਹਿੰਦੇ ਪੰਜਾਬ ਦੇ ਆਰਟਿਸਟ ਨਾਲ ਰੱਖਦੇ ਹੋ ਨਾ, ਇੰਗਲੈਂਡ ਦੇ ਵਿੱਚ ਖੈਰ ਫਿਲਮਾਂਕਣ ਸੌਖਾ ਹੋ ਗਿਆ, ਉਹਨਾਂ ਦਾ ਗੇੜਾ ਵੀ ਉੱਥੇ ਛੇਤੀ ਵੱਜਦਾ, ਉਹ ਬਹੁਤ ਵਧੀਆ ਲੱਗਦਾ। ਜਿਹੜਾ ਚੁਣੌਤੀ ਹੋਣੀ ਤੇ 2-3 ਨੇ ਉਹ ਬੰਦੇ ਜਿਹੜੇ ਨਾਲ ਆਉਂਦੇ ਨੇ ਫਿਲਮਾਂ 'ਚ। ਬਿਲਕੁਲ 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 ਜੀ। ਐਤਕੀ ਐਕਚੁਅਲੀ ਕੀ ਆ ਜੀ, ਇੰਡੀਆ ਦੇ ਵਿੱਚ ਜਦੋਂ ਆਪਾਂ ਕੋਈ ਵੀ ਫਿਲਮ ਸ਼ੂਟ ਕਰਦੇ ਆ ਨਾ ਜੀ, ਤਾਂ ਉਹਦੀ ਇੱਕ ਇਹ ਆ ਵੀ ਉਹ ਪਾਕਿਸਤਾਨ ਦੇ ਵਿੱਚ ਰਿਲੀਜ਼ ਵੀ ਨਹੀਂ ਹੋ ਸਕਦੀ ਜੀ। ਤੇ ਜੇ ਆਪਾਂ ਇੰਗਲੈਂਡ 'ਚ ਸ਼ੂਟ ਕਰਦੇ ਆ ਜੀ, ਫਿਰ ਉਹ ਪਾਕਿਸਤਾਨ ਵੀ ਰਿਲੀਜ਼ ਹੋ ਸਕਦੀ ਆ। ਚਲੋ ਬਾਕੀ ਤਾਂ ਸਭ ਜਗ੍ਹਾ ਹੈਗਾ ਹੀ ਆ। ਸੋ ਐਤਕੀ ਕੈਰੀ ਔਨ ਜੱਟਾ ਪਹਿਲੀ ਫਿਲਮ ਹੈ ਜੀ ਜਿਹੜੀ 29 ਜੂਨ ਨੂੰ ਇੰਡੀਆ ਦੇ ਵਿੱਚ ਬਾਹਰਲੇ ਕੰਟਰੀਆਂ ਤੇ ਪਾਕਿਸਤਾਨ ਦੇ ਵਿੱਚ ਸੇਮ ਡੇਟ ਤੇ ਹੋ ਰਹੀ ਆ। ਵਾਹ। ਸੋ ਸਾਰੇ ਜਗ੍ਹਾ ਵਰਲਡ ਪ੍ਰੀਮੀਅਰ ਹੀ ਹੋ ਗਿਆ ਫਿਰ। ਬਿਲਕੁਲ ਬਿਲਕੁਲ ਜੀ। ਪਹਿਲੀ ਫਿਲਮ ਆ ਜੀ, ਆਲਮੋਸਟ ਬਾਲੀਵੁੱਡ ਦੀਆਂ ਫਿਲਮਾਂ ਵੀ ਇੰਨੇ ਕੰਟਰੀਆਂ 'ਚ 30 ਤੋਂ 35 ਕੰਟਰੀਆਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ। ਹੁਣ ਤੱਕ ਦੀ ਸਭ ਤੋਂ ਵੱਡੀ ਪੰਜਾਬੀ ਦੀ ਫਿਲਮ ਹੋਊਗੀ ਜੀ ਰਿਲੀਜ਼ ਹੋਣ ਦੇ ਵਿੱਚ। ਹੁਣ ਤਾਂ ਫਿਰ ਮਿਡਲ ਈਸਟ ਹੀ ਰਹਿ ਗਿਆ, ਦੁਬਈ ਲਾ ਕੇ ਡੇਰਾ, ਉਹ ਦੇਸ਼ਾਂ 'ਚ ਵੀ ਜਾਣ ਫਿਲਮਾਂ। ਨਹੀਂ, ਦੁਬਈ, ਆਬੂ ਧਾਬੀ, ਉਹ ਸਾਰੇ ਏਰੀਆ ਦੇ ਵਿੱਚ ਰਿਲੀਜ਼ ਹੋ ਰਹੀ ਹੈ ਜੀ, ਬਹੁਤ ਵੱਡੀ। ਵਾਹ। ਕੋਸ਼ਿਸ਼ ਜੀ, ਮਤਲਬ ਮਲੇਸ਼ੀਆ ਵੀ, ਮਤਲਬ ਸਾਡੀ ਕੋਸ਼ਿਸ਼ ਹੈ ਜੀ ਜਪਾਨ 'ਚ ਵੀ ਲੱਗੂਗੀ। ਜਿਹੜੀ ਕੈਰੀ ਔਨ ਜੱਟਾ ਪਹਿਲੀ ਆਈ ਸੀ, ਭਲਾ ਕਿਹੜੇ ਸੰਨ 'ਚ ਆਈ ਸੀ ਉਹ? ਉਹ 2012 ਚ ਆਈ ਜੀ। 6 ਸਾਲ ਬਾਅਦ 2018 ਚ ਦੂਜੀ ਆਈ। ਹੁਣ 5 ਸਾਲਾਂ ਬਾਅਦ ਦੂਜੀ ਤੋਂ 23 ਚ ਆ ਰਹੀ ਹੈ ਜੀ। ਵਾਹ। ਬਹੁਤ ਵਧੀਆ ਫਿਲਮਾਂ ਦੇ ਵਿੱਚ ਮਿਹਨਤ ਜਿਹੜੀ ਕੀਤੀ ਆ ਨਾ। ਮੰਜੇ ਬਿਸਤਰੇ ਹੋ ਗਏ, ਮੰਜੇ ਬਿਸਤਰੇ 2 ਹੋ ਗਏ। ਮੰਜੇ ਬਿਸਤਰੇ ਦੀ ਤਾਂ ਜਿਹੜੇ ਜਦੋਂ ਹੁਣ ਹਲਵਾਈ ਸਾਹਿਬ ਯਾਦ ਆਉਂਦਾ, ਇਹਦੇ ਚ ਫਿਰ ਇੰਗਲੈਂਡੀਆਂ ਵਾਲੀ ਪੱਗ ਬੰਨੀ ਬੈਠਾ, ਮੇਰੇ ਫਿੱਟ ਨਾ ਆਵੇ ਵੀ ਯਾਰ ਮੈਂ ਹੁਣ ਕਿੱਥੇ ਇਹਨੂੰ ਫਿੱਟ ਕਰਾਂ। ਸੋਨੇ ਦੇ ਦੰਦ ਲਈ ਬੈਠਾ ਜੀ ਐਤਕੀ ਤਾਂ। ਜਿਹੜੀ ਪਤਾ ਇਹਦੇ ਵਿੱਚ ਵੱਡੀ ਕਹਾਣੀ ਕੀ ਹੈ? ਗੱਲ ਇਹ ਹੈ, ਸਾਡਾ ਪਿੰਡਾਂ ਦਾ ਪਿਛੋਕੜ, ਪਿੰਡਾਂ ਦੇ ਵਿੱਚ ਕੱਟੀ ਜ਼ਿੰਦਗੀ, ਉਹਨਾਂ ਵਸੀਮਿਆਂ 'ਚ, ਉਹਨਾਂ ਬਾਹਰਲੀਆਂ ਫਿਰਨੀਆਂ 'ਚ ਬਹਿ ਕੇ ਸੱਥਾਂ 'ਚ ਕੀਤੀਆਂ ਗੱਲਾਂ। ਕਿਤੇ ਕੱਚੀ ਗੱਲ ਥੋੜਾ ਹੋਣੀ ਆ, ਕੋਈ ਭਾਸ਼ਾ ਦੀ ਸੋਹਣਿਆ ਮੋਹਣਿਆ ਥੋੜਾ ਹੋਣੀ ਆ। ਤਾਂ ਸੋਹਣਿਆ ਓਏ ਗੱਲ ਸੁਣ, ਇਉਂ ਹੀ ਗੱਲ ਹੋਣੀ ਆ। ਸੋ ਬਹੁਤ ਵਧੀਆ। ਜਿੰਨੇ ਵੀ ਤੁਸੀਂ ਆਰਟਿਸਟ ਹੋ, ਪਾਕਿਸਤਾਨੀ ਚੁਣੌਤੀ ਦੇ ਨਾਲ ਭੱਲਾ ਜੀ ਕਹਿੰਦੇ ਵੀ ਤੇਰੀ ਨਾ ਘੀਸੀ ਕਰਾਈ ਨਾ ਕੋਰਟ 'ਚ ਦੇਖਿਓ। ਕਹਿੰਦੇ ਜੀ ਕੋਰਟ 'ਚ ECG ਵੀ ਹੁੰਦੀ ਆ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ, ਡਾਇਲੌਗ ਕਿਹਨੇ ਲਿਖੇ? ਇਹ ਡਾਇਲੌਗ ਜੀ ਆਪਣਾ ਨਰੇਸ਼ ਕਤੂਰੀਆ ਜੀ। ਦੇਖਣ ਨੂੰ ਤਾਂ ਬੰਦਾ ਗੋਰਾ ਜਿਹਾ ਹੀ ਹੈ ਜੀ। ਅੱਛਾ, ਪਰ ਹੈਗਾ ਗਿੱਦੜਬਾਹੇ ਦਾ ਜੀ। ਅੱਛਾ ਜੀ ਜੀ। ਤੇ ਉਹ ਬਹੁਤ ਦੇਸੀ ਬੰਦਾ ਜੀ, ਤੇ ਗਿੱਦੜਬਾਹੇ ਤੋਂ ਆ। ਤੇ ਜਿੰਨੀਆਂ ਪਹਿਲੀ ਕੈਰੀ ਔਨ ਜੱਟਾ ਤੋਂ ਸਾਡੇ ਨਾਲ ਜੁੜਿਆ ਹੋਇਆ ਜੀ। ਪਹਿਲਾਂ ਉਹ ਜਿਹੜੇ ਆ ਚੱਲਦੇ ਆ ਕਪਿਲ ਹੋਣਾ ਦੇ ਕਾਮੇਡੀ ਸ਼ੋਅ ਚੱਲਦੇ ਹੁੰਦੇ ਸੀਗੇ, ਵਿਚਾਰੇ ਬੰਬੇ ਸਟਰਗਲ ਕਰਦੇ ਹੁੰਦੇ ਸੀ, ਉਹ ਲਿਖਦੇ ਹੁੰਦੇ ਸੀਗੇ। ਤੇ ਫੇਰ ਆ ਕੇ ਮੈਨੂੰ ਫਿਲਮ ਸੁਣਾਈ ਕੈਰੀ ਔਨ ਜੱਟਾ ਸਮੀਪ ਨੇ, ਤੇ ਇਹਨੇ ਪਹਿਲੀ 2011 ਦੇ ਵਿੱਚ। ਮੈਨੂੰ ਇੰਨੀ ਵਧੀਆ ਲੱਗੀ, ਫਿਰ 2012 ਚ ਉਹ ਬਣ ਕੇ ਆਈ। ਉਸ ਤੋਂ ਬਾਅਦ ਫਿਰ ਨਰੇਸ਼ ਨੇ ਜਿੰਨੀਆਂ ਫਿਲਮਾਂ ਦੇਖ ਬਰਾਤਾਂ ਚੱਲੀਆਂ ਜਾਂ ਹੋਰ ਬਹੁਤ ਫਿਲਮਾਂ ਲਿਖੀਆਂ ਜੀ ਪੰਜਾਬੀ ਦੀਆਂ। ਸੋ ਇਹ ਲਿਖੀ ਵੀ ਉਹਨਾਂ ਨੇ ਹੈ ਜੀ? ਜੀ ਉਹਨਾਂ ਨੇ ਲਿਖੀ ਜੀ। ਹਾਂਜੀ। ਤੇ ਪ੍ਰੋਡਿਊਸ ਤੁਸੀਂ ਹੰਬਲ ਜਿਹੜਾ ਆਪਣਾ ਤੁਹਾਡਾ ਹੈ ਨਾ? ਹਾਂਜੀ। ਅੱਛਾ, ਹਾਂਜੀ ਹਾਂਜੀ ਬਿਲਕੁਲ ਜੀ। ਅੱਛਾ, ਹੋਰ ਕੋਈ ਹੁਣ ਪਿੰਡੂਆਂ ਨੂੰ ਸੁਨੇਹਾ ਜਿਹੜਾ ਦੇਣਾ ਹੋਵੇ, ਕਿਉਂਕਿ ਤੁਹਾਡਾ ਇਹ ਆਪਣਾ, ਇੱਥੇ ਫਿਲਮ ਜਿਹੜੀ ਹੈ ਇੱਥੇ ਮੱਲਾਂ ਮਾਰਨੀਆਂ ਚਾਹੀਦੀਆਂ, ਸਰੀ ਦੇ ਵਿੱਚ ਵੱਧ ਚੱਲਣੀ ਚਾਹੀਦੀ ਹੈ, ਬਾਕੀ ਜਗ੍ਹਾ ਘੱਟ ਵੱਧ ਅਸੀਂ ਮੰਨ ਸਕਦੇ ਕਿਉਂਕਿ ਤੁਹਾਡਾ ਸ਼ਹਿਰ ਹੈ ਇਹ। ਬਿਲਕੁਲ 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 ਜੀ। ਔਰ ਸਾਰਿਆਂ ਨੂੰ ਇਹੀ ਕਹਿਣ ਦੇ ਲਈ ਆਏ ਆ ਜੀ ਕਿ ਫਿਲਮ ਦੇਖਿਓ ਜੀ। ਔਰ ਕੋਸ਼ਿਸ਼ ਆ, ਜਿਵੇਂ ਫਿਲਮ ਦੇ ਵਿੱਚ ਆਪਾਂ ਦੱਸਦੇ ਆ ਜੀ ਕਿ ਛਿੰਦੇ ਤੋਂ ਲੈ ਕੇ ਭੱਲਾ ਸਾਹਿਬ ਤੱਕ ਦੇ ਐਕਟਰ ਨੇ, ਤੇ ਉਸੇ ਏਜ ਨੂੰ ਟਾਰਗੇਟ ਕੀਤਾ ਵੀ ਛੋਟੇ ਨਿਆਣਿਆਂ ਤੋਂ ਲੈ ਕੇ ਇਹਨੂੰ ਵੱਡਿਆਂ ਤੱਕ ਸਾਰੇ ਦੇਖਣ ਆਉਣ ਇਕੱਠੇ। ਕਿਉਂਕਿ ਪੰਜਾਬੀ ਫਿਲਮਾਂ ਦੀ ਇੱਕ ਹੀ ਖਾਸੀਅਤ ਹੈ ਜੀ ਕਿ ਅੱਜ ਦੀ ਡੇਟ 'ਚ ਕੋਈ ਵੀ ਸਿਨੇਮਾ ਆਪਾਂ ਦੇਖਦੇ ਆ, ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਫਿਲਮ ਚੱਲਦੀ ਦੇ ਵਿੱਚ ਕੀ ਸੀਨ ਚੱਲ ਪੈਣਾ। ਸੋ ਪੰਜਾਬੀ ਫਿਲਮਾਂ ਤਾਂ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀਆਂ ਫਿਲਮਾਂ ਨੇ ਜੀ। ਔਰ ਕੋਸ਼ਿਸ਼ ਕੀਤੀ ਹੈ ਕਿ ਵਧੀਆ ਤੇ ਇੱਕ ਵੱਡੇ ਸਕੇਲ ਦੀ ਫਿਲਮ ਬਣਾਈ ਜਾਵੇ। ਐਡੀ ਵੱਡੀ ਕਾਸਟ ਅੱਜ ਕੱਲ ਜੀ ਪੰਜਾਬੀ 'ਚ ਇਕੱਠੀ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਆ। ਸਾਨੂੰ ਵੀ 5 ਸਾਲ ਲੱਗ ਗਏ, ਕਿਉਂਕਿ ਕੈਰੀ ਔਨ ਜੱਟਾ ਇੱਕ ਏਦਾਂ ਦੀ ਫਿਲਮ ਆ, ਸਾਨੂੰ ਵੀ ਏਦਾਂ ਫੀਲ ਹੁੰਦਾ ਕਿ ਯਾਰ ਸਾਡਾ ਮਾਣ ਹੈ, ਸਾਡਾ ਪ੍ਰਾਈਡ ਹੈ। ਅੱਜ ਬੰਬੇ ਵਰਗੇ ਸ਼ਹਿਰਾਂ 'ਚ ਜਾਂਦੇ ਆ ਤਾਂ ਉਹ ਕਈ ਵਾਰੀ ਸਾਨੂੰ ਘੱਟ ਪਛਾਣਦੇ ਆ, ਮੈਨੂੰ ਦੇਖ ਕੇ ਕਹਿੰਦੇ ਆ ਕੈਰੀ ਔਨ ਜੱਟਾ। ਤੇ ਉਦੋਂ ਸਾਨੂੰ ਫੀਲ ਹੁੰਦਾ ਵੀ ਯਾਰ ਸਾਡੇ ਤੋਂ ਵੀ ਵੱਡਾ ਨਾਂ ਕੈਰੀ ਔਨ ਜੱਟਾ ਦਾ ਬਣਿਆ, ਤੇ ਬੜਾ ਕੁਝ ਦਿੱਤਾ ਜੀ ਇਸ ਫਿਲਮ ਨੇ। ਸੋ ਬੜੀ ਮਿਹਨਤ ਕਰਦੇ ਆ ਅਸੀਂ ਇਸ ਫਿਲਮ ਦੇ ਲਈ ਸਪੈਸ਼ਲੀ ਜੀ। ਤੇ ਸਾਰੇ ਜਣੇ ਦੇਖਣ ਆਉਣ ਜੀ। 29 ਜੂਨ ਨੂੰ ਰਿਲੀਜ਼ ਹੋ ਰਹੀ ਆ ਤੇ ਸਿਨੇਮੇ ਘਰਾਂ 'ਚ ਬਣਾਂਗੇ ਜੀ। ਫਿਰ ਅਗਲੇ ਹਫਤੇ ਲੱਗਣਾ ਕਿਹੜਾ ਸਰੀ ਦਾ? ਫਿਰ ਲੱਗਿਆ ਜੀ, ਮੈਂ ਪਹੁੰਚਿਆ ਹੀ ਆ ਜੀ ਸਰੀ, ਹਲੇ 10 ਮਿੰਟ ਪਹਿਲਾਂ ਹੀ ਜੀ ਬਾਅਦ ਲੈਣ ਹੋ ਕੇ ਆਏ ਹਾਂ ਜੀ। ਤੇ ਕੋਈ ਨਾ, ਫਿਰ ਅਗਲੇ ਹਫਤੇ ਸਟੂਡੀਓ 'ਚ ਸੱਦਾਂਗੇ ਤੇ ਬਹਿ ਕੇ ਕਰਾਂਗੇ ਗੱਲਾਂ। ਠੀਕ ਹੈ ਭਾਜੀ, ਥੈਂਕ ਯੂ ਭਾਜੀ, ਧੰਨਵਾਦ ਬਹੁਤ ਬਹੁਤ। ਸ਼ੁਭ ਸ਼ਾਮ, ਥੈਂਕ ਯੂ।
ਗਿੱਪੀ ਗਰੇਵਾਲ ਗੱਲਬਾਤ ਕਰ ਰਹੇ ਸੀ। ਹੁਣ ਮੇਰੇ ਨਾਲ ਸਮੀਰ ਕੌਸ਼ਲ ਨੇ। ਸਮੀਰ ਕੌਸ਼ਲ ਜੀ ਗਏ ਹੋਏ ਨੇ, ਪ੍ਰੈਸ ਕਾਨਫਰੰਸ ਹੋ ਰਹੀ ਹੈ ਸਿਟੀ ਆਫ ਸਰੀ ਦੀ ਮੇਅਰ ਬ੍ਰਿੰਡਾ ਲੌਕ ਵੱਲੋਂ, ਤੇ ਉੱਥੇ ਕੀ ਗੱਲ ਹੋਈ? ਕੌਸ਼ਲ ਜੀ ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਕੀ ਖਬਰਾਂ ਨੇ ਜੀ ਪ੍ਰੈਸ ਕਾਨਫਰੰਸ 'ਚ, ਕੀ ਹੋਇਆ? ਗਿਲ ਸਾਹਿਬ, ਇੱਕ ਕਹਾਵਤ ਹੈ ਪੰਜਾਬੀ ਦੀ ਕਿ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਉਹ ਕਹਾਵਤ ਲੱਗਦਾ ਕਿ ਜਿਵੇਂ ਬਿਲਕੁਲ ਸਹੀ ਢੁਕਵੀਂ ਇੱਥੇ ਸਾਬਤ ਹੁੰਦੀ ਹੈ। ਮੇਅਰ ਬ੍ਰਿੰਡਾ ਲੌਕ ਨੇ ਕਹਿ ਦਿੱਤਾ ਸੀ ਸਾਫ਼ ਕਿ ਸਾਡੀ ਜਿਹੜੀ ਫਾਈਨਲ ਰਿਪੋਰਟ ਹੈ ਉਹ ਇਹੀ ਹੈ ਕਿ ਅਸੀਂ ਸਰੀ RCMP ਦੇ ਨਾਲ ਹੀ ਜਾਵਾਂਗੇ, ਅਸੀਂ ਕੰਟੀਨਿਊ ਉਹਦੇ ਨਾਲ ਹੀ ਕਰਾਂਗੇ। ਉਹ ਕਹਿੰਦੇ ਜੀ ਕਿ ਮੈਂ ਜਿਹੜੇ ਪ੍ਰੀਮੀਅਰ ਨੇ ਡੇਵਿਡ ਈਬੀ ਔਰ ਮਾਈਕ ਫਾਰਨਵਰਥ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦੱਸਿਆ ਆਪਣਾ ਡਿਸੀਜਨ ਵੀ ਕਿ ਅਸੀਂ ਇਹਨਾਂ ਦੇ ਨਾਲ ਹੀ ਜਾਣਾ ਚਾਹੁੰਦੇ ਹਾਂ। ਕੱਲ ਦਰਅਸਲ ਕਲੋਜ਼ ਡੋਰ ਇੱਕ ਮੀਟਿੰਗ ਹੋਈ, ਇੱਕ ਐਮਰਜੈਂਸੀ ਮੀਟਿੰਗ ਜਿਹੜੀ ਸੱਦੀ ਗਈ ਸੀ ਕਾਉਂਸਲ ਦੀ, ਜਿਹਦੇ ਵਿੱਚ ਕਈ ਗੱਲਾਂ ਬਾਤਾਂ ਇਹਦੇ ਰਿਗਾਰਡਿੰਗ ਹੋਈਆਂ ਦੱਸੀਆਂ ਜਾਂਦੀਆਂ। ਹਾਲਾਂਕਿ ਇਹਨਾਂ ਨੇ NDA ਜਿਹੜਾ ਨੌਨ ਡਿਸਕਲੋਜ਼ਰ ਅਗਰੀਮੈਂਟ ਸਾਈਨ ਕੀਤਾ ਹੋਇਆ, ਉਹਦੇ ਕਰਕੇ ਮੇਅਰ ਨੇ ਇਹਦੇ ਉਸ ਮੀਟਿੰਗ ਦੇ ਮੁਤਲਕ ਕੋਈ ਜਵਾਬ ਤਾਂ ਨਹੀਂ ਦਿੱਤੇ ਕਿ ਉਹਦੇ ਵਿੱਚ ਕੀ ਗੱਲਬਾਤ ਹੋਈ ਜਾਂ ਕੀ ਕਿਸੇ ਕਾਉਂਸਲ ਮੈਂਬਰ ਨੇ ਕਿਹੜੇ ਪੱਖ ਦੇ ਵਿੱਚ ਵੋਟ ਪਾਈ ਔਰ ਕੱਲ ਦੀ ਜਿਹੜੀ ਵੋਟਿੰਗ ਹੈ ਉਹਦਾ ਕੀ ਨਤੀਜਾ ਨਿਕਲਿਆ। ਲੇਕਿਨ ਉਹਨਾਂ ਨੇ ਇਹ ਕਿਹਾ ਕਿ ਅਸੀਂ ਆਪਣਾ ਫੈਸਲਾ ਜਿਹੜਾ ਸਾਫ਼ ਤੌਰ ਤੇ ਸੂਬੇ ਨੂੰ ਸੁਣਾ ਦਿੱਤਾ ਔਰ ਕਹਿੰਦੇ ਅਸੀਂ ਆਪਣੀ ਕਾਰਪੋਰੇਟ ਰਿਪੋਰਟ, ਸਾਰੇ ਖਰਚੇ, HR ਦਾ ਪਲਾਨ, ਸਾਰੀ ਜੋ ਵੀ ਜਾਣਕਾਰੀ ਸੂਬਾ ਸਰਕਾਰ ਕਹਿ ਰਹੀ ਹੈ ਉਹ ਅਸੀਂ ਛੇਤੀ ਹੀ ਪ੍ਰਦਾਨ ਕਰਾਂਗੇ। ਔਰ ਕਹਿੰਦੇ ਅਸੀਂ ਬਿਲਕੁਲ ਥੋੜਾ ਸਮਾਂ ਲੈ ਕੇ ਤੇ RCMP ਜਿਹੜੀ ਹੈ ਉਹ ਇਸੇ ਤਰੀਕੇ ਨਾਲ ਚੱਲੇਗੀ। ਉਹ ਕਹਿੰਦੇ ਕਿ ਮੈਂ ਸਰੀ ਪੁਲਿਸ ਸਰਵਿਸ ਦੇ ਅਧਿਕਾਰੀ, ਸਰੀ ਪੁਲਿਸ ਯੂਨੀਅਨ, ਉਹਨਾਂ ਦਾ ਸਟਾਫ, ਉਹਨਾਂ ਦੇ ਨਾਲ ਵੀ ਨਾਲ ਖੜੀ ਹਾਂ। ਪਰ ਕਹਿੰਦੇ ਕਿ ਇਸ ਵੇਲੇ ਸਾਨੂੰ ਪਤਾ ਕਿ ਪਿਛਲੇ ਲੰਬੇ ਸਮੇਂ ਤੋਂ ਸਰੀ ਦੇ ਵਿੱਚ RCMP ਹੀ ਕੰਮ ਕਰ ਰਹੀ ਹੈ ਔਰ ਵਧੀਆ ਕੰਮ ਕਰ ਰਹੀ ਹੈ ਔਰ ਅਸੀਂ RCMP ਦੇ ਨਾਲ ਹੀ ਜਾਵਾਂਗੇ। ਸੋ ਗੱਲ ਦਰਅਸਲ ਉੱਥੇ ਹੀ ਰੁਕ ਗਈ ਹੈ ਜਿਹੜੀ ਅਸੀਂ ਪਿਛਲੇ ਦਿਨਾਂ 'ਚ ਲੈ ਕੇ ਵੀ ਆਏ ਆ ਇਹਨਾਂ ਨੂੰ ਔਰ ਇੱਕ ਦੂਜੇ ਦੇ ਪਾਲੇ ਦੇ ਵਿੱਚ ਇਹ ਗੇਂਦਾਂ ਸੁੱਟ ਰਹੇ ਆ, ਕੋਈ ਉਹਨੂੰ ਫੁੱਟਬਾਲ ਸਰੀ ਦੇ ਵਿੱਚ ਜਿੱਥੇ ਹਾਊਸਿੰਗ ਇਸ਼ੂ ਬਣਿਆ ਹੋਇਆ, ਪੁਲਿਸਿੰਗ ਇਸ਼ੂ ਬਣਿਆ ਹੋਇਆ, ਹੈਲਥ ਕੇਅਰ ਇਸ਼ੂ ਬਣਿਆ ਔਰ ਐਜੂਕੇਸ਼ਨ ਇਨਫਰਾਸਟ੍ਰਕਚਰ ਇਸ਼ੂ ਬਣਿਆ। ਇੱਕ ਵਾਰ ਫੇਰ ਸਮਝ ਆ ਗਈ ਹੈ ਕਿ ਇਹ ਰਾਜਨੀਤੀ ਦੀ ਭੇਂਟ ਜਿਹੜੀ ਸਰੀ ਦੀ ਪੁਲਿਸਿੰਗ ਦਾ ਇਸ਼ੂ ਹੈ ਇੱਕ ਵਾਰ ਫੇਰ ਚੜਿਆ ਜਾਪਦਾ। ਦੇਖਦੇ ਆ ਕਿ ਹੁਣ ਮਾਈਕ ਫਾਰਨਵਰਥ ਜਿਹੜੇ ਨੇ ਉਹਨਾਂ ਦੇ ਵੱਲੋਂ ਕੀ ਬਿਆਨ ਆਉਂਦਾ ਹੈ। ਲੇਕਿਨ ਇਹ ਤੇ ਸਾਫ਼ ਤੌਰ ਤੇ ਦਿਖਦਾ ਕਿ ਪੋਲੀਟੀਕਲ ਜਿਵੇਂ ਇੱਕ ਰੰਗਤ ਇਸ ਪੂਰੇ ਦੇ ਪੂਰੇ ਇਸ ਇਸ਼ੂ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਇਹਦੇ ਵਿੱਚ BC NDP ਇੱਕ ਪਾਸੇ ਲੱਗ ਰਹੀ ਹੈ ਔਰ ਇੱਕ ਹੋਰ ਧਿਰ ਜਿਹੜੀ ਇੱਕ ਪਾਸੇ ਲੱਗ ਰਹੀ ਹੈ। 22 ਤੋਂ 26 ਤੱਕ ਇਹ ਫਿਰ ਫੁੱਟਬਾਲ ਚੱਲੂ, 26 ਤੋਂ 30 ਤੱਕ ਫਿਰ ਦੁਬਾਰਾ ਇਹਦੇ ਬਾਅਦ ਫਿਰ ਗੱਲ ਚੱਲੂ। ਲੋਕਾਂ ਦਾ ਕੀ ਕਸੂਰ ਹੈ ਜੀ? ਟੈਕਸ ਪੇਅਰ ਦਾ ਕੀ ਕਸੂਰ ਹੈ? ਇਹਦੇ ਵਿੱਚੋਂ ਤੁਸੀਂ ਇੱਕ ਤੀਖਣ ਬੁੱਧੀ ਵਾਲੇ ਪੱਤਰਕਾਰ ਹੋ, ਇਹਦੇ ਵਿੱਚ ਦੇਖਦੇ ਕੀ ਹੋ ਕੀ ਰਿਹਾ ਹੈ? ਦੇਖਦੇ ਸਿਰਫ ਇਹ ਹੈ ਜੀ ਕਿ ਮੈਂਡੇਟ ਜਿਹੜਾ ਹੈ, ਕਿਉਂਕਿ ਪਿਛਲੇ ਅੱਜ ਤੋਂ 4 ਸਾਲ ਪਹਿਲਾਂ ਵੀ ਜੇਕਰ ਦੇਖਿਆ ਜਾਏ, ਹੁਣ ਤਾਂ 5 ਸਾਲ ਹੋ ਜਾਣੇ ਆ, ਜਦੋਂ ਡਗ ਮੈਕੈਲਮ ਆਪਣੀ ਸਟੇਟ ਲੈ ਕੇ ਆਏ ਸੀ ਉਦੋਂ ਵੀ ਇਸ਼ੂ ਜਿਹੜਾ ਸਰੀ ਦੇ ਵਿੱਚ ਇਹ ਬਣਾਇਆ ਗਿਆ ਸੀ ਕਿ ਅਸੀਂ ਪੁਲਿਸ ਲੈ ਕੇ ਆਣੀ ਹੈ, ਉਹਦੇ ਕੁਝ ਮਹੀਨੇ ਪਹਿਲਾਂ ਇਸ਼ੂ ਜਿਹੜਾ ਉਹ ਬਣਨਾ ਸ਼ੁਰੂ ਹੋਇਆ ਸੀ ਜਦੋਂ ਵੇਕਅਪ ਸਰੀ ਵੱਲੋਂ ਸਿਟੀ ਹਾਲ ਦੇ ਮੂਹਰੇ 1100-1200 ਬੰਦੇ ਜਿਹੜੇ ਆ ਸਰੀ ਦੇ ਆ ਕੇ ਉਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਸੀ ਜਦੋਂ 2 ਸਾਡੇ ਟੀਨੇਜਰ ਮੁੰਡੇ ਜਿਹੜੇ ਜਸਕਰਨ ਭੰਗਲ ਤੇ ਜਸਕਰਨ ਝੁੱਟੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਗੈਂਗਸਟਰਸ ਦੇ ਵੱਲੋਂ। ਔਰ ਉਸ ਵੇਲੇ ਇਹ ਪੂਰਾ ਮੋਮੈਂਟਮ ਚੱਲਿਆ ਸੀ ਔਰ ਮਹੀਨੇ ਦੇ ਵਿੱਚ ਹੀ ਸਾਰੀ ਜਿਹੜੀ ਖੇਡ ਹੈ ਉਹ ਬਦਲ ਗਈ ਸੀ। ਉਸ ਵੇਲੇ ਟੌਮ ਗਿਲ ਜਿਹੜੇ ਆ ਉਹ ਇੱਕ ਬਤੌਰ ਮੇਅਰ ਉਮੀਦਵਾਰ ਇਹਦੇ 'ਚ ਖੜੇ ਹੋਏ ਸੀ ਔਰ ਦੂਜੇ ਪਾਸੇ ਮੇਅਰ ਡਗ ਮੈਕੈਲਮ ਸੀ। ਡਗ ਮੈਕੈਲਮ ਨੇ ਇਸੇ ਮੁੱਦੇ ਨੂੰ ਇਨਕੈਸ਼ ਕਰਕੇ ਉਸ ਵੇਲੇ ਉਹਨਾਂ ਦੇ ਹੱਕ ਦੇ ਵਿੱਚ, ਹਾਲਾਂਕਿ ਉਹਨਾਂ ਨੇ ਜਿਹੜਾ ਸਕਾਈ ਟ੍ਰੇਨ ਦਾ ਮੁੱਦਾ ਸੀ LRT ਤੋਂ ਸਕਾਈ ਟ੍ਰੇਨ, ਉਹ ਵੀ ਨਾਲ ਦੇ ਨਾਲ ਲਿਆ ਸੀ, ਪਰ ਇਸ ਮੁੱਦੇ ਦੇ ਉੱਤੇ ਲੋਕੀ ਜ਼ਿਆਦਾ ਉਸ ਵੇਲੇ ਇਮੋਸ਼ਨਲ ਹੋਏ ਸੀ ਕਿ ਹਾਂ ਅਸੀਂ ਆਪਣੀ ਪੁਲਿਸ ਚਾਹੁੰਦੇ ਹਾਂ। ਪਰ ਹੌਲੀ ਹੌਲੀ ਕਈ ਚੀਜ਼ਾਂ ਪਤਾ ਵੀ ਲੱਗਣੀਆਂ ਸ਼ੁਰੂ ਹੋਈਆਂ ਗਿਲ ਸਾਹਿਬ ਕਿ ਜਿਵੇਂ ਇਹ ਕਿਹਾ ਜਾ ਰਿਹਾ ਸੀ ਕਿ ਲੋਕਲ ਮਿਊਨਿਸਪੈਲਿਟੀ ਦੀ ਜਿਹੜੀ ਪੁਲਿਸ ਹੈ ਇਹ ਕਾਉਂਸਲ ਨੂੰ ਜਵਾਬਦੇਹ ਹੋਏਗੀ। ਇਹ ਪਤਾ ਲੱਗਣਾ ਸ਼ੁਰੂ ਹੋਇਆ ਕਿ ਕਾਉਂਸਲ ਨੂੰ ਜਵਾਬਦੇਹ ਨਹੀਂ ਹੈ, ਇਹ ਤਾਂ ਸਰੀ ਪੁਲਿਸ ਬੋਰਡ ਨੂੰ ਜਵਾਬਦੇਹ ਹੈ ਔਰ ਬੋਰਡ ਜਿਹੜਾ ਥਾਪਣਾ ਹੈ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਥਾਪਣਾ ਹੈ। ਔਰ ਇਨਫੈਕਟ ਤੁਸੀਂ ਦੇਖੋ ਇਹਦੇ ਵਿੱਚ ਜਿਹੜਾ ਰੌਲਾ ਜਿੱਥੇ ਫਸਦਾ ਉਹ ਇਹ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਆਲਰੇਡੀ ਇਹ ਗੱਲ ਜਿਹੜੀ ਹੈ ਇਹ ਸਾਫ਼ ਕੀਤੀ ਹੋਈ ਹੈ ਕਿ ਇੱਕ ਪ੍ਰੋਵਿੰਸ਼ੀਅਲ ਪੁਲਿਸ ਲਿਆਉਣ ਦਾ ਜਿਹੜੀ ਕੰਸਲਟੇਸ਼ਨ ਹੈ ਉਹ ਚੱਲ ਰਹੀ ਸੀ ਔਰ ਉਹ ਆਲਰੇਡੀ ਜਿਹੜੀ ਹੈ ਉਹ ਹੋ ਚੁੱਕੀ ਹੈ। ਔਰ ਕਦੋਂ ਉਹ ਪ੍ਰੋਵਿੰਸ਼ੀਅਲ ਪੁਲਿਸ ਆਏਗੀ ਜਾਂ ਰੀਜਨਲ ਪੁਲਿਸ ਬਣ ਕੇ ਆਏਗੀ ਕਿ ਵੈਨਕੂਵਰ ਆਈਲੈਂਡ ਵਾਲੀ ਅਲੱਗ ਹੋ ਜਾਏਗੀ, ਵੈਨਕੂਵਰ ਗ੍ਰੇਟਰ ਵੈਨਕੂਵਰ ਵਾਲੀ ਅਲੱਗ ਹੋ ਜਾਏਗੀ ਔਰ ਫਰੇਜ਼ਰ ਵੈਲੀ ਵਾਲੀ ਅਲੱਗ ਹੋ ਜਾਏਗੀ, ਕੋਈ 3-4 ਰੀਜਨ ਜੇ ਬਣ ਜਾਂਦੇ ਆ ਉਦਾਂ ਦੀ ਪੁਲਿਸ ਹੋਏਗੀ। ਸੂਬਾ ਸਰਕਾਰ ਵੀ ਆਪਣੇ ਵੱਲੋਂ ਕੋਈ ਕਲੈਰਿਟੀ ਨਹੀਂ ਦੇ ਰਹੀ। ਇਹਨਾਂ ਵੱਲੋਂ ਵੀ ਪਿਛਲੇ ਮਹੀਨੇ ਇਹ ਗੱਲ ਕਹੀ ਗਈ ਸੀ ਕਿ ਅਸੀਂ ਫਾਈਨਲ ਡਿਸੀਜਨ ਦੇਵਾਂਗੇ ਜਦੋਂ ਡਾਇਰੈਕਟਰ ਆਫ ਪੁਲਿਸਿੰਗ ਦੀ ਰਿਪੋਰਟ ਆਉਣੀ ਸੀ, ਲੇਕਿਨ ਉਹ ਫਾਈਨਲ ਡਿਸੀਜਨ ਦੇਣ ਦੀ ਬਜਾਏ ਸਟਰੋਂਗਲੀ ਰਿਕਮੈਂਡੇਸ਼ਨ ਜਿਹੜੀ ਉਹ ਦਿੱਤੀ ਗਈ, ਸਿਫਾਰਿਸ਼ ਦਿੱਤੀ ਗਈ। ਪੁਲਿਸ ਐਕਟ ਜਿਹੜਾ ਉਹ ਪਾਵਰ ਦਿੰਦਾ ਸਿਟੀ ਨੂੰ ਕਿ ਉਹ ਆਪਣੀ ਮਰਜ਼ੀ ਕਰ ਸਕਦੇ ਆ, ਲੇਕਿਨ ਮੰਨਿਆ ਜਾ ਰਿਹਾ ਕਿ ਸ਼ਾਇਦ ਪੁਲਿਸ ਐਕਟ ਦੇ ਵਿੱਚ ਕੋਈ ਐਸੀ ਤਾਕਤ ਵੀ ਹੈ ਜਿਹੜੀ ਸੂਬੇ ਦੇ ਪਬਲਿਕ ਸੇਫਟੀ ਮਿਨਿਸਟਰ ਦੇ ਕੋਲ ਹੈ ਕਿ ਇੱਕ ਇਫੈਕਟਿਵ ਪੁਲਿਸ ਦਾ ਹਵਾਲਾ ਦੇ ਕੇ ਉਹ ਇਸ
ਜਿਹੜਾ ਇਹ ਡਿਸੀਜਨ ਹੈ ਸਿਟੀ ਕਾਉਂਸਲ ਦਾ ਕੀ ਉਹਨੂੰ ਬਦਲ ਸਕਦੇ ਜਾਂ ਨਹੀਂ ਇਹ ਵੀ ਦੇਖਣਾ ਹੋਏਗਾ। ਪਰ ਉਸ ਕੇਸ ਦੇ ਵਿੱਚ ਕੀ ਕਾਉਂਸਲ ਆਪਣੇ ਅਧਿਕਾਰਾਂ ਵਾਸਤੇ ਕੋਰਟ ਦੇ ਵਿੱਚ ਜਾਏਗੀ ਕਿ ਨਹੀਂ ਇਹ ਵੀ ਦੇਖਣਾ ਹੋਏਗਾ। ਪਰ ਕੁੱਲ ਮਿਲਾ ਕੇ ਟੈਕਸ ਪੇਅਰਸ ਦਾ ਹਰ ਮਹੀਨੇ $8 ਮਿਲੀਅਨ ਫਾਲਤੂ ਜਾ ਰਿਹਾ 2 ਪੁਲਿਸ ਏਜੰਸੀ ਚਲਾਉਣ ਦੇ ਵਿੱਚ। ਵੱਡੀ ਗੱਲ ਇਹ ਹੈ ਕਿ ਸਰੀ ਪੁਲਿਸ ਸਰਵਿਸ ਦੇ ਅਧਿਕਾਰੀਆਂ ਵੱਲੋਂ ਇਹ ਆਲਰੇਡੀ ਕਿਹਾ ਗਿਆ ਸੀ 94% ਦੇ ਕਰੀਬ ਵੱਲੋਂ ਕਿ ਅਸੀਂ ਸਰੀ RCMP ਦੇ ਵਿੱਚ ਨਹੀਂ ਜਾਵਾਂਗੇ ਜੇਕਰ ਸਰੀ ਦੇ ਵਿੱਚ ਪੁਲਿਸ ਆਫ ਜੁਰਿਸਡਿਕਸ਼ਨ ਸਰੀ RCMP ਰਹਿੰਦੀ ਹੈ। ਸੋ ਸਟਿਲ ਅਜੇ ਇਹ ਬਹੁਤ ਕਨਫਿਊਜ਼ਨ ਵਾਲਾ ਦੌਰ ਬਣਿਆ ਹੋਇਆ। ਦੇਖਦੇ ਹਾਂ ਅੱਗੇ ਚੱਲ ਕੇ ਕਿ ਕੀ ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਔਰ ਸਰੀ RCMP ਸਰੀ ਪੁਲਿਸ ਸਰਵਿਸ ਔਰ ਸਿਟੀ ਆਫ ਸਰੀ ਇਹ ਚਾਰੇ ਜਿਹੜੀਆਂ ਧਿਰਾਂ ਨੇ ਇਹ ਬਹਿ ਕੇ ਆਪਸ ਵਿੱਚ ਕਿਸੇ ਇੱਕ ਫੈਸਲੇ ਉਤੇ ਆਉਂਦੀਆਂ ਜਾਂ ਨਹੀਂ ਆਉਂਦੀਆਂ। ਜੀ ਗਿਲ ਸਾਹਿਬ, ਸੋ ਅਗਲੀਆਂ 2 ਇਲੈਕਸ਼ਨਾਂ ਜਿਹੜੀਆਂ MLA ਤੇ MP ਦੀਆਂ ਹੋਣੀਆਂ ਨੇ 24 ਜਾਂ ਘੱਟ ਗਿਣਤੀ ਦੀ ਸਰਕਾਰ ਆ ਸੈਂਟਰ ਦੀ ਜਦ ਮਰਜ਼ੀ ਟੁੱਟ ਸਕਦੀ ਹੈ। ਸੋ ਸਰੀ ਪੁਲਿਸ ਦਾ ਵੱਡਾ ਇਸ਼ੂ ਉਹਨਾਂ 'ਚ ਵੀ ਰਹਿਣ ਵਾਲਾ ਇਹਦਾ ਮਤਲਬ ਐਬਸੋਲੂਟਲੀ ਸਰੀ ਦੇ ਵਿੱਚ ਪੁਲਿਸ ਦਾ ਮੁੱਦਾ ਇਹ ਰਹਿਣ ਵਾਲਾ ਹੈ। ਔਰ ਮੈਨੂੰ ਇਹ ਲੱਗ ਰਿਹਾ ਕਿ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਸ਼ਾਇਦ ਅਗਲੀ ਟਰਮ ਦੇ ਵਿੱਚ ਵੀ ਇਹ ਮੁੱਦਾ ਫੇਰ ਇੱਕ ਵਾਰ ਬਣ ਕੇ ਆਏਗਾ। ਮੈਨੂੰ ਇਹ ਲੱਗ ਰਿਹਾ ਕਿ ਜਿੰਨੀ ਦੇਰ ਸੂਬਾ ਸਰਕਾਰ ਜਿਹੜੇ ਕਿ ਕਿਉਂਕਿ ਪਬਲਿਕ ਸੇਫਟੀ ਮਿਨਿਸਟਰ ਜਿਹੜਾ ਉਹ ਟੌਪ ਕਾਪ ਹੁੰਦਾ ਸਭ ਤੋਂ ਵੱਡਾ ਪੁਲਿਸ ਦਾ ਅਧਿਕਾਰੀ ਉਹੀ ਹੁੰਦਾ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਔਰ ਇਸ ਵੇਲੇ ਮੇਰੇ ਖਿਆਲ ਨਾਲ ਡੇਵਿਡ ਈਵੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਲੀਡਰਸ਼ਿਪ ਕੁਆਲਿਟੀ ਅੱਗੇ ਆ ਕੇ ਦਿਖਾਣ। ਔਰ ਜੇਕਰ ਰੀਜਨਲ ਪੁਲਿਸ ਲਿਆਉਣ ਦਾ ਕੋਈ ਮੰਤਵ ਸੂਬਾ ਸਰਕਾਰ ਦੇ ਮਨ 'ਚ ਹੈ ਤਾਂ ਐਟਲੀਸਟ ਉਸ ਪ੍ਰੋਗਰਾਮ ਨੂੰ ਅੱਗੇ ਲਿਆਉਣ ਕਿ ਅਸੀਂ ਸੂਬਾ ਸਰਕਾਰੀ ਕਵੇ ਕਿ ਅਸੀਂ ਰੀਜਨਲ ਪੁਲਿਸ ਲਿਆਉਣਾ ਚਾਹੁੰਦੇ ਹਾਂ ਔਰ ਇਹਨੂੰ 4 ਜਾਂ 5 ਸਾਲ ਲੱਗਣਗੇ। ਉਨੀ ਦੇ ਜਿਹੜੀ ਸਥਿਤੀ ਜਿੱਥੇ ਦੀ ਉਹਨੂੰ ਬੇਸ਼ੱਕ ਉੱਦਾਂ ਨਹੀਂ ਰੱਖਿਆ ਜਾਏ ਲੇਕਿਨ ਕੋਈ ਕਲੈਰਿਟੀ ਸੂਬਾ ਸਰਕਾਰ ਵੱਲੋਂ ਵੀ ਦਿੱਤੀ ਜਾਣੀ ਚਾਹੀਦੀ ਹੈ। ਇਨਫੈਕਟ ਜੇ ਅਸੀਂ ਇੱਕ ਬਿਲਕੁਲ ਡਿਫਰੈਂਟ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਸਿਟੀ ਆਫ ਸਰੀ ਦੇ ਮੇਅਰ ਬ੍ਰੈਂਡਾ ਲੌਕ ਤਾਂ ਇੱਕ ਸਟਰੋਂਗ ਇੱਕ ਲਾਈਨ ਕੱਢ ਕੇ ਖੜੇ ਆ ਨਹੀਂ ਉਹਨਾਂ ਲੀਡਰਸ਼ਿਪ ਦਿਖਾਤੀ। ਹਾਂ ਦੂਜੇ ਪਾਸੇ ਰਿਕਮੈਂਡੇਸ਼ਨ ਜ਼ਰੂਰ ਕੀਤੀ ਜਾ ਰਹੀ ਹੈ। ਇਹ ਗੱਲ ਨਹੀਂ ਕੀਤੀ ਜਾ ਰਹੀ ਸਰੀ RCMP ਦੇ ਸਰੀ ਪੁਲਿਸ ਸਰਵਿਸ ਦੇ ਜਿਹੜੇ 800-900 ਆਫਿਸਰ ਹੈ ਉਹਨਾਂ ਦੀਆਂ ਫੈਮਿਲੀਜ਼ ਜਿਹੜੀਆਂ ਉਹ ਇਸ ਵੇਲੇ ਬੜੀ ਦੁਚਿੱਤੀ 'ਚ ਫਸੀਆਂ ਹੋਈਆਂ ਕਿ ਅਸੀਂ ਕਰਨਾ ਕੀ ਹੈ। ਮੈਂਟਲ ਹੈਲਥ ਇੰਨੀ ਜ਼ਿਆਦਾ ਉਹਨਾਂ ਦੀ ਇਫੈਕਟ ਹੋ ਰਹੀ ਹੈ ਕਿ ਉਹ ਲਿਖ ਰਹੇ ਆ ਇਸ ਗੱਲ ਬਾਰੇ ਕਿ ਅਸੀਂ ਬੜੀ ਪਰੇਸ਼ਾਨੀ 'ਚ ਕਿ ਅਨਸਰਟੇਨਿਟੀ ਦਾ ਮਾਹੌਲ ਹੈ, ਕਨਫਿਊਜ਼ਨ ਦਾ ਮਾਹੌਲ ਹੈ। ਪਰ ਆਈ ਥਿੰਕ ਜਿਹੜੀ ਸੂਬਾ ਸਰਕਾਰ ਹੈ ਇਹ ਖਾਸ ਤੌਰ ਤੇ ਮਿਨਿਸਟਰ ਆਫ ਪਬਲਿਕ ਸੇਫਟੀ ਹੈ ਜਿਹੜੇ ਉਹਨਾਂ ਦੀ ਲੀਡਰਸ਼ਿਪ ਦੀ ਘਾਟ ਜਿਹੜੀ ਹੈ ਉਹ ਇਸ ਸਾਰੀ ਗੱਲਬਾਤ ਨੂੰ ਇਸ ਪਾਸੇ ਲਿਜਾ ਰਹੀ ਹੈ। ਆਈ ਥਿੰਕ ਉਹਨੂੰ ਫੈਸਲਾ ਇਹ ਜ਼ਰੂਰ ਲੈਣਾ ਚਾਹੀਦਾ। ਕੌਸ਼ਲ ਸਾਹਿਬ ਧੰਨਵਾਦ। ਬਾਕੀ ਸੋਮਵਾਰ ਨੂੰ ਤੁਸੀਂ ਆਪਣੇ ਸ਼ੋਅ ਵਿੱਚ ਗੱਲਬਾਤ ਕਰੋਗੇ। ਬਹੁਤ ਵਧੀਆ ਮੁਲਾਂਕਣ ਕੀਤਾ ਭਾਈ ਸਾਹਿਬ, ਧੰਨਵਾਦ ਬਹੁਤ ਬਹੁਤ। ਥੈਂਕ ਯੂ ਜੀ। ਥੈਂਕ ਯੂ। ਸਮੀਰ ਕੌਸ਼ਲ ਗੱਲਬਾਤ ਕਰ ਰਹੇ ਸੀ। 604-204-0600 ਕੀ ਸੋਚਦੇ ਹੋ ਤੁਸੀਂ ਇਹ ਸਰੀ 'ਚ ਸਾਡਾ ਕੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ? ਕੀ ਕਹਾਣੀ ਹੋਏਗੀ? ਇਹ ਕੀ ਅਸੀਂ ਇਸ ਚੀਜ਼ ਦੇ ਵਿੱਚ ਰਹਾਂਗੇ ਵੀ ਕਿਹੜੀ ਪੁਲਿਸ ਕੀ ਸ਼ਹਿਰ ਦੇ ਹੋਰ ਮੁੱਦੇ ਕੋਈ ਨਹੀਂ ਹੈ? ਸਾਡੇ ਨਾਲ ਕੀ ਹੋ ਰਿਹਾ ਸਰੀ ਦੇ ਸ਼ਹਿਰ ਦੇ ਵਸਨੀਕ ਇਸ ਤੇ ਆਪਣੀ ਜੇ ਰਾਏ ਪ੍ਰਗਟ ਕਰਨੀ ਚਾਹਣ ਆਪਾਂ ਤੁਹਾਡੇ ਲਈ ਲਾਈਨਸ ਜਿਹੜੀਆਂ ਨੇ ਉਹ ਖੁੱਲੀਆਂ ਨੇ 604-204-0600 ਵਾਪਸ ਆ ਕੇ ਹੁਣੇ ਗੱਲਬਾਤ। ਖਬਰ ਤੁਸੀਂ ਸੁਣ ਰਹੀ ਹੈ ਪੋਲੀਟੀਕਲ ਡਿਸੀਜਨ ਜਿਹੜੇ ਨੇ ਉਹ ਹੋ ਰਹੇ ਨੇ। ਬਰਿੰਡਾ ਲੌਕ ਨੇ 18 ਵਾਲੀ ਇਲੈਕਸ਼ਨ ਡਗ ਮਕਲਮ ਨੇ ਜਿੱਤੀ ਸਰੀ ਪੁਲਿਸ ਬਣਾਉਣ ਦੇ ਲਈ। 22 ਦੇ ਵਿੱਚ ਬਰਿੰਡਾ ਲੌਕ ਨੇ ਜਿੱਤ ਲਈ RCMP ਰੱਖਣ ਲਈ। ਉਹ ਆਪਣੀ ਜਗ੍ਹਾ ਤੇ ਜਿਹੜੀ ਹੈ ਉਹ ਵਾਅਦੇ ਤੇ ਪੂਰਾ ਖੜਨਾ ਚਾਹੁੰਦੇ ਆ। ਲੋਕ ਜਿਹੜੇ ਨੇ ਸਰੀ ਦੇ ਉਹ ਪ੍ਰੋਪਰਟੀ ਟੈਕਸ ਪੇ ਕਰਨ, ਉਹ ਪਾਣੀ ਦੇ ਬਿੱਲ, ਉਹ ਸੀਵਰ ਦੇ ਫਿਰਨ, ਉਹ ਜਿਹੜਾ ਵੱਡੇ ਪ੍ਰੋਜੈਕਟਸ ਲਈ ਪੇ ਕਰਨ। ਪਰ ਉਹਨਾਂ ਦੀ ਸੇ ਕਿੱਥੇ ਹੈ? ਸਾਨੂੰ ਕੋਈ ਸੁਣ ਸਕਦਾ ਹੈ ਸਰੀ ਦੇ ਵਸਿੰਦਿਆਂ ਨੂੰ ਜਾਂ ਉਹਨਾਂ ਨੂੰ ਫਿਰ ਹੁਣ ਕਿਤੇ ਇਕੱਠ ਕਰਕੇ ਵੱਡਾ ਕਿਤੇ ਦੱਸਣਾ ਪਊਗਾ ਵੀ ਅਸੀਂ ਕੀ ਸੋਚਦੇ ਹਾਂ? ਜਾਂ ਫਿਰ ਅਗਲੀਆਂ ਇਲੈਕਸ਼ਨਾਂ 24 ਦੀਆਂ ਪ੍ਰੋਵਿੰਸ ਦੀਆਂ ਜਾਂ ਫੈਡਰਲ ਇਲੈਕਸ਼ਨ ਜ਼ਿਆਦਾ ਹੋਊ ਉਹਦੇ 'ਚੋਂ ਸੁਨੇਹਾ ਦੇਣਗੇ ਵੀ ਅਸੀਂ ਕੀ ਸੋਚਦੇ ਹਾਂ। 604-204-0600 ਸਾਹਿਬ ਭਜਨ ਸਿੰਘ ਜੀ ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਹਿਬ। ਹਾਂਜੀ ਜਨਾਬ ਇਲੈਕਸ਼ਨ ਜਿਹੜੀ ਪਿਛਲੀ ਹੋਈ ਮੈਂ ਉਹਦੇ ਬਾਰੇ ਜਦੋਂ ਦੀ ਹੋਈ ਮੈਂ ਉਦੋਂ ਦਾ ਹੀ ਮੈਂ ਅਪਸੈਟ ਹਾਂ ਜਦੋਂ ਦੀ ਇਲੈਕਸ਼ਨ ਹੋਈ ਆ। ਉਹਦਾ ਰੀਜ਼ਨ ਆ ਇਹ ਟਰੂ ਇਲੈਕਸ਼ਨ ਨਹੀਂ, ਫੇਅਰ ਇਲੈਕਸ਼ਨ ਨਹੀਂ ਹੋਈ ਕਿਉਂਕਿ ਇਹ ਚਾਲ ਸੈੱਟ ਕੀਤਾ ਹੈ ਪਹਿਲਾਂ ਹੀ ਸਾਡੇ ਸੌਰੀ ਟੂ ਸੇ ਆਪਣੇ ਲੋਕਲੀ ਬੰਦੇ ਜਿਹੜੇ MP ਸਾਹਿਬ ਉਹਨਾਂ ਨੇ ਪਹਿਲਾਂ ਨੰਬਰ ਲਾਏ ਹੋਏ ਸੀ ਮੈਂ ਮੇਅਰ ਤਾਂ ਬਣਨਾ ਨਹੀਂ ਪਰ ਗੇਮ ਜ਼ਰੂਰ ਖਰਾਬ ਕਰਨੀ ਆ ਉਹ ਕਰ ਦਿੱਤੀ। ਉਹਦਾ ਜਿਹੜਾ ਰਿਜ਼ਲਟ ਆ ਹੁਣ ਸਾਰੀ ਕਮਿਊਨਿਟੀ ਜਿਹੜੀ ਆ ਸਾਰੀ ਸਫਰ ਕਰ ਰਹੀ ਹੈ ਇਸ ਵੇਲੇ ਗਿੱਲ ਸਾਹਿਬ। ਧੰਨਵਾਦ ਬਹੁਤ ਬਹੁਤ। ਹਾਂਜੀ ਦੇਖੋ ਇਹ ਗੱਲ ਹੁਣ ਜ਼ਰੂਰ ਕਿਉਂਕਿ ਜਿਹੜੇ ਦੂਜੀ ਜੁਰਿਡਿਕਸ਼ਨ ਦੇ ਵਿੱਚੋਂ ਆ ਕੇ 2 ਕੈਂਡੀਡੇਟ ਖੜੇ
ਇਹਦੇ ਵਿੱਚ ਸੁਖ ਧਾਲੀਵਾਲ MP ਜਿਹੜੇ ਸੀ ਉਹ ਮੇਅਰ ਬਣਨਾ ਚਾਹੁੰਦੇ ਸੀ, ਉਹ ਖੜੇ ਆ ਕੇ, ਤੇ ਨਾਲ ਜਿੰਨੀ ਸਿਮਜ਼ MLA ਸਨ ਉਹ ਖੜੇ ਆ ਕੇ। ਹੁਣ ਲੋਕ ਇਸ ਗੱਲ ਤੇ ਜਿਹੜੇ RCM ਜਿਹੜੇ ਸਰੀ ਪੁਲਿਸ ਦੇ ਹੱਕ 'ਚ ਨੇ ਤੇ ਮੇਅਰ ਦੇ ਡਗ ਮਕੱਲਮ ਦੇ ਹੱਕ 'ਚ ਸਨ ਕਿ ਉਹਨਾਂ ਦੇ ਵੀਡੀਓ ਪ੍ਰੋਜੈਕਟ ਅਗਲੇ 4 ਸਾਲਾਂ 'ਚ ਪੂਰੇ ਹੋਣੇ, ਪਰ ਮਹਿਜ 1000 ਵੋਟਾਂ ਤੇ ਉਹਨਾਂ ਦਾ ਹਾਰਨਾ ਜਿਹੜਾ ਉਹ ਲੋਕਾਂ ਨੂੰ ਚੁੱਭ ਰਿਹਾ ਵੀ 500 ਵੋਟਾਂ ਤੇ ਸਾਡਾ ਬੰਦਾ ਹਾਰ ਗਿਆ। ਜੇ ਕਿਉਂਕਿ ਕਮਿਊਨਿਟੀ ਦੀਆਂ ਵੋਟਾਂ, ਪੰਜਾਬੀ ਕਮਿਊਨਿਟੀ ਦੀਆਂ ਵੋਟਾਂ ਇਹਨਾਂ ਦੋਨਾਂ 'ਚ ਵੀ ਵੰਡੀਆਂ ਗਈਆਂ, ਉਹ ਕਹਿੰਦੇ ਜੇ ਇਹ ਨਾ ਖੜਦੇ ਤਾਂ ਮੇਅਰ ਜਿੱਤ ਜਾਣਾ ਸੀ। ਜਿਹੜੇ ਮੇਅਰ ਦੇ ਹੱਕ ਦੇ ਲੋਕ ਨੇ, ਜਿਹੜੇ ਮੇਅਰ ਮੁਕੱਲਮ ਦੇ ਹੈ, ਕਿਉਂਕਿ ਮੇਅਰ ਮੁਕੱਲਮ ਨੂੰ ਹੀ ਟਾਰਗੇਟ ਕੀਤਾ ਗਿਆ, ਕਰਪਸ਼ਨ ਦੀਆਂ ਗੱਲਾਂ ਕੀਤੀਆਂ ਗਈਆਂ, ਕੰਮ ਨਹੀਂ ਹੋ ਰਿਹਾ, ਕੰਮ ਖਰਾਬ ਹੋ ਗਿਆ। ਹੁਣ ਜਿੱਥੇ ਵੀ ਇਕੱਠ ਹੁੰਦਾ, ਕਿਤੇ ਵੀ ਗੱਲ ਕੋਈ ਹੁੰਦੀ ਹੈ, ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਉਹਨਾਂ ਦੋਨਾਂ ਨੂੰ ਛੱਡ ਕੇ, ਜਿਹੜੇ ਆਪਣੇ ਵੱਡੇ ਅਹੁਦਿਆਂ ਨੂੰ ਛੱਡ ਕੇ, ਇੱਕ ਓਟਵਾ 'ਚ ਇੱਕ ਪ੍ਰੋਵਿੰਸ ਦੇ ਵਿੱਚ ਬੈਠਾ ਹੈ, ਉਹਨਾਂ ਨੂੰ ਛੱਡ ਕੇ ਉਹ ਕਹਿੰਦੇ ਵੀ ਤੁਸੀਂ ਕੱਲ੍ਹ ਹੀ ਆ ਗਏ ਇੱਧਰ ਨੂੰ, ਤੁਸੀਂ ਕੀ ਕਰਨਾ ਸੀ ਇਹਦੇ 'ਚ, ਕੀ ਫਿਕਸ ਕਰਨਾ ਸੀ ਤੁਸੀਂ ਆਪਣੀ ਪੋਰਟਫੋਲੀਓ ਫਿਕਸ ਕਰੋ, ਤੁਸੀਂ ਓਟਵਾ ਦੇ ਵਿੱਚ ਕੰਮ ਕਰੋ, ਤੁਸੀਂ ਸੂਬੇ 'ਚ ਕੰਮ ਕਰੋ, ਜਾਂ ਉੱਥੋਂ ਰਿਜ਼ਾਈਨ ਦੇ ਕੇ ਆਓ। ਰਿਜ਼ਾਈਨ ਚਲੋ ਦੇਣ ਦੀ ਜ਼ਰੂਰਤ ਨਹੀਂ, ਇਹਦੇ ਲਈ ਸਿਸਟਮ ਅਲਾਉ ਕਰਦਾ ਵੀ ਤੁਸੀਂ ਦੂਜੀ ਲੜ ਸਕਦੇ ਹੋ, ਜੇ ਦੂਜੀ ਜਿੱਤ ਗਈ ਪਹਿਲੀ ਛੱਡ ਦਿਓ, ਜੇ ਦੂਜੀ ਹਾਰ ਗਈ ਪਹਿਲੀ ਹੱਥ 'ਚ ਹੈਗੀ ਵੀ ਆ ਜੌਬ। ਸੋ ਆ ਜਿਹੜੀ ਭਜਨ ਸਿੰਘ ਹੋਣੀ ਦੱਸ ਕੇ ਗਏ ਨੇ, ਇਹ ਕਾਰਨ ਆਮ ਲੋਕਾਂ ਦੀ ਇਸੇ ਹੈ ਬਈ ਇਹ ਕਾਰਨ ਇਹ ਹੋਇਆ। ਕੁਲਦੀਪ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਗੱਲ ਇਹ ਆ ਵੀ ਆਪਣੇ ਜਿੱਦਾਂ ਹੁਣ ਨਾ ਆਪਾਂ ਫਸ ਗਏ ਬਹੁਤ ਔਰੇ, ਉਹਦੇ ਵਿੱਚ ਫਸੇ ਇਦਾਂ ਆ ਵੀ ਨਾ ਨਿਕਲ ਸਕਦੇ ਆ ਤੇ ਨਾ ਇਹ ਆਪਾਂ ਨੂੰ ਕੋਈ ਛੱਡ ਸਕਦੇ ਆ। ਆਪਾਂ ਬਹੁਤ ਔਰੇ ਫਸੇ ਆ ਉਹਦੇ ਵਿੱਚ। ਹੁਣ ਆਪਾਂ ਜਿੱਦਾਂ ਕਹੀਏ ਨਾ, ਇੱਕ ਆਪਾਂ ਨੂੰ ਜਿੱਦਾਂ ਪ੍ਰੋਪਰਟੀ ਟੈਕਸ ਵਾਲੇ ਜਿਹੜਾ ਹੁਣ ਇਹਨੇ ਕੱਢਿਆ, ਹੁਣ ਇੰਨਾ 12% ਵਧਾਤਾ, ਤੇ ਆਪਾਂ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਵੀ ਆਪਾਂ ਨੂੰ ਜਾਂ ਤਾਂ ਪ੍ਰੋਪਰਟੀ ਟੈਕਸ ਬੰਦ ਕਰਨ ਇਹਨਾਂ 12% ਵਾਲਾ, ਹਜੇ ਟਾਈਮ ਹੈਗਾ ਆਪਣਾ 10-15 ਦਿਨ, ਜਾਂ ਫਿਰ ਰੋਡ ਤੇ ਆਪਾਂ ਨੂੰ ਆਉਣਾ ਪਊਗਾ ਜਿੱਦਾਂ ਆਪਾਂ ਉਦੋਂ ਹੋਏ ਸੀਗੇ, ਫੇਰ ਵਿੱਚ ਫਾਇਦਾ ਹੋਣਾ। ਨਹੀਂ ਤਾਂ ਇਹਨਾਂ ਨੇ ਆਪਾਂ ਨੂੰ ਦੋਨਾਂ, ਜਿਹਦਾ ਮਤਲਬ ਆਪਾਂ ਚੱਕ ਬੇਲਣੇ ਦੇ ਵਿੱਚ ਫਸ ਗਏ, ਨਾ ਆਪਾਂ ਬੇਲਣੇ ਚੋਂ ਬਾਹਰ ਆ ਸਕਦੇ ਆ ਤੇ ਨਾ ਬੇਲਣੇ ਦੇ ਅੰਦਰ ਜਾ ਸਕਦੇ ਆ। ਨੋਤਰਾ ਸਾਹਿਬ ਨੇ, ਇੱਕ ਲਿਸਨਰ, ਉਹਨਾਂ ਨੇ ਕਿਹਾ, ਕਹਿੰਦੇ ਫਿਰ ਬਾਈਕਾਟ ਕਰੋ ਪ੍ਰੋਪਰਟੀ ਟੈਕਸ ਜਿਹੜੀ ਇਹਨਾਂ ਨੇ ਵਧਾਇਆ, ਤੇ ਇਕੱਠੇ ਹੋਵੋ ਬਾਹਰ। ਉਹਨਾਂ ਨੇ ਵੀ ਇਹੀ ਮੈਸੇਜ ਦਿੱਤਾ ਜਿਹੜਾ ਤੁਸੀਂ ਕੀਤਾ। ਕਈ ਕਾਲਰ ਨੇ ਜਿਹੜੇ ਆਪਣਾ ਸੁਨੇਹਾ ਭੇਜਦੇ ਨੇ, ਉਹ ਕਹਿੰਦੇ ਵੀ ਅਸੀਂ ਐਕਸਪ੍ਰੈਸ ਕਿਵੇਂ ਕਰਨਾ, ਫਿਰ ਇਹਨਾਂ ਦੇ ਡਿਸੀਜਨ ਦੇ ਅਸੀਂ ਖਿਲਾਫ ਜਾਈਏ। ਹਰਵੰਸ ਕੌਰ ਜੀ। ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਮੇਰਾ ਕੁਐਸਚਨ ਹੈ ਇੱਕ ਜੀ ਡਾਕਟਰ ਦਾ। ਮੇਰਾ ਪੋਤਾ ਬਿਮਾਰ ਹੋ ਗਿਆ, ਮੈਂ ਫੈਮਿਲੀ ਡਾਕਟਰ ਦੇ ਗਈ, ਉਹ ਕਹਿੰਦੀ ਮੈਂ ਨਹੀਂ ਲੈ ਸਕਦੀ। ਮੈਂ ਮਾੜਾ ਦੇਖ ਲਓ ਵੀ ਚਾਂਗਾ ਮਾਰਦਾ, ਗੱਡੀ ਕਰਾ ਕੇ ਲੈ ਕੇ ਗਏ, ਕਹਿੰਦੀ ਨਹੀਂ ਬਾਕਮ ਚਲੇ ਜਾਓ। ਉਹਨਾਂ ਨੇ ਜਵਾਬ ਦਿੱਤਾ। ਫਿਰ ਉਹ ਕਹਿੰਦਾ ਵੀ ਇੱਧਰ ਤਾਂ ਭੀੜ ਡੈਲਟਾ ਹਸਪਤਾਲ 'ਚ ਅਸੀਂ 4 ਵਜੇ ਜਾ ਕੇ ਉਹ ਐਂਟਰ ਹੋਇਆ, ਸਵੇਰ ਦੇ 5 ਵਜੇ ਤਾਈਂ ਉਹਨੂੰ ਕਿਸੇ ਨੇ ਨਹੀਂ ਪੁੱਛਿਆ। ਕਹਿੰਦਾ ਸਾਡੇ ਕੋਲ ਤਾਂ ਡਾਕਟਰ ਹੀ ਹੈ ਨਹੀਂ। ਰੋਂਦਾ ਕਲੰਦਾ ਕਹਿੰਦਾ ਹੁਣ ਮੈਂ ਕੀ ਕਰਾਂ। ਅਸੀਂ ਆਖਿਆ ਉਬਰ ਕਰਾ ਕੇ ਆ ਜਾ। ਵਿਚਾਰਾ ਉਬਰ ਕਰਾ ਕੇ ਆ ਗਿਆ। ਫਿਰ ਫੈਮਿਲੀ ਵਾਲੀ ਨੂੰ ਕਿਹਾ, ਉਹਦੇ ਦਾਦੇ ਦੀ ਅਪਾਇੰਟਮੈਂਟ ਕੈਂਸਲ ਕਰੀ ਜਿਹੜੀ ਸੀਗੀ ਤੀਜੇ ਦਿਨ ਦੀ, ਉਹਦੀ ਅਪਾਇੰਟਮੈਂਟ ਲਈ ਤਾਂ ਡਾਕਟਰ ਨੇ ਫੈਮਿਲੀ ਵਾਲੇ ਨੂੰ ਦੇਖਿਆ। ਸੋ 12 ਘੰਟੇ ਐਮਰਜੈਂਸੀ 'ਚ ਬਹਿ ਕੇ ਮੁੰਡਾ ਵਾਪਸ ਆ ਗਿਆ। ਹਾਂਜੀ, ਤੜਕੋਂ ਆਪਣੇ 4 ਵਜੇ ਦਾ ਐਂਟਰ ਹੋਇਆ, ਸਵੇਰੋਂ 5 ਵਜੇ ਤਾਈਂ ਉਹ ਡੀਕ ਕੇ 6 ਵਜੇ ਘਰੇ ਆਇਆ। ਫਿਰ ਕੋਈ ਡਾਕਟਰ ਨੇ ਨਹੀਂ ਪੁੱਛਿਆ। ਜਦੋਂ ਇੰਨਾ ਟੈਕਸ ਪੇ ਕਰਦੇ ਆ, ਫਿਰ ਵੋਟਾਂ ਮੰਗਣ ਆ ਜਾਂਦੇ ਨੇ। ਵੋਟਾਂ ਹੁਣ ਜੀ ਨਹੀਂ ਕਰਦਾ ਕਿਸੇ ਨੂੰ ਵੀ ਪਾਉਣ ਨੂੰ। ਬਿਲਕੁਲ ਠੀਕ ਆ ਬੀਬੀ ਜੀ ਗੱਲ ਤੁਹਾਡੀ। ਮੋਹਿਤ ਵਰਮਾ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਜੀ ਸਤਿ ਸ਼੍ਰੀ ਅਕਾਲ ਵਰਮਾ ਜੀ। ਮੈਂ ਤੁਹਾਨੂੰ 2 ਹਫ਼ਤੇ ਪੁਰਾਣੀ ਟਰੂ ਸਟੋਰੀ ਦੱਸਦਾ। ਸੁਣਾਓ ਜੀ। ਮੈਂ ਵੈਨਕੂਵਰ ਵਾਲੇ ਗੁਰਦੁਆਰੇ 'ਚ ਗਿਆ, ਰੋਜ਼ ਸਟਰੀਟ ਵਾਲੇ। ਉੱਥੇ ਮੈਂ ਨਾਮ ਨਹੀਂ ਲਵਾਂਗਾ, ਮੈਨੂੰ ਉੱਥੇ MP ਸਾਹਿਬ ਮਿਲ ਗਏ। ਮੈਂ ਹੁਣ ਜਿੱਦਾਂ ਆਪਣਾ ਇੱਕ ਸੰਸਕਾਰ ਕਲਚਰ ਹੁੰਦਾ ਹੈ, ਕੋਈ ਮਿਲ ਜਾਂਦਾ ਆਪਾਂ ਹੱਥ ਜੋੜ ਕੇ ਨਮਸਤੇ। ਬਿਲਕੁਲ ਠੀਕ ਜੀ, ਬਿਲਕੁਲ। ਮੈਂ ਉਹਨਾਂ ਨੂੰ ਹੱਥ ਜੋੜੇ ਤੇ ਗੁਰਦੁਆਰੇ ਦੇ ਅੰਦਰੋਂ ਕੋਈ ਆਇਆ ਤੇ ਮੈਨੂੰ ਆ ਕੇ ਕਹਿੰਦੇ ਪੁੱਤ ਚੋਰਾਂ ਦੇ ਅੱਗੇ ਹੱਥ ਨਹੀਂ ਜੋੜੀਦਾ। ਕੈਨ ਯੂ ਬਿਲੀਵ? ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਿਹੜੀ ਥਾਂ ਤੇ ਮੈਂ ਖੜੇ ਆ ਇੱਥੇ ਹੱਥ ਜੋੜਦੇ ਹਾਂ, ਇੱਥੇ ਹੱਥ ਜੋੜਦੇ ਆ, ਭਾਵੇਂ ਤੁਹਾਡੇ ਸਾਹਮਣੇ ਚੋਰ ਹੈ ਚਾਹੇ ਜੋ ਮਰਜ਼ੀ ਹੈਗਾ। ਮੈਂ ਕਿਹਾ ਇਹ ਜਿਹੜੀ ਥਾਂ ਹੈਗੀ ਆ, ਇਹ ਜਿਹੜਾ ਗੁੱਸਾ ਹੈਗਾ ਨਾ ਲੋਕਾਂ ਦੇ ਵਿੱਚ, ਇਹ ਛੋਟੀਆਂ ਚੀਜ਼ਾਂ ਇਹਨਾਂ ਨੇ ਇੱਥੇ ਦੀ ਪੋਲਿਟਿਕਸ ਨੂੰ ਦੇ ਆਰ ਡਰੈਗਿੰਗ ਆਲ ਆਫ ਅਸ। ਇਹ ਰਿਐਲਿਟੀ ਹੈਗੀ ਆ। ਇਹ ਸਾਡੀ ਪਰਵਾਹ ਨਹੀਂ ਕਰਦੇ ਪਏ ਆਪਣੇ ਭਾਈਚਾਰੇ ਦੇ। ਕਹਿਣ ਵਾਲੇ ਬੜਾ ਬੁਰਾ ਲੱਗਦਾ ਹੈਗਾ
ਲੇਕਿਨ ਐਕਚੁਅਲ ਦੇ ਵਿੱਚ ਇਹ ਜਿਹੜੀ ਮੈਂ ਦੱਸਾਂ ਇੱਕ ਗੱਲ ਉੱਤੇ ਮੇਰਾ ਥੋੜਾ ਜਿਹਾ ਬ੍ਰੈਂਡਾ ਲਾਕ ਕੋਲੇ ਇੰਟਰਸਟ ਵੱਧ ਗਿਆ। ਉਹਦਾ ਰੀਜ਼ਨ ਕੀ ਹੈ ਕਿ ਉਹਨੇ ਸਟੈਂਡ ਲਿੱਤਾ ਹੋਇਆ ਹਾਲੇ ਤੱਕ। ਚਲੋ ਠੀਕ ਹੈ, ਜੋ ਵੀ ਚੱਲਦਾ ਪਿਆ, ਆਈ ਵਿਲ ਐਪਰੀਸ਼ੀਏਟ ਹਰ ਕਿ ਉਹਨੇ ਲੇਡੀ ਨੇ, ਇੱਕ ਗੋਰੀ ਲੇਡੀ ਨੇ ਸਟੈਂਡ ਲਿੱਤਾ ਹੋਇਆ ਕਿ ਇਸ ਬੇਸ ਦੇ ਉੱਤੇ ਮੈਂ ਇਲੈਕਸ਼ਨ ਜਿੱਤਿਆ ਸੀਗਾ ਤੇ ਮੈਂ ਇਸ ਬੇਸ ਤੇ ਸਟੈਂਡ ਕਰਦੀ ਹਾਂ। ਮੈਂ ਕਹਿੰਦਾ ਜਿਹੜੇ ਆਪਣੇ ਬੰਦੇ ਏਦਾਂ ਦੀ ਕਿਸ਼ਤੀ ਦੇ ਵਿੱਚ ਚੱਲਦੇ ਪਏ ਹੈ, ਜਿਹਨਾਂ ਨੂੰ ਆਪਣਾ ਨਾਰਾ ਹੀ ਨਹੀਂ ਪਤਾ, ਉਸ ਤੋਂ ਵਧੀਆ ਤਾਂ ਇਹ ਨਿਕਲ ਗਏ। ਬਿਲਕੁਲ ਕਲੀਅਰ ਗੱਲ ਹੈ। ਜਿਹੜੀ ਗੱਲ ਤੇ ਮੈਂਡੇਟ ਉਹਨਾਂ ਨੂੰ ਮਿਲੀ ਆ ਉੱਥੇ ਉਹ ਖੜੇ ਨੇ। ਬਲਵਿੰਦਰ ਸਿੰਘ ਸਰਾਂ ਜੀ, ਲਾਈਨ ਨੰਬਰ 5। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਾਂ ਸਾਹਿਬ। ਇਹ ਗਿੱਲ ਸਾਹਿਬ, ਇਹ ਜਿਹੜਾ ਆਰਸੀ ਐਮਪੀ ਦਾ ਤੇ ਸਦੀ ਪਲੀਜ਼ ਦਾ ਮੁੱਦਾ ਇਹ ਐਂ ਹੀ ਚੱਲੂਗਾ ਹੁਣ ਸਾਰੀ ਉਮਰ? ਇਹ ਆ ਦੇਖ ਲਓ, ਤੁਹਾਡੇ ਕੋਲ ਚੱਲ ਹੀ ਰਿਹਾ ਜੀ, 4 ਸਾਲ ਤਾਂ 5ਵਾਂ ਹੋ ਗਿਆ। 4 ਸਾਲ ਪਹਿਲਾਂ ਲੰਘੇ ਡੱਗ ਜੇ ਇਸ ਗੱਲ ਤੇ ਜਿੱਤ ਗਿਆ, ਹੁਣ ਇਹ ਬਿੰਡਾ ਲੋਕ ਜਿੱਤ ਗਈ ਹੈਗੀ। ਇਹ ਸੋਲਿਸਿਟਰ ਜਨਰਲ ਜਾਂ ਡੇਵਿਡ ਈਬੀ ਇਹ ਕਿਉਂ ਹੁਣ ਲੀਡਰਸ਼ਿਪ ਦਿਖਾਉਣ, ਇਹ ਗੱਲ ਆ ਕਰਨ ਵਾਲੀ, ਲੀਡਰਸ਼ਿਪ ਦਿਖਾਉਣ ਉਹ, ਕਿਉਂਕਿ ਹੁਣ ਇਹ ਤਾਂ ਸਾਰੇ ਕੁਰਸੀਆਂ ਪੱਕੀਆਂ ਕਰੀ ਬੈਠੇ ਹੈਗੇ ਆ। ਮਾਰੇ ਤਾਂ ਅਸੀਂ ਜਾਂਦੇ ਹੈਗੇ ਆ, ਸੜਕਾਂ ਦਾ ਬੁਰਾ ਹਾਲ ਹੋਇਆ ਪਿਆ, ਸਕੂਲਾਂ ਦਾ ਬੁਰਾ ਹਾਲ ਹੋਇਆ ਪਿਆ, ਤੇ ਹਸਪਤਾਲ ਦੇ ਵਿੱਚ ਕੋਈ ਇੱਥੇ ਐਮਰਜੈਂਸੀ ਦੇ ਵਿੱਚ ਭਰਾਉਂਦਾ, ਕੋਈ ਬੱਚਾ ਡਿਲੀਵਰੀ ਕਾਰ ਦੇ ਵਿੱਚ ਕਰੀ ਜਾਂਦਾ ਹੈਗਾ। ਹਾਲ ਕੀ ਬਣਿਆ ਹੋਇਆ ਦੇਖ ਲਓ ਜੀ। ਫਿਰ ਸਾਡੀ ਟੈਕਸ, ਪ੍ਰਾਪਰਟੀ ਟੈਕਸ ਫੇਰ ਵੱਧ ਗਿਆ ਹੈਗਾ। ਹੁਣ ਅਸੀਂ ਕਿੱਧਰ ਨੂੰ ਜਾਵਾਂਗੇ? ਇਹ ਸਾਨੂੰ ਇੱਕ ਵਾਰੀ ਜਾਗੋ ਸਰੀ ਵਿੱਚ ਇਕੱਠ ਹੋ ਕੇ ਇਕੱਠੇ ਹੋਣਾ ਪੈਣਾ ਹੈ ਔਰ ਆਵਾਜ਼ ਉਠਾਉਣੀ ਪੈਣੀ ਹੈ, ਤਾਂ ਇਹਨਾਂ ਦੇ ਕੰਮ ਤੇ ਜੂ ਸਰਕਦੀਆਂ ਨਹੀਂ। ਗੱਲ ਸਾਹਿਬ, ਸਾਡੇ ਲਈ ਕੁਛ ਨਹੀਂ ਕਿਸੇ ਨੇ ਕੋ ਕਰਨਾ। ਥੈਂਕ ਯੂ ਸਰਾਂ ਸਾਹਿਬ। ਸਰ ਬਲਜਿੰਦਰ ਸਿੰਘ ਸੰਘਾ ਜੀ, ਲਾਈਨ ਨੰਬਰ 1। ਭਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੰਘਾ ਸਾਹਿਬ। ਹਾਂਜੀ, ਦੇਖੋ ਜੀ, ਆਪਣੀ ਸਰੀ ਦੀ ਬਣਦੀ ਜਿਹੜੀ ਪੁਲਿਸ ਸੀ ਨਾ ਲੋਕਲ, ਉਹਦੇ ਵਿੱਚ ਜਿਹੜਾ ਅੜਿੱਕਾ ਸੁੱਖ ਧਾਲੀਵਾਲ ਤੇ ਜਿੰਨੀ ਨੇ ਢਾਇਆ ਜਾਂਦਾ, ਤੇ ਜੇ ਆਪਣੇ ਪੰਜਾਬੀ ਜਾਗਦੀ ਜ਼ਮੀਰਾਂ ਵਾਲੇ ਹੈਗੇ ਇਹਨਾਂ ਨੂੰ ਸਬਕ ਸਿਖਾ ਦੇਣ, ਇਹਨਾਂ ਨੂੰ ਪੌਣੇ ਟੈਕਸ ਦੇ ਵਿੱਚੋਂ ਗੈਵੇ ਕਰ ਦੇਣ। ਹੁਣ ਜਿਹੜੀ ਆ ਆਪਣੀ ਲੋਕਲ ਪੁਲਿਸ ਦਾ ਮੁੱਦਾ, ਇਹ ਹੁਣ ਐਨਡੀਪੀ ਨੇ ਵੀ ਗੇਮ ਖੇਲਣੀ ਹੈ। ਜਿੱਦਾਂ ਹੁਣ ਸਰੀ ਦੇ ਹਸਪਤਾਲ ਨੂੰ 35 ਸਾਲ 30 ਸਾਲ ਹੋ ਗਏ ਨਾ, ਹੁਣ ਬਣਾ ਦਿਆਂਗੇ 64 ਸਾਲਾਂ ਨੂੰ, ਬਣਾ ਦਿਆਂਗੇ 2 ਨੂੰ ਬਣਾ ਦਿਆਂਗੇ। ਇਹਨਾਂ ਨੇ ਹੁਣ ਜਦੋਂ ਇਲੈਕਸ਼ਨ ਆਣੀ ਆ, ਪ੍ਰੋਵਿੰਸ ਦੀ ਇਲੈਕਸ਼ਨ ਆਣੀ ਆ, ਉਦੋਂ ਕਹਿਣਾ ਕਿ ਜੇ ਅਸੀਂ ਜਿੱਤ ਗਏ ਤਾਂ ਅਸੀਂ ਤੁਹਾਡਾ ਜਿਹੜਾ ਲੋਕਲ ਪੁਲਿਸ ਲੈ ਕੇ ਆਵਾਂਗੇ। ਇਹ ਮੁੱਦਾ ਇਹਦੇ ਤੇ ਪੋਲੀਟਿਕਸ ਕਰ ਰਿਹਾ, ਇਹਨਾਂ ਨੇ ਵੀ ਪੋਲੀਟਿਕਸ ਕਰਨੀ ਆ। ਤੇ ਇਹਦੇ ਜਿਹੜੇ ਦੋਸ਼ੀ ਆ ਜਿੰਨੀ ਸਿੰਘ ਤੇ ਸੁੱਖ ਧਾਲੀਵਾਲ, ਇਹਨਾਂ ਨੇ ਸਾਡੀ ਬਣੀਓ ਬਣਾਈ ਪੁਲਿਸ ਨੂੰ ਜਿੱਦਾਂ ਖਰਾਬ ਕੀਤਾ, ਸੋ ਇਹਨਾਂ ਨੂੰ ਬਖਸ਼ਣਾ ਨਹੀਂ ਕਦੇ ਵੀ ਚਾਹੀਦਾ। ਜੇ ਪੰਜਾਬੀਆਂ ਦੀ ਆਪਣੀਆਂ ਜਾਗਦੀ ਜ਼ਮੀਰ ਵਾਲੇ ਹੈਗੇ ਆ, ਸੋ ਇਹਨਾਂ ਨੂੰ ਜ਼ੀਰੋ ਹੀ ਕਰਦੇ। ਪੋਲੀਟਿਕਸ ਦੇ ਵਿੱਚ ਆਣ ਹੀ ਨਾ ਬੰਦੇ, ਚਾਹੇ ਪ੍ਰੋਵਿੰਸ ਦੀ ਜਿਹੜੀ ਮਰਜ਼ੀ ਹੋਵੇ। ਇਹ ਗੁੱਸਾ ਇਹਨਾਂ ਦੇ ਉੱਪਰ ਹੀ ਸਾਰਿਆਂ ਨੂੰ ਗੁੱਸਾ ਹੈਗਾ, ਤੇ ਗੁੱਸਾ ਜਾਇਜ਼ ਵੀ ਆ। ਬਣੀਓ ਬਣਾਈ ਇੱਕ ਐਮਪੀ ਛੱਡ ਕੇ ਉਹਨੂੰ ਮੇਅਰ ਬਣਨੇ ਦੀ ਕੀ ਲੋੜ ਸੀ? ਇੱਕ ਐਮਐਲਏ ਬਣੀਓ, ਉਹਨੂੰ ਮੇਅਰ ਬਣਨ ਦੀ ਕੀ ਲੋੜ ਸੀ? ਕੀ ਪਤਾ ਇਹਨਾਂ ਨੇ ਆਰਸੀ ਐਮਪੀ ਦੇ ਕੋਲੋਂ ਕਿੰਨੇ ਪੈਸੇ ਲਏ ਹੋਣ ਕਿ ਅਸੀਂ ਤੁਹਾਡੀ ਆਰਸੀ ਐਮਪੀ ਨੂੰ ਇੱਥੇ ਰੱਖਾਂ। ਕਰਦੇ ਆਪਸ ਵਿੱਚ ਉਹ ਖੇਲਦੇ, ਜਿਹੜਾ ਕੋਲ ਪਹਿਲਾਂ ਪੋਰਟਫੋਲੀਓ ਸੀ, ਐਮਪੀ ਬਣੇ ਸੀ, ਐਮਐਲਏ ਸੀ, ਉਹ ਕਿਉਂ ਆਏ? ਇਹ ਇਸ ਗੱਲ ਤੇ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਮੁੜ ਕੇ ਜਦੋਂ ਗੱਲ ਕਰਦੇ ਆ, ਇਹ ਗੱਲ ਜ਼ਰੂਰ ਕਰਦੇ ਆ। ਹਰਜੀਤ ਸਿੰਘ ਜੀ। ਹਾਂਜੀ ਵੀਰ ਜੀ, ਮੈਨੂੰ ਤਾਂ ਲੱਗਦਾ ਸਹੀ ਹੋ ਰਿਹਾ ਜੀ। ਜਿੱਦਾਂ ਦੇ ਹੁਣ ਉਹਨਾਂ ਨੂੰ ਵੋਟਾਂ ਕਿਹੜੇ ਲੋਕਾਂ ਨੇ ਪਾਈਆਂ? ਅਸੀਂ ਲੋਕਾਂ ਨੇ ਪਾਈਆਂ ਨੇ ਨਾ। ਜਦੋਂ ਤਾਂ ਅਸੀਂ ਵੋਟ ਪਾਉਣੀ ਹੁੰਦੀ ਆ, ਉਦੋਂ ਤਾਂ ਅਸੀਂ ਚਾਚੇ ਮਾਮੇ ਦੇ ਕਹੇ ਤੇ ਪਾ ਦਿੰਨੇ ਆ। ਹੁਣ ਫਿਰ ਇਲਾਜ ਵੀ ਉਹਨਾਂ ਦੇ ਕਹੇ ਤੇ ਕਰਾ ਲਓ। ਹੁਣ ਜਿਹੜੇ ਲੀਡਰ ਨੇ, ਹੁਣ ਜਿਹੜੀ ਆਪਣੀ ਮੇਅਰ ਆ, ਹੁਣ ਜਿਹੜੇ ਲੋਕਾਂ 'ਚ ਜਿਹੜੀ ਕਮਿਊਨਿਟੀ 'ਚੋਂ ਵਿਚਰਦੀ ਆ ਵੀਕਐਂਡ ਤੇ, ਉਹਨਾਂ ਨੂੰ ਤਾਂ ਲੋੜ ਹੀ ਨਹੀਂ ਪੈਂਦੀ। ਉਹ ਤਾਂ ਪੈਸੇ ਵਾਲੇ ਲੋਕਾਂ 'ਚ ਰਹਿੰਦੇ ਆ, ਉਹਨਾਂ ਦੇ ਭਾਵੇਂ ਤਾਂ ਸਾਰੀ ਕਮਿਊਨਿਟੀ ਇਹੋ ਜਿਹੀ ਆ। ਹੁਣ ਤੁਸੀਂ ਕਰਾ ਲਓ ਇਲਾਜ, ਜਿਨ੍ਹਾਂ ਦੇ ਕਹੇ ਵੋਟਾਂ ਪਾਈਆਂ ਨੇ, ਹੁਣ ਉਹਨਾਂ ਦੇ ਜਾਇਆ ਕਰੋ। ਹਸਪੀਟਲ ਜਾਣ ਲੱਗੇ ਵੀ ਭਾਜੀ ਤੁਹਾਡੇ ਕਹਿੰਦੇ ਵੋਟ ਪਾਈ ਸੀ, ਹੁਣ ਆਜੋ ਨਾਲ। ਇਹ ਐਗਰੈਸਿਵਨੈਸ ਹੈ ਜੀ ਜਿਹੜੀ ਸੁਣ ਰਹੇ ਹੋ ਤੁਸੀਂ। ਪੀਲ ਫਾਈਨੈਂਸ਼ੀਅਲ ਦੇ ਕੁਲਦੀਪ ਸਿੰਘ ਗਿੱਲ, ਗੁਰਜੋਤ ਸਿੰਘ ਗਿੱਲ ਰੂਮੀ। ਟਰੱਕ ਟ੍ਰੇਲਰ ਡੰਪ ਟਰੱਕ ਰੀਫਾਈਨਾਂਸ ਕਰਾਉਣਾ, ਨਵਾਂ ਲੈਣਾ, ਪੁਰਾਣਾ ਕੋਈ ਲੈਣਾ, ਛੋਟਾ ਟਰੱਕ ਲੈਣਾ, ਡੰਪ ਟਰੱਕ ਲੈਣਾ, ਕੋਈ ਪੋਨੀ ਟਰਾਂਸਫਰ, ਗੱਲ ਕੀ ਕੁਝ ਵੀ ਲੈਣਾ। 7475 135 ਸਟਰੀਟ, ਦਫ਼ਤਰ 126 ਨੰਬਰ, ਯੂਨਿਟ ਆ 604 503 6969। ਪੀਲ ਫਾਈਨੈਂਸ਼ੀਅਲ, ਕੁਲਦੀਪ ਸਿੰਘ ਗਿੱਲ, ਗੁਰਜੋਤ ਸਿੰਘ ਗਿੱਲ ਰੂਮੀ। ਰੰਗਲਾ ਪੰਜਾਬ ਆਰਟਸ ਅਕੈਡਮੀ, ਸਰ ਸਰਬਜੀਤ ਸਿੰਘ ਚੀਮਾ ਕਹਿ ਰਹੇ ਨੇ ਭੰਗੜਾ ਜਵਾਕਾਂ ਨੂੰ ਸਿਖਾਉਣਾ, ਵਧੀਆ ਬੋਲੀ, ਪੰਜਾਬੀ ਸੱਭਿਆਚਾਰ, ਮਾਂ ਬੋਲੀ ਦੀ ਗੱਲਬਾਤ ਤੇ ਗਿੱਧਾ, ਢੋਲ ਤੇ ਬੋਲੀ ਦੀ ਜਾਣਕਾਰੀ। ਇਹਦੇ ਬਾਰੇ ਵੀ ਸਰਬਜੀਤ ਸਿੰਘ ਚੀਮਾ ਖੁਦ ਕੈਂਪ 'ਚ ਮੌਜੂਦ ਰਹਿਣਗੇ। ਸਮਰ ਕੈਂਪ ਸਰੀ ਦੇ ਵਿੱਚ 778 886 4003 ਤੇ ਜਾਣਕਾਰੀ ਲਿਓ। ਐਬਸਪੋਰਟ 'ਚ 778 886 8101, 778 886 4003 ਸਰੀ 'ਚ ਤੇ 778 886 8101। ਰਾਏ ਕੰਸਟਰਕਸ਼ਨ ਦੇ ਜੱਸੀ ਰਾਏ ਕਹਿ ਰਹੇ ਨੇ ਕਿ
ਤੁਸੀਂ ਰੈਨੋਵੇਸ਼ਨ ਕਰਾਉਣੀ ਹੈ ਕਿਤੇ ਵੀ BC ਦੇ ਵਿੱਚ, ਵੱਡਿਆਂ ਸ਼ਹਿਰਾਂ, ਛੋਟਿਆਂ 'ਚ, ਕਸਬਿਆਂ 'ਚ, ਅਸੀਂ ਆ ਕੇ ਰੈਨੋਵੇਸ਼ਨ ਕਰਾਂਗੇ। $20,000 ਦਾ ਤੁਹਾਨੂੰ ਲੋਨ ਦੇਵਾਂਗੇ। ਜੇ ਔਖੇ ਹੋ, ਛੋਟੀਆਂ ਕਿਸ਼ਤਾਂ ਦੇ ਵਿੱਚ ਤੁਸੀਂ ਮੋੜਦੇ ਹੋ, ਤੇ 1 ਸਾਲ ਲਈ ਟੈਲਰ ਸਿਕਿਉਰਿਟੀ ਕੈਮਰਾ ਵੀ ਦੇਵਾਂਗੇ। 604 799 7201 ਰਾਏ ਕੰਸਟਰਕਸ਼ਨ। ਜੋਗਾ ਸਿੰਘ ਜੀ, ਤੁਸੀਂ ਏਅਰ ਤੇ ਹੋ ਬਾਈ? ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇਹ ਪਰਨਾਲਾ ਮੈਂ ਨਾ ਮਾਨੂ ਵਾਲੀ ਗੱਲ ਆ, ਇਹ ਤਾਂ ਚਾਹੀਦਾ ਜਿਹੜਾ ਜਨਤਾ ਦੀ ਮਤਲਬ ਆ ਬਈ ਪ੍ਰੋਟੈਕਸ਼ਨ ਕਿੱਦਾਂ ਕੀਤੀ ਜਾਵੇ, ਉਹ ਮੰਨਦਾ ਆ। ਇਹ ਤਾਂ ਮੈਂ ਨਾ ਮਾਨੂ ਵਾਲੀ ਗੱਲ ਆ। ਇੱਕ ਮਤਲਬ ਆ ਬਈ ਇਹਦੇ ਗੱਲ ਵਧੀਆ ਨਹੀਂ। ਮੈਂ ਬਾਈ ਜੀ ਜਦੋਂ ਘਰ ਲਿਆ ਸੀ $1900 ਟੈਕਸ ਸੀਗਾ। ਹੁਣ ਕਿੰਨਾ ਜੀ? ਹੁਣ ਜੇ 4 ਗੁਣਾ ਕਹਦੇ ਆ ਤਾਂ ਮੇਰਾ ਖਿਆਲ ਹੈ ਕੋਈ ਮੈਂ ਗਲਤ ਨਹੀਂ ਹੋਊਗਾ। 5 ਦਬੰਜੀ ਮੈਂ ਕਹਿ ਲਓ 25 ਸਾਲੇ ਹੋਇਆ ਕਰ ਲੈ ਇਹਨੂੰ 26। ਕਮਾਲ ਹੋ ਗਈ ਬਈ। ਕੁਲਵਿੰਦਰ ਗਰੇਵਾਲ ਜੀ, ਲਾਈਨ ਨੰਬਰ 5। ਗੈਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਗੈਲ ਸਾਹਿਬ, ਗੱਲ ਤਾਂ ਜਿਹੜੇ 2-3 ਕਾਲਰ ਪਹਿਲਾਂ ਕਹਿ ਕੇ ਗਏ ਬੜੀ ਪਤਰੀ ਕਹਿ ਕੇ ਗਏ, ਜਿਹੜੇ ਬ੍ਰਿੰਡਾ ਲੋਕ ਨੇ ਉਹ ਤਾਂ ਆਪਦੀ ਜਗ੍ਹਾ ਸਹੀ ਨੇ ਜੀ। ਪਰ ਜਿਹੜੇ 2 MP ਨੇ ਇਹਨਾਂ ਨੂੰ ਲੈ ਕੇ ਆਂਦਾ, ਦੂਜੇ ਨੂੰ ਹਰਾਇਆ, ਸਲਾਮ ਉਹਨਾਂ ਦੇ ਆ, ਤੇ ਲੋਕ ਪਤਾ ਨਹੀਂ ਕਾਹਤੇ ਭੁੱਲ ਜਾਂਦੇ ਆ। ਸਭ ਤੋਂ ਵੱਡੀ ਗੱਲ ਤੇ ਇਹ ਵੀ ਉਹਨਾਂ ਨੂੰ ਨਹੀਂ ਵੋਟ ਪਾਉਣੀ ਚਾਹੀਦੀ। ਬਾਕੀ ਤਾਂ ਚਲੋ ਜਿਹੜਾ ਕੁਝ ਹੁੰਦਾ ਹੋਈ ਜਾਣ ਦੋ। ਜਗਜੀਤ ਨਿੱਜਰ ਜੀ, ਲਾਈਨ ਨੰਬਰ 6। ਹਾਂਜੀ ਗੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਿੱਜਰ ਸਾਹਿਬ। ਦੇਖੋ ਜੀ, ਆਪਣੇ ਰੇਡੀਓ ਤੇ ਆ ਕੇ ਰੌਲਾ ਪਾਉਂਦੇ ਸਾਰੇ ਹੀ, ਰਾਈਟ। ਜਦੋਂ ਬਜਟ ਬਾਰੇ ਇਹਨਾਂ ਨੇ ਟੈਕਸ ਬਾਰੇ ਮੀਟਿੰਗ ਸੀ ਕੌਂਸਲ ਦੀ, ਉੱਥੇ ਕੋਈ ਨਹੀਂ ਪਹੁੰਚਾ, ਸਾਰੀਆਂ ਸੀਟਾਂ ਖਾਲੀ ਪਈਆਂ ਸੀਗੀਆਂ। ਜਿਹੜੇ ਬੁਲਾਰੇ ਸੀਗੇ ਉਹੀ ਗਏ ਸੀ, ਨਾ ਕੋਈ ਮੀਡੀਆ ਵਾਲਾ ਉੱਥੇ ਸੀ ਆਪਣਾ, ਕੋਈ ਵੀ ਨਹੀਂ ਸੀਗਾ। ਇੱਥੇ ਆ ਕੇ ਰੌਲਾ ਰੇਡੀਓ ਤੇ ਪਾਉਣ ਦਾ ਤਾਂ ਕੋਈ ਮਸਲਾ ਨਹੀਂ ਹੱਲ ਹੁੰਦਾ, ਰਾਈਟ। ਉਹ ਹੱਲ ਉੱਥੇ ਸਿਟੀ ਹਾਲ ਤੇ ਹੁੰਦੇ ਆ, ਜਦੋਂ ਉਹ ਮੀਟਿੰਗ ਰੱਖਦੇ ਆ, ਲੋਕੀ ਜਾਣ ਉੱਥੇ ਸੀਟਾਂ ਦੇ ਜਾਂ ਫੁੱਲ ਕਰਨ, ਲੋਕਾਂ ਨੂੰ ਪਤਾ ਲੱਗੇ, ਰਾਈਟ। ਕੋਈ ਸਾਈਨ ਨਹੀਂ ਕਰਦਾ ਸੀ ਉੱਥੇ, ਪੇਪਰ ਪਹਿਲਾਂ ਹੀ ਚੱਕ ਕੇ ਲੈ ਗਏ ਅੰਦਰ ਸਾਰੇ। ਉਹ ਪੇਪਰ ਸਾਈਨ ਵੀ ਨਹੀਂ। ਉਹ ਇੱਕ ਬੰਦੇ ਨੇ ਆ ਕੇ ਰੌਲਾ ਪਾਇਆ, ਉਹ ਕਹਿੰਦਾ ਪੇਪਰ ਕੱਢੋ, ਹਾਲੇ ਤਾਂ ਟਾਈਮ ਵੀ ਨਹੀਂ ਹੋਇਆ ਤੁਹਾਡਾ। ਉਹ ਕਈ ਜਾਣ ਮੀਟਿੰਗ ਹੀ ਹਰੀ ਤੇ ਕੋਈ ਵੀ ਅੰਦਰ ਵੜਨ ਹੀ ਨਹੀਂ ਦਿੰਦੇ ਸੀ ਕਿਸੇ ਨੂੰ। ਉੱਥੇ ਤਾਂ ਜਾਂਦਾ ਕੋਈ ਨਹੀਂ, ਵੀ ਇੱਥੇ ਆ ਕੇ ਗੱਲਾਂ ਕਰੀਏ ਤੇ ਬਾਰਕਾਂ ਦੇ ਵਿੱਚ ਬੈਠੇ ਰਹਿੰਦੇ ਆ। ਸਹੇ ਦੀ ਨਹੀਂ ਗੱਲ, ਪੈਸੇ ਦੀ ਆ। ਹੁਣ ਦੇਖੋ ਪਲਾਨ ਜਿਹੜਾ ਪੂਰਾ ਕਲੀਅਰ, RCMP ਦਾ ਉਹਦੇ 'ਚ ਗਿਣਤੀ, ਉਹਦੇ ਵਿੱਚ ਕਿੰਨੇ ਜਣਿਆਂ ਨੇ, ਹੋਰ ਕਿੰਨੇ ਅਫੀਸਰ ਚਾਹੀਦੇ ਨੇ। ਹੁਣ ਦੋਨੇ ਰਲ ਕੇ ਸ਼ਹਿਰ ਨੂੰ ਹਲੇ ਸਰਵ ਨਹੀਂ ਹੋ ਰਹੇ। RCMP ਕੋਲ ਅਫੀਸਰ ਕਿਵੇਂ ਆਉਣਗੇ? ਜਾਂ ਫਿਰ ਸਾਰੀ ਪੁਲਿਸ ਦੇ ਵਿੱਚ ਨੇ ਜਿਹੜੇ, ਜੇ ਉਹ RCMP ਹੋ ਰਹਿੰਦੀ ਹੈ ਤਾਂ ਇਹ ਜਾਣਗੇ, ਇਹ ਕਹਿੰਦੇ ਅਸੀਂ ਉਧਰ ਜਾਣਾ ਨਹੀਂ। ਫਿਰ ਹੁਣ ਸੂਬਾ ਸਰਕਾਰ ਦੇ ਹੱਥ 'ਚ ਹੈ ਬਈ ਉਹ ਡਿਸੀਜਨ ਲਵੇਗੀ। ਇਹ ਜ਼ਿੱਦ ਹੈ ਜਿਹੜੀ ਆਪਸ ਵਿੱਚ ਚੱਲ ਰਹੀ, ਇਹ ਜ਼ਿੱਦ ਲੋਕ ਸਰੀ ਦੇ ਖਮਿਆਜਾ ਭੁਗਤਣਗੇ। ਸੁਖਵੀਰ ਸਿੰਘ ਪੂਨੀਆ ਜੀ, ਲਾਈਨ ਨੰਬਰ 1। ਹੈਲੋ, ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਪੂਨੀਆ ਸਾਹਿਬ। ਗਿਲ ਸਾਹਿਬ ਜੀ, ਇਹ ਗੱਲ ਸੋਚਣ ਵਾਲੀ ਹੈ ਕਿ ਦੇਖੋ, ਪਹਿਲਾਂ ਅਸੀਂ ਨਵਾਂ ਮੇਅਰ ਬਣਾ ਕੇ ਖੱਟਿਆ ਜੀ ਸਰੀ ਵਾਲਿਆਂ ਨੇ। ਪਹਿਲਾਂ ਤਾਂ 17% ਤੇ 12% ਤੇ ਆ ਗਿਆ, ਹਨਾ, ਟੈਕਸ ਵੱਧ ਗਿਆ। ਅੱਛਾ, 12% ਕਿਸੇ ਦੀ ਇਨਕਮ ਵੱਧ ਜਾਂਦੀ ਹੈ, ਜਦੋਂ ਜੀ ਕਰਦਾ ਉਹਦੇ ਚੋਂ ਟੈਕਸ ਵਧਾਉਂਦੇ। ਜਦੋਂ ਜਿਹੜੀ ਪਹਿਲਾ ਮੇਅਰ ਸੀ ਉਹ ਕਹਿੰਦਾ ਮੈਂ ਟੈਕਸ ਨੂੰ 3 ਸਾਲ ਲਈ ਜਾਂ 4 ਸਾਲ ਲਈ ਫ੍ਰੀਜ਼ ਕਰਕੇ ਰੱਖੂੰਗਾ, ਤੇ ਸਾਡੇ ਲੋਕਾਂ ਨੂੰ ਕਾਹਦੋਂ ਸਮਝ ਆਈ ਕਿ ਆਪਣਾ ਵੀ ਦੇਖਿਆ ਨਾ ਕਿ ਸਾਡੀਆਂ ਗਲਤੀਆਂ ਕਿੱਥੇ ਹੈਗੀਆਂ। ਫਿਰ ਜਿਹੜੇ ਦੂਜੇ ਸਾਡੇ MP ਜਾਂ MLA 2 ਸਾਹਿਬਾਨ ਆਏ ਸੀਗੇ, ਜਿਹਨਾਂ ਨੂੰ ਸਰੀ ਦੀ ਬਹੁਤ ਚਿੰਤਾ ਸਤਾਉਂਦੀ ਸੀਗੀ, ਆ ਕੇ ਰੋਜ਼ ਹੀ ਕਹਿੰਦੇ ਸੀਗੇ ਰੇਡੀਓ ਤੇ, ਉਹ ਤਾਂ ਜਿੱਤਣ ਲਈ ਥੋੜੀ ਆਏ ਸੀ, ਉਹ ਤਾਂ ਡੱਗ ਨੂੰ ਹਰਾਉਣ ਲਈ ਆਏ ਸੀ। ਉਹ ਤਾਂ ਆਪ ਆਪਣੇ ਮਹਿਲ ਵਿੱਚ ਬੈਠੇ ਕਹਿੰਦੇ, ਇਸ ਕਹਿੰਦੇ ਨੂੰ ਹਰਾਉਣਾ ਸੀ, ਬਸ ਕੰਮ ਕਰਨਾ ਹੀ ਕਰ ਦਿੱਤਾ। ਹੁਣ ਕਦੀ ਉਹਨਾਂ ਦੋਨਾਂ ਦਾ ਬਿਆਨ ਸੁਣਿਆ ਅੱਗੇ? ਇਹ ਸੋਚਣ ਵਾਲੀ ਗੱਲ ਗਿਲ ਸਾਹਿਬ ਹੈਗੀ ਸਾਡੇ ਲੋਕਾਂ ਨੂੰ, ਠੀਕ ਆ ਨਾ, ਤੇ ਅਸੀਂ ਵੋਟਾਂ ਕਿੱਥੇ ਪਾਉਣੇ ਹੈਗੇ। ਕਿਉਂਕਿ ਬ੍ਰਿੰਡਾ ਤਾਂ ਪਹਿਲਾਂ ਵੀ ਕਿਹਾ ਸੀ ਕਿ ਸਰੀ RCMP ਦੇ ਨਾਂ ਦੇ ਉੱਤੇ ਉਹਨੇ ਵੋਟਾਂ ਲਈਆਂ, ਠੀਕ ਹੈ ਨਾ, ਉਹਨੇ ਖੁੱਲ ਕੇ ਲਈਆਂ, ਬਿਲਕੁਲ ਠੀਕ ਹੈ। ਮੈਂ ਉਹਦੇ ਵਿੱਚ ਇਹਨੂੰ ਘੱਟ ਦੋਸ਼ੀ ਮੰਨਦਾ, ਪਰ ਇਹ ਦੇਖੋ ਬ੍ਰਿੰਡਾ ਲੋਕ ਦੇ ਗਲੇ ਦੀ ਹੱਡੀ ਬਣ ਜਾਣਾ ਜੇ ਉਹ ਇਸੇ ਤਰ੍ਹਾਂ ਅੜੀ ਰਹੀ ਇਸ ਗੱਲ ਦੇ ਵਿੱਚ। ਇੱਕ ਹੋਰ ਇਹਦੇ ਵਿੱਚ ਜਿਹੜੀ ਵੱਡੀ ਗੱਲ ਉਹ ਇਹ ਹੈ ਬਈ ਮੇਅਰ ਮੈਕਲਮ ਦੇ ਵੀ ਪਿਛਲੇ ਦਿਨਾਂ ਦੇ ਵਿੱਚ ਜਦ ਰਹਿੰਦਾ ਮਹੀਨਾ ਸੀ, ਉਹਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਪਾਸ ਕੀਤੇ, ਉਹ ਵੀ ਉਹਨਾਂ ਨੂੰ ਵੀ ਖਿਆਲ ਰੱਖਣ ਦੀ ਲੋੜ ਆ ਵੀ ਮੈਂ ਕਿੱਧਰ ਨੂੰ ਚੱਲਿਆ, ਮੈਂ ਕੀ ਕਰ ਰਿਹਾ, ਜੱਗੋਂ 13ਵੀਂ ਗੱਲ ਕਿਉਂ ਕਰ ਰਿਹਾ। ਕਿਸੇ ਦੇ ਹੱਥਾਂ 'ਚ ਖੇਡਣਾ ਕਿਸੇ ਇਨਸਾਨ ਵੱਲੋਂ ਉਹ ਵੀ ਨਹੀਂ ਚੰਗਾ ਹੁੰਦਾ। ਕਿਉਂ ਬੰਦੇ ਰੂਲ ਆਊਟ ਕਰਨ ਦੂਜੇ ਸ਼ਹਿਰਾਂ 'ਚ ਆ ਕੇ ਵੀ ਅਸੀਂ ਸਰੀ ਦੇ ਮਾਲਕ ਆ, ਇਹ ਵੀ ਗੱਲ ਮਾੜੀ ਹੈ। ਆ ਕੇ ਵੀ ਸਾਡੇ ਕੋਲ ਪੈਸਾ, ਸਾਡੇ ਕੋਲ ਮਿਲੀਅਨਸ ਆਫ ਡਾਲਰ ਨੇ, ਸਾਡੀ ਉਂਗਲ ਦੇ ਨਾਲ ਜਿਹੜਾ ਕੋਈ ਮਰਜ਼ੀ ਹੋਊ। ਇਸ ਤਰ੍ਹਾਂ ਥੋੜਾ, ਸਾਰੇ ਥੋੜਾ ਸੇਲ ਤੇ ਨੇ। ਖਾਕੀ ਲਿਫਾਫੇ ਸਾਰੇ ਨਹੀਂ ਜੇਬਾਂ 'ਚ ਪਾਉਂਦੇ, ਜਿਹੜੇ ਪਾਉਂਦੇ ਨੇ ਉਹ ਪਾਈ ਜਾਣ।
ਪਰ ਆ ਕੇ ਜੇ ਉਹ ਜਿਹੜੇ ਕਦੇ ਵੀ ਨਹੀਂ ਹੋਇਆ ਇਲੈਕਸ਼ਨ ਤੋਂ 2 ਹਫ਼ਤੇ ਪਹਿਲਾਂ ਮਿਲੀਅਨਸ ਆਫ ਡਾਲਰ ਦੇ ਪ੍ਰੋਜੈਕਟ ਪਾਸ ਕਰਨੇ, ਫਿਰ ਲੋਕ ਉਹਦੇ ਖਿਲਾਫ ਵੀ ਸੀ ਵੀ ਇਹ ਕੀ ਹੋ ਰਿਹਾ। ਸੁੱਚਾ ਭੱਟੀ ਜੀ, ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਮੈਨੂੰ ਪਹਿਲਾਂ ਤਾਂ ਸਰੀ ਦੇ ਲੋਕਾਂ ਦੀ ਸਮਝ ਨਹੀਂ ਆਈ। ਬ੍ਰਿੰਡਾ ਲੋਕ ਪਹਿਲਾਂ ਡਗ ਮਕਲਮ ਨਾਲ ਸੀ ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਰੀ ਪੁਲਿਸ ਲੈ ਕੇ ਆਵਾਂਗੇ, ਉਹਦੇ ਤੇ ਵੋਟਾਂ ਪਈਆਂ, ਜਿੱਤੇ ਉਹ। ਯੈਸ, ਉਦੋਂ ਇਹਨਾਂ ਨੇ ਵੋਟਾਂ ਇਹਨੂੰ ਆਪਣੀ ਜਿਹੜੀ ਹੁਣ ਮੇਰੇ ਉਹਨੂੰ ਪਾਈਆਂ ਕਿ ਨਹੀਂ ਪਾਈਆਂ। ਫਿਰ ਉਹ ਕਹਿੰਦੀ ਮੈਂ ਨਹੀਂ ਲੈ ਕੇ ਆਣੀਆਂ, ਫਿਰ ਹੀ ਨਹੀਂ ਉਹਨੇ ਵੋਟਾਂ ਪਾਈਆਂ, ਦੁਬਾਰਾ ਫੇਰ ਪਾਤੀਆਂ। ਬਿਲਕੁਲ ਠੀਕ ਹੈ। ਤੁਸੀਂ ਗੱਲ ਸਮਝੋ ਪਈ। ਮੈਂ ਸਮਝ ਰਿਹਾ ਜੀ ਕੀ ਕਹਿ ਰਹੇ ਹੋ ਤੁਸੀਂ। ਉਦੋਂ ਉਹਨੂੰ ਹਰਾਇਆ ਹੁੰਦਾ ਫਿਰ ਤਾਂ ਵੱਖਰੀ ਗੱਲ ਹੁੰਦੀ, ਪਰ ਉਦੋਂ ਵੀ ਤੁਸੀਂ ਵੋਟਾਂ ਉਹਨੂੰ ਪਾ ਕੇ ਜਿਤਾਇਆ, ਹੁਣ ਵੀ ਵੋਟਾਂ ਪਾ ਕੇ ਜਿਤਾਇਆ, ਤੇ ਸਾਰੀ ਗਲਤੀ ਤਾਂ ਹੈਗੀ ਆ ਸਰੀ ਵਾਲਿਆਂ ਦੇ ਲੋਕਾਂ ਦੀ। ਤੁਸੀਂ ਗਵਰਨਮੈਂਟ ਨੂੰ ਜਾਂ ਜਿਹੜਾ ਸੋਲਿਸਿਟਰ ਜਨਰਲ ਉਹਨਾਂ ਨੂੰ ਕਾਹਲੇ ਬਲੇਮ ਕਰਦੇ ਆ? ਗੱਲ ਇਹ ਹੈ ਜੀ ਵੀ 30% ਬੰਦਿਆਂ ਨੇ ਵੋਟਾਂ ਪਾ ਕੇ ਜਿਤਾਇਆ ਤੇ 1000 ਵੋਟ ਜਿੱਤੇ, 1000 ਤੇ ਉਹ ਤੇ 500 ਵੋਟਾਂ ਦਾ ਹੀ ਫਰਕ ਸੀ। 500 ਉਧਰ ਪੈ ਜਾਂਦੀਆਂ ਤਾਂ ਮੇਅਰ ਮੁਕੱਲਮ ਨੇ ਜਿੱਤ ਜਾਣੇ ਆ। ਵੱਡੀ ਗਿਣਤੀ ਨਹੀਂ ਨਾ ਹੈ। ਜੇ ਤੁਸੀਂ ਕਹੋ ਵੀ ਲੋਕਾਂ ਨੇ ਫਤਵਾ ਦਿੱਤਾ, ਫਤਵਾ ਤਾਂ ਐਡਾ ਵੱਡਾ ਹੈ ਨਹੀਂ। ਪਹਿਲੀ ਤਾਂ ਗੱਲ ਤੇ 70 ਘਰੇ ਹੀ ਬਹਿ ਗਏ, 30 ਨੇ ਜਿਤਾਇਆ ਜਾ ਕੇ। ਇਹ ਵੀ ਦੇਖੋ। ਰਣਜੀਤ ਮਾਨ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੁਣ ਤਾਂ ਬਹੁਤ ਦੇਰ ਹੋ ਗਈ ਆ। ਹੁਣ ਮੈਨੂੰ ਇਹ ਨਹੀਂ, ਆਪਾਂ ਬਹੁਤ ਚਿਰ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਕਹਿੰਦਿਆਂ ਨੂੰ, ਹੁਣ ਆਪਾਂ ਨੂੰ ਕੋਈ ਕਦਮ ਚੱਕਣਾ ਚਾਹੀਦਾ। ਆ ਜਿਹੜੇ ਐਮਪੀਆਂ ਨੇ ਹਰਾਇਆ ਨਾ, ਜਿਹਨੇ ਖੜੇ ਹੋ ਕੇ ਜਿਹੜੇ ਥੋੜੇ ਕਿ ਜੇ ਵੋਟਾਂ ਤੇ ਹਾਰਿਆ ਨਾ, ਆਪਣਾ ਪਹਿਲਾ ਮੇਅਰ, ਇਹਦੀ ਮਿਹਰਬਾਨੀ ਨਾਲ ਹਾਰਿਆ। ਜਿਹੜੇ 2 ਜਾਣੇ ਖੜੇ ਹੋਏ ਸੀਗੇ ਐਮਪੀ ਤੇ ਜਾਂ ਐਮਐਲਏ ਜੋ ਵੀ ਆ, ਇਹਨਾਂ ਦੀ ਉਹੀ ਥੋੜੇ ਬਹੁਤੇ ਰਿਸ਼ਤੇਦਾਰ ਹੋਣੇ ਆ ਜਾਂ ਜਾਣ ਪਛਾਣ ਵਾਲੇ ਹੋਣੇ ਆ, ਉਹਨਾਂ ਨੂੰ ਨਾਲ ਲਾ ਕੇ ਇਹਨਾਂ ਨੇ ਉਹ ਬੰਦਾ ਹਰਾਉਣ ਲਈ ਖੜੇ ਸੀ ਉਹ। ਔਰ ਉਹਨਾਂ ਨੂੰ ਕੋਈ ਫਰਕ ਨਹੀਂ ਸੀ। ਗੱਲ ਤਾਂ ਇਹ ਸੀਗੀ ਵੀ ਉਹਨਾਂ ਨੂੰ ਲੋਕਾਂ ਨੂੰ ਚਾਹੀਦਾ ਸੀਗਾ ਵੀ ਇਹਨੂੰ ਨਹੀਂ ਖੜਨਾ ਚਾਹੀਦਾ ਇਹਨਾਂ ਦੋਵਾਂ 'ਚ। ਹੁਣ ਉਹ ਕਿੱਧਰ ਚਲੇ ਗਏ? ਹੁਣ ਤਾਂ ਬੋਲਦੇ ਤੱਕ ਨਹੀਂ ਗਏ। ਉਹਨਾਂ ਦੇ ਜਿਹੜੇ ਸਪੋਰਟਰ ਸੀਗੇ ਉਹ ਪਤਾ ਕੀ ਕਹਿੰਦੇ ਸੀ? ਉਹ ਨਹੀਂ ਜੀ, ਉਹ ਤਾਂ ਜੀ ਉੱਥੇ ਤਾਂ ਜੀ ਸਿਟੀ ਦੇ ਵਿੱਚ ਤਾਂ ਉਹ ਚੀਮੇ ਦੀ ਚੱਲਦੀ ਆ, ਉਹਦੀ ਨਹੀਂ ਕੋਈ ਚੱਲਦੀ। ਉਹ ਚੀਮੇ ਕਰਕੇ ਬਣੀ ਕੌਮ ਮੈਂ ਤਾਂ ਜਾਣਦੀ ਵੀ ਨਹੀਂ, ਉਹ ਚੀਮੇ ਦੀ ਚੱਲਦੀ ਆ, ਤਾਂ ਕਰਕੇ ਇਹ ਚਾਹੁੰਦੇ ਆ ਵੀ ਉਹ ਦੂਜੀ ਆਪਣੀ ਖੜੀ ਹੋਵੇ ਮੇਅਰ। ਹੁਣ ਕਿੱਧਰ ਚਲੇ ਗਏ ਉਹ? ਹੁਣ ਮੈਨੂੰ ਸਮਝ ਨਹੀਂ ਆਉਂਦੀ। ਉਹਦੇ ਦੋ ਮੂਹਰੇ ਜਾ ਕੇ ਖੜੋ, ਸੁੱਖ ਧਾਲੀਵਾਲ ਦੇ ਤੇ ਦੂਜੀ ਦੇ, ਵੀ ਹਾਂ ਜੀ ਹੁਣ ਆਓ ਇੱਧਰ ਕਰੋ ਸਾਡਾ ਫੈਸਲਾ ਆ ਕੀ ਛੇਤੀ। ਇਹਨਾਂ ਕੋਲ ਤਾਂ ਪੁਲਿਸ ਨਹੀਂ ਸਾਂਭੀ ਗਈ, ਤੇ ਤੱਕ ਸਾਨੂੰ ਕੀ ਸਾਂਭਣਾ ਇਹਨਾਂ ਨੇ? ਸਵਾਹ ਸਮਾਂ ਜਿਹੜਾ ਹੈ ਹੁਣ ਲੋਕ ਦੇਖਣਗੇ ਜੀ। ਇਹਦੇ ਤੇ ਐਕਟ ਸਿਟੀ ਨੂੰ ਕਰਨਾ ਪੈਣ। ਸਿਟੀ ਨੇ ਤਾਂ ਆਪਣੇ ਵੱਲੋਂ ਡਿਸੀਜਨ ਦੇਤਾ ਉਹਨਾਂ ਨੇ ਤਾਂ, ਬਾਕੀ ਹੁਣ ਲੋਕ ਵੇਖਣ ਕਿ ਉਹ ਕੀ ਕਰਨਾ ਚਾਹੁੰਦੇ। ਇਹ ਵਿਸ਼ੇ ਤੇ ਗੱਲਬਾਤ ਫਿਰ ਸੋਮਵਾਰ ਬਾਕੀ ਕਰਾਂਗੇ। ਪਰ ਜਿਹੜੇ ਸੁਨੇਹੇ ਆ ਰਹੇ ਨੇ ਉਹ ਇਹ ਆ ਰਹੇ ਨੇ ਕਿ ਲੋਕਾਂ ਨੂੰ ਹੁਣ ਇਕੱਠਾ ਹੋਣਾ ਪੈਣਾ ਤੇ ਬਿਨਾਂ ਇਕੱਠ ਤੇ ਕੁਛ ਨਹੀਂ ਬਣਨਾ। ਤੇ ਇਹਦੇ ਵਿੱਚ ਠੀਕ ਹੈ, ਤੁਸੀਂ ਕਿਹੜੀ ਪੁਲਿਸ ਭਾਲਦੇ ਹੋ, ਇਹ ਤੁਹਾਡਾ ਆਪਣੀ ਵਿਸ਼ ਹੈ। ਇਹ ਨਹੀਂ ਹੈ ਕਿ RCMP ਨੂੰ ਕੋਈ ਪਸੰਦ ਨਹੀਂ ਕਰਦਾ। RCMP ਨੂੰ ਵੀ ਪਸੰਦ ਕਰਨ ਵਾਲਿਆਂ ਨੇ ਵੋਟਾਂ ਬਰਿੰਡਾ ਲੋਕ ਨੂੰ ਪਾਈਆਂ। ਪਰ ਸਰੀ ਦੇ ਲੋਕ ਇਸ ਚੀਜ਼ ਤੋਂ ਸਫਰ ਕਰ ਰਹੇ ਨੇ ਕਿ ਸਾਡੀਆਂ ਮੈਡੀਕਲ ਫੈਸਿਲਿਟੀਜ਼ ਕੋਈ ਨਹੀਂ, ਸੜਕਾਂ ਟੁੱਟੀਆਂ ਪਈਆਂ ਨੇ ਤੇ ਅੱਧੀਆਂ ਸੜਕਾਂ ਕੰਸਟਰਕਸ਼ਨ 'ਚ ਘੇਰੀਆਂ ਪਈਆਂ। ਸਕੂਲਾਂ ਦੇ ਵਿੱਚ ਪੋਰਟੇਬਲ ਕੈਬਨ ਖੋਖਿਆਂ ਦੇ ਵਿੱਚ ਸਾਡੇ ਜਵਾਕ ਪੜ੍ਹਨ, ਗਰਮੀ ਤੇ ਸਰਦੀ ਦਾ ਕੋਈ ਉਹਨਾਂ ਕੋਲ ਇਲਾਜ ਨਹੀਂ, ਉੱਥੇ ਕੋਈ ਸਿਸਟਮ ਨਹੀਂ, ਵਾਸ਼ਰੂਮ ਉਹ ਤੁਰ ਕੇ ਜਾਣ 200 ਮੀਟਰ। ਤੇ ਫਿਰ ਕਿਹੜਾ ਸ਼ਹਿਰ ਆ ਇਹ ਜਿੱਥੇ ਅਸੀਂ ਵੱਸਦੇ ਹਾਂ? ਤੁਸੀਂ ਕੈਨੇਡਾ ਦਾ ਇਹਨੂੰ ਸ਼ਹਿਰ ਕਹਿੰਦੇ ਹੋ? ਇੱਕੋ ਹੀ ਤੁਹਾਡੇ ਕੋਲ ਜ਼ੋਰ ਆ ਵੀ ਤੁਹਾਨੂੰ ਟਿਕਟ ਜਿਹੜੀ ਤੁਹਾਡੇ ਹੱਥ 'ਚ ਵੋਟ ਹੈ ਉਹਦਾ ਹੀ ਪ੍ਰਬੰਧ ਹੈ, ਹੋਰ ਇੱਥੇ ਕੁਛ ਨਹੀਂ ਹੈ। ਜਦ ਇੱਕ ਵਾਰ ਸੁਨੇਹਾ ਬਾਹਰ ਜਾਊਗਾ ਨਾ ਵੀ ਨਹੀਂ ਅਸੀਂ ਇਸ ਤਰ੍ਹਾਂ ਵੀ ਕਰਦੇ ਹਾਂ, ਫਿਰ ਜਿਹੜੀ ਗੱਲ ਕਿਤੇ ਬਣਨੀ ਹੈ। ਦੇਸ਼ ਦੀ ਆਬਾਦੀ ਜਿਹੜੀ ਹੈ 40 ਮਿਲੀਅਨ ਕ੍ਰਾਸ ਕਰ ਗਈ। 35 ਮਿਲੀਅਨ ਕਹੀ ਜਾਂਦੇ ਆਪਾਂ। 40 ਮਿਲੀਅਨ ਦੇ ਵਿੱਚੋਂ ਵੱਡੀ ਗਿਣਤੀ ਵੈਨਕੂਵਰ ਦੇ ਏਰੀਆ 'ਚ ਵਸ ਰਹੀ ਹੈ, ਸਰੀ 'ਚ ਲੋਕ ਵਸ ਰਹੇ ਨੇ, ਪਰ ਉਹਨਾਂ ਦੀਆਂ ਸਹੂਲਤਾਂ ਖਤਮ ਹੋ ਰਹੀਆਂ ਨੇ। ਸੋਮਵਾਰ ਨੂੰ ਇਸ ਵਿਸ਼ੇ ਤੇ ਗੱਲ ਕਰਾਂਗੇ। ਹੁਣ ਤੁਹਾਨੂੰ ਮੈਂ ਆਪਾਂ ਅੱਗੇ ਤੁਰੀਏ। ਪਰਮਜੀਤ ਸਿੰਘ ਜੀ, ਆਖਰੀ ਕਾਲ ਨੂੰ ਤੁਸੀਂ ਇਸ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਪਰਮਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਹਿਣਾ ਚਾਹੁੰਦਾ ਜੀ, ਦੇਖੋ ਜੀ ਅਸੀਂ ਧਾਰਮਿਕ ਸਮਾਗਮਾਂ ਤੇ ਵੀ ਇੰਨੇ ਲੱਖਾਂ ਹੀ ਬੰਦੇ ਇਕੱਠੇ ਹੋ ਜਾਂਦੇ ਆ, ਤੇ ਇਹ ਕਦੇ ਕੋਈ ਵੱਡੀ ਗੱਲ ਥੋੜੀ ਆ ਵੀ ਜੇ ਅਸੀਂ ਸਾਰੇ ਜਾਣੇ ਇੱਕ ਵਾਰੀ ਇਕੱਠੇ ਹੋ ਕੇ ਬਾਹਰ ਨਿਕਲੀਏ ਤੇ ਅਸੀਂ ਇਹ ਮਸਲੇ ਦਾ ਹੱਲ ਕਰਾ ਹੀ ਸਕਦੇ ਹਾਂ। ਕੋਈ ਮੈਨੂੰ ਤਾਂ ਲੱਗਦਾ ਨਹੀਂ ਕੋਈ ਜ਼ਿਆਦਾ ਵੀ ਇਹ ਹੈਗਾ ਇਹਦੇ ਚ ਸਾਰਾ ਹੱਲ ਹੋ ਸਕਦਾ ਹੈ ਜੇ ਅਸੀਂ ਤੇ
ਤੇ ਨੇ ਜਿਹੜੇ ਖੇਤੀ ਕਾਨੂੰਨ ਉਹ ਵਾਪਸ ਕਰਾ ਸਕਦੇ ਤੇ ਪ੍ਰਧਾਨ ਮੰਤਰੀ ਅੜ ਗਿਆ ਸੀ ਤੇ ਇਹ ਤਾਂ ਮੈਨੂੰ ਲੱਗਦਾ ਕੋਈ ਸਿਟੀ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ ਤਾਂ। ਗੱਲ ਇਹ ਕਰਨੀ ਚਾਹੁੰਦਾ ਜੀ ਮੈਂ, ਇਹ 'ਚ ਇਕੱਲੇ ਇੱਕ ਪੁਲਿਸ ਦਾ ਇਸ਼ੂ ਨਾ ਹੋਵੇ, ਸਰੀ ਦੇ ਸਾਰਿਆਂ ਗੱਲਾਂ ਦਾ ਇੱਕ ਇਕੱਠ ਹੋਵੇ ਵੀ ਸਾਡੀਆਂ ਸੜਕਾਂ ਦੇਖੋ, ਸਾਡਾ ਮੈਡੀਕਲ ਸਿਸਟਮ ਦੇਖੋ, ਸਾਡੇ ਸਕੂਲਾਂ 'ਚ ਖੋਖਿਆਂ ਦੀ ਗਿਣਤੀ ਦੇਖੋ, ਸਾਡੇ 12-12 ਘੰਟੇ ਦੀ ਸਿਟੀ ਦੇ ਇੱਕੋ ਇੱਕ ਇਕਲੌਤੇ ਪੇਟ ਘਰੋੜੀ ਦੇ ਹਸਪਤਾਲ 'ਚ ਉਡੀਕ ਦੇਖੋ। ਆ ਮਾਤਾ ਜੀ ਦੱਸ ਕੇ ਗਏ ਨੇ, ਪੋਤਾ ਰਾਤ ਨੂੰ 5 ਵਜੇ ਡੈਲਟਾ ਦੇ ਹਸਪਤਾਲ ਗਿਆ, 4 ਵਜੇ ਬਿਨਾਂ ਇਲਾਜ ਤੋਂ ਮੁੜ ਕੇ ਆਇਆ 11 ਘੰਟੇ ਬਾਅਦ। ਸੋ ਇਹਦੇ ਤੇ ਗੱਲ ਹੋਵੇ ਬਈ ਕੀ ਕਰ ਰਹੇ ਹੋ, ਸਾਡੀ ਲੀਡਰਸ਼ਿਪ ਕਿੱਥੇ ਆ, ਕਿੱਥੇ ਨੇ ਸਾਡੇ ਬੰਦੇ ਜਿਨ੍ਹਾਂ ਨੂੰ ਜਿਤਾ ਕੇ ਤੁਸੀਂ ਭੇਜਿਆ 7-7 8-8 ਸੀਟਾਂ ਲੋਕਲ ਨੇ ਤੇ 3-3 ਮਿਨਿਸਟਰ ਨੇ ਲੋਕਲ ਸੂਬੇ ਦੇ ਤੇ MP ਜਿਤਾ ਕੇ ਤੁਸੀਂ ਭੇਜੇ ਹੋਏ ਹੋ। ਸਾਡਾ ਹੱਲ ਕਿਹਨੇ ਕਰਨਾ, ਕਿਹਦਾ ਅਧਿਕਾਰ ਖੇਤਰ ਹੈ? ਸ਼ਹਿਰ ਤਿੰਨੇ ਲੈਵਲ ਦੇ ਬੰਦਿਆਂ ਨੂੰ ਅਕਾਊਂਟੇਬਲ ਕੀਤਾ ਜਾਵੇ। ਇਹੋ ਜਿਹਾ ਕੋਈ ਇਕੱਠ ਹੋਵੇ ਜਿਹੜਾ ਇਕੱਠ ਦਿਖੇ। ਫਿਰ ਇਹ ਨਾ ਹੋਵੇ ਬਈ ਨਹੀਂ ਮੈਂ ਦਿਹਾੜੀ ਲਾਇਆ ਉਹਨਾਂ ਤੁਸੀਂ ਜਾਇਓ ਹੱਥ ਨੇ ਆ ਕੇ ਮੈਨੂੰ ਦੱਸ ਦੀ ਨਾ ਇਹ ਉਹ ਨਹੀਂ ਗੱਲ ਹੋਣੀ। ਉਦੋਂ ਦਾ ਦਿਹਾੜੀ ਫਿਰ ਛੱਡਣੀ ਪਵੇ, ਵੀਕ ਡੇ 'ਚ ਇਕੱਠ ਹੋਵੇ ਤੇ ਇਕੱਠ ਹੋਵੇ ਫਿਰ ਲੱਗੇ ਵੀ ਇਕੱਠ ਹੋਇਆ ਹੈ, ਫਿਰ ਤੁਹਾਡਾ ਸੁਨੇਹਾ ਜਾਊ। ਜੇ ਫਿਰ ਅਦਰਵਾਈਜ਼ ਤੇ ਉਹਨੂੰ ਕੋਈ ਹਾਈਜੈਕ ਨਾ ਕਰ ਸਕੇ ਵੀ ਇਕੱਠ ਕੋਈ ਕਰੇ ਤੇ ਆ ਕੇ ਹੱਥ 'ਚ ਮਾਈਕ ਫੜ ਕੇ ਕੋਈ ਖੜ ਜਾਵੇ, ਇਹ ਵੀ ਨਾ ਹੋਣ ਦੇਣਾ। ਇਹ ਅਕਸਰ ਇਹੀ ਹੁੰਦਾ ਵੀ ਚਲ ਤਿੱਤਰ ਤੁਸੀਂ ਅੜਾਓ ਭੁੰਨ ਕੇ ਅਸੀਂ ਖਾਵਾਂਗੇ, ਇਹ ਨਹੀਂ ਗੱਲ ਹੋਣੀ। ਕਈ ਵਾਰ ਉਹਨੂੰ ਰਾਜਸੀ ਰੰਗਤ ਦੇਣ ਲਈ ਕਈਆਂ ਦਾ ਪਿੱਛੇ ਹੋਰ ਏਜੰਡਾ ਇੱਕ ਹੁੰਦਾ ਵੀ ਕਰੋ ਇਕੱਠ ਫਿਰ ਅਸੀਂ ਖੜਾਂਗੇ ਫਿਰ ਅਸੀਂ ਬੋਲਾਂਗੇ, ਇਹਦੇ ਪਿੱਛੋਂ ਆਹ ਚੀਜ਼ ਲਿਆਵਾਂ ਕੱਢ ਕੇ, ਇਹ ਵੀ ਨਾ ਹੋਵੇ। ਉਹਦੇ 'ਚ ਆਮ ਲੋਕ ਐਕਟਿਵਿਸਟ ਨੇ ਜਿਹੜੇ ਕਮਿਊਨਿਟੀ ਦੇ ਵਿੱਚ ਕੰਮ ਕਰਦੇ ਆ ਉਹ ਇਸ ਨੂੰ ਹੱਥ 'ਚ ਲੈਣ, ਸਟੇਜ ਉਹਨਾਂ ਕੋਲ ਰਹੇ। ਆਮ ਜਿਹੜੇ ਨੇਤਾ ਜਨ ਨੇ ਜਾਂ ਜਿਹੜੇ ਕੋਈ ਬੋਲਣ ਵਾਲੇ ਨੇ ਉਹ ਲੋਕਾਂ 'ਚ ਖੜਨ, ਫੇਰ ਗੱਲ ਹੋਵੇ। ਲੋਕਾਂ ਦੀ ਗੱਲ ਤਾਂ ਹੋ, ਉਹਦਾ ਰਾਜਨੀਤਿਕ ਪੱਖ ਨਾ ਬਾਲਾ ਗਾੜਿਆ ਜਾਵੇ। ਮਨਿੰਦਰ ਸਿੰਘ ਕਾਂਗ ਦੀ ਕਹਾਣੀ ਭਾਰ ਜਿਹੜੀ ਬਹੁਤ ਨਿੱਜੀ ਜੀਵਨ ਦੇ ਉਹਨਾਂ ਦੇ ਨੇੜਿਓਂ ਵੇਖ ਕੇ ਉਹਨਾਂ ਨੇ ਲਿਖੀ ਹੈ, ਉਹ ਕਿੱਥੇ ਛੱਡੀ ਹੈ? ਉਹ ਇਹ ਛੱਡੀ ਹੈ ਕਿ ਮਾਸਟਰ ਦੇ ਨਾਂ ਦਾ ਇੱਕ ਸੰਘਰਸ਼ ਦੇ ਵਿੱਚ ਗਿਆ ਬੰਦਾ ਜਿਹੜਾ ਖਾਲਸਾ ਸਕੂਲ ਅੰਮ੍ਰਿਤਸਰ ਪੜ੍ਹਾਉਂਦਾ ਹੈ ਤੇ ਉਹਨੂੰ ਕੋਈ ਉਹਦਾ ਪੁਰਾਣਾ ਕਾਲਜ ਦਾ ਬੰਦਾ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸਾਹਿਬ 'ਚ ਮਿਲ ਜਾਂਦਾ ਹੈ। ਉਹ ਫਿਰ ਘਰੇ ਆ ਜਾਂਦਾ ਹੈ, ਘਰੇ ਹਦਵਾਣੇ ਛੱਡ ਜਾਂਦਾ। ਹਦਵਾਣਿਆਂ ਦੇ ਵਿੱਚ ਜਿਹੜਾ ਗੋਲੀ ਸਿੱਕਾ ਸੀ, ਪੁਲਿਸ ਫੜ ਲੈਂਦੀ ਆ, ਪੁਲਿਸ ਕੁੱਟ ਲੈਂਦੀ ਆ। ਕੁੱਟਣ ਤੋਂ ਬਾਅਦ ਜਿਹੜਾ ਉਹ ਘਰੇ ਆਉਂਦਾ ਹੈ। ਘਰੇ ਆਉਣ ਤੇ ਸਕੂਲ ਦਾ ਜਿਹੜਾ ਪ੍ਰਧਾਨ ਹੈ ਉਹ ਉਹਨੂੰ ਘਰੇ ਮਿਲਣ ਆਇਆ, ਕਹਿੰਦਾ ਕਾਕਾ ਪਿਛਲੀ ਗੱਲ ਇਹ ਆ ਕਿ ਸਰਕਾਰੀ ਤੰਤਰ ਨੇ ਗੁਪਤ ਆਪਰੇਸ਼ਨ ਚਲਾਇਆ ਹੋਇਆ ਖਾੜਕੂ ਬਣਾਉਣ ਦਾ, ਉਹਦੇ ਉਹੀ ਨੀਤੀ ਤਹਿਤ ਤੇਰੇ ਕੁੱਟ ਪਈ ਹੈ। ਬਸ ਹੁਣ ਅੱਗੇ ਪਿੱਛੇ ਤੈਨੂੰ ਜਾਣਾ ਪੈਣਾ ਥੋੜਾ ਬਹੁਤਾ, ਨਹੀਂ ਤੈਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਟਿਕਣ ਨਹੀਂ ਦੇਣਾ। ਅੰਮ੍ਰਿਤਸਰ ਗੁਰਦਾਸਪੁਰ ਦਾ ਮੁੰਡਾ ਇਹ ਚੱਕਰਾਂ ਵਿੱਚ ਲਿਆਉਣ ਲਈ ਪੁਲਿਸ ਦੀਆਂ ਏਜੰਸੀਆਂ ਪੱਬਾਂ ਭਾਰ ਹੋਈਆਂ ਨੇ। ਤੇ ਮੇਰੀ ਜਾਚੇ ਬਾਹਲਾ ਸਮਾਂ ਨਹੀਂ, ਤੂੰ ਆਪਣਾ ਪੜਿਆ ਬਚਾ ਲਾ। ਪ੍ਰਧਾਨ ਨੇ ਸ਼ਿਸ਼ਤ ਲਾ ਕੇ ਉਹਨੂੰ ਕਿਹਾ। ਪ੍ਰਧਾਨ ਟੁਰ ਗਿਆ, ਪਰ ਅਸੀਂ ਕਿੱਥੇ ਜਾਂਦੇ, ਕੁਝ ਸੁੱਝਿਆ ਨਾ। ਥੋੜੀ ਦੇਰ ਬਾਅਦ ਮੈਂ ਰਿਕਸ਼ੇ ਤੇ ਆਉਣ ਜਾਣ ਲੱਗ ਪਿਆ, ਘਰ ਨਾਰਮਲ ਹੋ ਗਿਆ। ਅਚਾਨਕ ਅੰਮ੍ਰਿਤਸਰ 'ਚ ਇੱਕ ਦਿਨ ਸ਼ਿਵਾਲੇ ਮੰਦਿਰ ਬੰਬ ਫਟ ਗਿਆ। ਮੈਂ ਸਕੂਲ ਸੀ, ਪ੍ਰਧਾਨ ਹੋਰੀ ਅਚਨਚੇਤ ਸਕੂਲ ਆਏ, ਕਹਿਣ ਲੱਗਿਆ ਅੱਜ ਰਾਤ ਘਰ ਨਾ ਰਹੀ, ਤੈਨੂੰ ਲੈ ਜਾਣਾ। ਉਸੇ ਰਾਤ ਮੈਂ ਸਾਥੀ ਮਾਸਟਰ ਨਾਲ ਉਸਦੇ ਪਿੰਡ ਚੱਬੇ ਚਲੇ ਗਿਆ, ਘਰੇ ਸੁਨੇਹਾ ਭੇਜ ਦਿੱਤਾ। ਅਗਲੇ ਦਿਨ ਸਕੂਲ ਪੁੱਜਾ, ਪਤਾ ਲੱਗਿਆ ਮਾਂ ਨੂੰ ਪੁਲਿਸ ਲੈ ਗਈ। ਘਰ ਨਾ ਉਦੋਂ ਭਾਪੇ ਹੋ ਰਹੀ ਸੀ ਨਾ ਛੋਟਾ ਭਾਈ, ਦੋਨੇ ਕੰਮ ਤੇ ਗਏ ਸੀ ਖਰਾਦਾਂ ਤੋਂ। ਘਰ ਪਰਤੇ ਤਾਂ ਡਰੇ ਹੋਏ ਗੁਆਂਢੀਆਂ ਨੇ ਦੱਸਿਆ ਕਿ ਮਾਸਟਰ ਦੀ ਮਾਂ ਰੋਂਦੀ ਕਰਲਾਉਂਦੀ ਨੂੰ ਚਿੱਟ ਕੱਪੜੀ ਪੁਲਿਸੀਏ ਲੈ ਗਏ। ਘਾਬਰੇ ਹੋਏ ਅਸੀਂ ਤਿੰਨੇ ਪਿਓ ਪੁੱਤ SSP ਮੀਨਾ ਕੋਲ ਪੇਸ਼ ਹੋ ਗਏ। ਉਹਨੇ ਫਿਰ ਸਾਨੂੰ ਰੰਧਾਵੇ ਕੋਲ ਹੀ ਪੇਸ਼ ਹੋਣ ਲਈ ਕਿਹਾ। ਰੰਧਾਵੇ ਕੋਲ ਜਦੋਂ ਅਸੀਂ ਫੇਰ ਗਏ ਤਾਂ ਉਹਨੇ ਸਾਨੂੰ ਤਿੰਨਾਂ ਨੂੰ ਉੱਥੇ ਰਾਮਬਾਗ ਥਾਣੇ ਦੀਆਂ ਗੁੰਮ ਕੋਠੜੀਆਂ ਬਿਠਾਤਾ। ਅਸੀਂ ਤਿੰਨੇ ਰਾਤ ਪਰ ਉੱਥੇ ਬੈਠੇ ਰਹੇ, ਨਾ ਮੰਜਾ ਬਿਸਤਰਾ, ਨਾ ਢਿੱਡ ਚਾਨਣ ਦੇਣਾ, ਨਾ ਕਿਸੇ ਨੇ ਸਾਨੂੰ ਰੋਟੀ, ਨਾ ਮੰਜਾ, ਨਾ ਕੁਛ ਵੀ ਨਹੀਂ ਪੁੱਛਿਆ। ਸਵੇਰੇ 5 ਵਜੇ ਕਰੀਬ ਰੰਧਾਵਾ ਤੇ ਉਹਦੇ ਨਾਲ DIG ਸ਼ੁਕਲਾ ਆ ਗਏ। ਸ਼ੁਕਲੇ ਨੂੰ ਮੈਂ ਪਿਛਲੀ ਗ੍ਰਿਫਤਾਰੀ ਵੇਲੇ ਦਾ ਪਛਾਣਦਾ। ਉਹਨਾਂ ਦੇ ਆਉਂਦੇ ਹੀ ਸਾਨੂੰ ਫਾਲਨ ਕਰ ਲਿਆ। ਤਫਤੀਸ਼ੀ ਕਮਰੇ ਤਖਤ ਅੱਗੇ ਸ਼ੁਕਲਾ ਦੇ ਰੰਧਾਵਾ ਕੁਰਸੀਆਂ ਤੇ ਬੈਠੇ। ਉਹਨਾਂ ਦੇ ਬੁੱਚੜ ਸਿਪਾਹੀ ਕੋਲ ਤਿਆਰ ਸੀ। ਨਵੇਂ ਬੰਦੇ ਦਾ ਸਾਹ ਸੁੱਕਦਾ ਸੀ, ਪਰ ਸਾਡਾ ਤਿੰਨਾਂ ਦਾ ਦੂਸਰੀ ਵਾਰ ਬਾਅਦ ਸੀ। ਇੰਸਪੈਕਟਰ ਟੋਨੀ ਨੇ ਦੋਨੋਂ ਕਿਹਾ, ਜਨਾਬ ਇਹਨਾਂ ਦਾ ਕੀ ਕਰੀਏ? ਸਿਫਾਰਿਸ਼ ਇਹਨਾਂ ਦੀ। ਫੇਰ ਰੰਧਾਵੇ ਨੇ ਗਾਲ ਕੱਢੀ,
ਪਹਿਲਾਂ ਅੱਪੜ ਜਾਂਦੀ ਹੈ, ਕਰੀਏ ਕੀ ਇਹਨਾਂ ਨੂੰ, ਫੜੀਏ ਕਿਵੇਂ? ਇਹ ਪ੍ਰਧਾਨ ਮਨਚੰਦੇ ਦੇ ਬੰਦੇ ਨੇ ਜੀ। ਸ਼ੁਕਲਾ ਰੰਧਾਵੇ ਨੂੰ ਪੁੱਛਣ ਲੱਗਾ, ਜੀ ਜਨਾਬ ਮਨਚੰਦੇ ਦੇ ਬੰਦੇ ਨੇ, ਉਹੀ ਲੌਂਗੋਵਾਲ ਗਰੁੱਪ ਵਾਲਾ। ਰੰਧਾਵੇ ਨੇ ਕਿਹਾ। ਸ਼ੁਕਲੇ ਨੇ ਵੀ ਗਾਲ ਕੱਢੀ। ਫਿਰ ਉਹਦੇ ਪਤਾ ਨਹੀਂ ਮਨ 'ਚ ਕੀ ਆਇਆ, ਵਲੇਲ ਆਈ, ਬਿਨਾਂ ਕਾਰਨ ਦੰਦੀਆਂ ਕਰੀਚਦਾ ਉੱਠਿਆ, ਮੇਰੇ ਪਿਓ ਦੀ ਦਾੜੀ ਫੜ ਕੇ ਖਿੱਚਣ ਲੱਗਿਆ। ਨਾਲ ਨਾਲ ਪਾਗਲਾਂ ਨੂੰ ਕਹਿਆ, ਕੁੱਤਿਆ, ਉਹ ਕੁੱਤਿਆ, ਮੁੰਡਿਆਂ ਨੂੰ ਆਪਣੇ ਨੂੰ ਬੰਨ੍ਹ ਕੇ ਕਿਉਂ ਨਹੀਂ ਰੱਖਦਾ? ਉਹਦੀ ਦੇਖਾ ਰੱਖੀ ਰੰਧਾਵੇ ਨੇ 2-3 ਠੁੱਡੇ ਸਾਡੇ ਬੈਠੇ, ਪਰ ਬਸ ਪਤਾ ਹੀ ਨਹੀਂ ਕਿੱਥੋਂ ਦਿਮਾਗ ਮੇਰਾ ਘੁੰਮਿਆ। ਮੇਰੇ ਹੱਥ 'ਚ ਕੋਲ ਪਈ ਲੋਹੇ ਦੀ ਬਾਲਟੀ ਆ ਗਈ ਹੱਥ 'ਚ, ਜਿਹੜੀ ਸ਼ਾਇਦ ਫਰਸ਼ ਧੋਣ ਜਾਂ ਪਿਸ਼ਾਬ ਕਰਨ ਲਈ ਰੱਖੀ। ਮੈਂ ਚੁੱਕ ਕੇ ਸਿੱਧੀ ਰੰਧਾਵੇ ਦੀ ਇੱਕ ਪਿੱਠ ਤੇ ਸ਼ੁਕਲੇ ਦੇ ਸਿਰ 'ਚ ਸਿੱਧੀ ਮਾਰੀ। ਨਾਲ ਬਾਲਟੀ ਸੁੱਟ ਕੇ ਸ਼ੁਕਲੇ ਦਾ ਗਰਦਨ, ਸ਼ੁਕਲੇ ਦੀ ਜਦ ਮੈਂ ਫੜ ਲਈ, ਬਸ ਫੇਰ ਬੁੱਚੜ ਪੈ ਗਏ ਸਾਨੂੰ ਚਾਰੇ ਪਾਸਿਓਂ। ਜਦ ਤੱਕ ਮੈਂ ਬੇਹੋਸ਼ ਨਾ ਹੋਇਆ, ਜਦ ਤੱਕ ਮੈਨੂੰ ਛੱਡਿਆ ਨਾ, ਸਿੱਧੀਆਂ ਡਾਂਗਾ ਮਾਰ ਮਾਰ ਕੇ ਜਾਂਦਾ। ਸ਼ੁਕਲਾ ਕਹਿੰਦਾ, ਹੋਸ਼ ਆਉਣ ਤੇ ਇਹਨੂੰ ਬਾਹਰ ਸੁੱਟ ਕੇ ਆਇਓ, ਇਹਨੂੰ ਬਾਹਰ, ਨਾਲੇ ਹੁਣ ਮਾਂ ਦੇ ਮੂੰਹ ਨੂੰ ਤਰਸਦੇ ਮਰ ਜਾਓਗੇ। ਮਾਂ ਨਹੀਂ ਲੱਭਦੀ ਪੁੱਤ ਤੁਹਾਨੂੰ ਹੁਣ, ਸ਼ੁਕਲਾ ਜਾਂਦਾ ਜਾਂਦਾ ਕਹਿ ਗਿਆ। ਉਹ ਦਿਨ ਤੇ ਆਹ ਦਿਨ ਮੈਂ ਢੋਲ ਆਈ ਖੜਾ ਸੀ ਕਾਸੇ ਖਾਨੇ 'ਚ। ਕਿਸੇ ਨੇ ਆਉਣਾ ਸੀ, ਪਤਾ ਨਹੀਂ ਕਿਹਨੇ ਆਉਣਾ ਸੀ। ਪਾਪਾ ਜੀ ਤੇ ਪੂਰੇ ਹੋ ਗਏ, ਉਹਨਾਂ ਦਾ ਚਿਹਰਾ ਵੀ ਮੇਰੀਆਂ ਅੱਖਾਂ 'ਚ ਧੁੰਦਲਾ ਜਿਹਾ ਗਿਆ। ਭਰਾ ਨੂੰ ਆਖਰੀ ਵਾਰ ਮਿੰਟ ਛਿੰਟੀ ਖਰਾ ਦੀ ਨਾਨਕ ਮੱਤੇ ਯੂਪੀ ਤੇ 2 ਸਾਲ ਵੇਖਿਆ, ਉੱਥੇ ਹੀ ਰਹਿੰਦਾ। ਮਾਂ ਦਾ ਚਿਹਰਾ ਇਹਨਾਂ 10 ਸਾਲਾਂ 'ਚ ਧੁੰਦਲਾ ਨਹੀਂ ਪਿਆ, ਪਰ ਮਾਂ ਨੂੰ ਫਿਰ ਮੈਂ ਕਦੀ ਮਿਲ ਵੀ ਨਹੀਂ ਸਕਿਆ। ਅਸੀਂ ਤਿੰਨੇ ਸਹਿਕਦੇ ਰਹੇ, ਪਰ ਮਾਂ ਨਾ ਲੱਭੀ। ਕੈਂਟਰ ਦੇ ਇੰਜਨ ਦੀ ਕਰ 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 ਨੇ ਮੇਰੀ ਬਿਰਤੀ ਤੋੜੀ। ਮੈਂ ਸਾਲਾਂ ਪਿੱਛੇ ਗਿਆ, ਮੈਂ ਵਾਪਸ ਪਰਤਿਆ। ਜੱਸੇ ਮਰੂਤੀ ਵਾਲਾ ਕੈਂਟਰ ਆ ਗਿਆ। ਟੈਨਸ਼ਨ ਹੋ ਕੇ ਖੜਾ ਗਿਆ। ਇਹਨਾਂ ਨੂੰ ਜੈਬਾ ਤੇ ਸ਼ਰਮਾ ਵੀ ਬਾਹਰ ਨਿਕਲਦੇ ਮੈਂ ਵੇਖ ਲਿਆ, ਮੇਰੇ ਕੋਲੋਂ ਲੰਘਦੇ ਹੋਏ ਬਿਨਾਂ ਮੈਨੂੰ ਵੇਖੇ ਕੈਂਟਰ ਵੱਲ ਨੂੰ ਵੱਧ ਗਏ। ਉਹਨਾਂ ਦੀ ਨਜ਼ਰ ਵਿੱਚ ਮੈਂ ਕੀ ਸੀ? ਬਾਕੀ ਜਿਵੇਂ ਆਦਮ ਜਾਏ ਸਭ ਕੀੜੇ ਸੀ, ਅਸੀਂ ਵੀ ਕਿੰਨੇ ਚਿਰ ਇਹਨਾਂ ਬੁੱਚਣਾ ਚਲਾ ਕੇ ਮੈਂ ਵੀ ਪੱਕਾ ਹੋ ਗਿਆ ਕਿ ਰੱਬ ਨੇ ਇਹਨਾਂ ਦਿਲ ਦਿਮਾਗ ਦਿੱਤਾ ਹੀ ਨਹੀਂ। ਚੰਨਾ ਫਕੀਰੀ ਅਤੇ ਸ਼ਿੰਦਾ ਸਿਪਾਹੀ ਵੀ ਕੈਂਟਰ ਕੋਲ, ਓਏ ਓਏ ਤੂੰ ਕੀ ਨਾਂ ਤੇਰਾ? ਇਧਰ ਪੈਣ ਮੁੰਡਿਆਂ ਨਾਲ ਲੱਗ ਜਾ, ਇਹ ਤੇ ਮਰਦਾਰ ਨੂੰ ਪਰਾਂ ਆਪਣੇ ਵਾਲੀ ਕੋਠੜੀ 'ਚ ਲੈ ਕੇ ਜਾ, ਕੱਲ ਨੂੰ ਦੇਖਾਂਗੇ ਇਹਦਾ ਕੀ ਕਰਨਾ। ਜੈਬੇ ਨੂੰ ਮੈਂ ਦੇਖ ਗਿਆ। ਆਪਣੇ ਚਿਹਰੇ ਉੱਪਰ ਬਿਨਾਂ ਕੋਈ ਪ੍ਰਭਾਵ ਲਈ ਮੈਂ ਕਿਸੇ ਸਾਦੇ ਹੋਏ ਨੌਜਵਾਨ ਨੂੰ ਸਿੱਧਾ ਕੈਂਟਰ ਕੋਲ ਤੀਰ ਵਾਂਗੂ ਗਿਆ, ਜਿਹਨੂੰ ਅਸੀਂ ਕਦੇ ਜੱਸਾ ਮਰੂਤੀ ਕਹਿੰਦੇ ਸੀ। ਪੁਲਸੀਆਂ ਨਾਲ ਹੱਥ ਪਵਾ ਕੇ ਕੈਂਟਰ ਚਲਾਉਣ ਲੱਗਿਆ ਜਿਵੇਂ ਚਰੀ ਦੀ ਕੋਈ ਭਰੀ ਲਾਉਣੀ ਹੁੰਦੀ ਹੈ। ਜੱਸਾ ਮਰੂਤੀ, ਜੱਸਾ ਕਿ ਤੁਸੀਂ, ਇਹਦਾ ਕੋਈ ਲੋਥ ਸੀ ਜਿਹੜੀ ਮੈਂ ਆਪਣੇ ਆਪ ਨੂੰ ਕਦੀ ਬਾਥਰੂਮ ਦੇ ਸ਼ੀਸ਼ੇ 'ਚ ਬਹਿ ਕੇ ਝੂਰਦਾ, ਪਰ ਜੱਸੇ ਨੂੰ ਵੇਖ ਕੇ ਮੈਂ ਝੂਣਿਆ ਹੀ ਗਿਆ। ਸੱਜੀ ਅੱਖ ਜਿਹੜੀ ਕਾਲੀ ਹੋਈ ਪਈ ਸੀ, ਬੰਦ ਸੀ ਦੀ, ਤੇ ਅੱਖ ਨਾਲ ਵਾਲਾ ਮੱਥੇ ਦਾ ਹਿੱਸਾ ਟੁੱਟ ਕੇ ਅੰਦਰ ਵੜਿਆ ਹੋਇਆ ਸੀ, ਜਿਵੇਂ ਮਤੀਰਾ ਪੂਰਾ ਤਿਆਰ ਹੋਵੇ, ਕਿਸੇ ਨੇ ਫੇਹਤਾ ਹੋਵੇ। ਕੱਪੜਿਆਂ ਤੇ ਪੈਰਾਂ ਦੇ ਖੂਨ ਦੇ ਨਿਸ਼ਾਨ ਤੇ ਉਹਨੂੰ ਹੱਥਾਂ ਪਾਉਂਦਾ ਮੇਰਾ ਧਿਆਨ ਜੱਸੇ ਦੀਆਂ ਬਾਹਾਂ ਵੱਲ ਚੱਲ ਗਿਆ। ਉਹ ਸੱਜਾ ਹੱਥ ਕਿੱਥੇ ਆ ਇਹਦਾ? ਮੈਂ ਸੁੰਨ ਜਿਹਾ ਹੋ ਕੇ ਜੱਸੇ ਦੇ ਸੱਜੇ ਹੱਥ ਨੂੰ ਲੱਭ ਰਿਹਾ ਸੀ। ਹੱਥ ਦੀ ਥਾਂ ਇੱਕ ਸੁੱਕੇ ਲਹੂ ਵਾਲੀ ਪੱਟੀ ਵਾਲਾ ਟੁੰਡ ਜਿਹਾ ਮੇਰੇ ਮੂੰਹ ਚੜਾ ਰਿਹਾ ਸੀ। ਸੱਜਾ ਹੱਥ ਨਹੀਂ ਸੀ ਹੈਗਾ। ਇਹਨੂੰ ਇਉਂ ਕਰੋ, ਇਹਨੂੰ ਮਾਸਟਰ ਵਾਲੇ ਕਮਰੇ 'ਚ ਪਾਓ, ਕਿਉਂ ਕੰਬਲ ਹੈਗੇ ਹੀ ਉੱਥੇ। ਕਿਸੇ ਨੇ ਪਤਾ ਨਹੀਂ ਕੌਣ ਬੋਲ ਰਿਹਾ। ਹਾਂਜੀ ਹੈਗੇ, ਮੈਂ ਮਸ਼ੀਨ ਵਾਂਗੂ ਜਵਾਬ ਦਿੱਤਾ। ਸਣੇ 3 ਸਿਪਾਹੀਆਂ ਦੀ ਮਦਦ ਤੇ ਜੱਸੇ ਨੂੰ ਮੇਰੇ ਕਮਰੇ 'ਚ ਪਾਤਾ। ਇੰਨੀ ਮੰਦੀ ਹਾਲਤ ਦੇ ਬਾਵਜੂਦ ਜੱਸੇ ਨੂੰ ਸੁਰਤ ਸੀ। ਵਿੱਚ ਉਹਨੇ ਨਿੱਕੀ ਮੋਟੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਿਪਾਹੀ ਉਹਨੂੰ ਪਾ ਕੇ ਚਲ ਗਿਆ। ਮੈਂ ਉਹਦੇ ਕੋਲ ਜ਼ਮੀਨ ਤੇ ਬਹਿ ਗਿਆ। ਮੇਰਾ ਭੌਂ ਬਿਸਤਰੇ ਉੱਪਰ ਉਹ ਲੇਟਿਆ ਹੋਇਆ ਸੀ ਮੇਰੇ ਵਾਲੇ ਤੇ। ਮੈਂ ਬੈਠਾ ਰਿਹਾ। ਫਿਰ ਮੈਂ ਨੋਟ ਕੀਤਾ ਉਹ ਬੜੀ ਸਿਆਣੀ ਅੱਖ ਨਾਲ ਮੈਨੂੰ ਵੇਖ ਰਿਹਾ ਤੇ ਮੈਨੂੰ ਪਛਾਣ ਰਿਹਾ ਤੇ ਕੁਝ ਕਹਿਣੋਂ ਲੋਚਦਾ ਸੀ। ਮੈਂ ਜੱਸਿਆ ਮਾਸਟਰ ਤੇਰਾ ਪੁਰਾਣਾ ਬੇਲੀ, ਮਾਸਟਰ ਕਰਮ ਪਛਾਣਿਆ? ਮੈਂ ਗੱਲਬਾਤ ਤੋਰਨ ਲਈ ਕਿਹਾ। ਭਾਊ ਪਛਾਣ ਦੀ ਤਾਂ ਗੱਲ ਛੱਡ, ਮੈਨੂੰ ਜਦੋਂ ਸ਼ਿੰਦੇ ਸਿਪਾਹੀ ਕੋਲੋਂ ਤੇ ਇੱਥੇ ਹੋਣ ਦਾ ਪਤਾ ਲੱਗਾ, ਮੈਂ ਆਪ ਮੰਗ ਕੇ ਤੇਰਾ ਸਾਥ ਲਿਆਈਊ। ਮੇਰੀ ਖਣੀ ਇੱਕ ਕਿ ਪਤਾ ਨਹੀਂ 2 ਰਾਤਾਂ ਬਚੀਆਂ। ਮੈਂ ਕਈ ਦਿਨ ਸ਼ਰਮਾ ਐਸਪੀ ਨੂੰ ਬੇਨਤੀ ਕਾਂਡਿਆ ਵਿਆਹ ਵੀ ਮੇਰੀ ਆਖਰੀ ਘੜੀ ਮਾਸਟਰ ਕੋਲ ਲੰਘਾ ਦਿਆ ਜੇ। ਬਹੁਤ ਮੁਸ਼ਕਲ ਨਾਲ ਉਹਦੇ ਮਨ ਮੇਰ ਪਈ ਹੈ। ਮਨ ਮੇਰ ਵੀ ਕਿੱਥੇ, ਮੈਂ ਤੇਰੇ ਖਾਤਰ ਜੀਤਾਂ ਸਪਰਿੰਗ ਵਾਲੇ ਦੇ ਚਵਾਰੇ ਦੀ ਦੱਸ ਪਾਈ। ਉੱਥੇ 2 ਲੱਖ ਨਗਦ ਪਿਆ ਈ ਮੇਰਾ, ਸਾਲ ਕ ਪੁਰਾਣਾ। ਚਵਾਰੇ ਤੇ ਜਿੰਦਰਾ ਮੇਰਾ ਹੀ ਆ, ਭਾਅ ਵੱਡਿਆ 2 ਲੱਖ ਪਈ ਤੇਰੀ। ਇਹ ਪਹਿਲੀ ਮੁਲਾਕਾਤ ਮੈਨੂੰ। ਜੱਸਾ ਚੜ੍ਹਦੀ ਕਲਾ ਵਾਲੀ ਗੱਲ ਕਰ ਰਿਹਾ ਸੀ। ਪਹਿਲਾਂ ਮੈਨੂੰ ਯਕੀਨ ਆਇਆ ਵੀ ਹੰਜਰ ਪੰਜਰ ਹੈ ਨਹੀਂ, ਹਿੱਲਿਆ ਪਿਆ। ਫਿਰ ਆਪੇ ਮੈਨੂੰ ਬਘੇਲੇ ਦਾ ਚੇਤਾ ਆ ਗਿਆ। ਬਘੇਲੇ ਦਾ ਅੰਗ ਗਿੱਲ ਨੇ ਕੋਲ ਖੜਾ ਕੇ ਤੜਵਾਇਆ ਸੀ। ਮੌਤ ਦੀ ਆਖਰੀ ਘੜੀ ਤੱਕ ਉਹਦੀ ਆਵਾਜ਼ 'ਚ ਗੜਕਾ ਕੇ ਸੀ।
ਤੇ ਭਾ ਜੱਸਿਆ ਤੂੰ ਆ ਕੀ ਹਾਲਤ ਕਰਵਾ ਲਈ ਉਹ ਚੰਗਾ ਭਲਾ ਟਿਕਾਣੇ ਤੇ ਸਬ ਇੰਸਪੈਕਟਰ ਤੇ ਉਹ ਵੀ ਪੰਜਾਬ ਪੁਲਿਸ 'ਚ ਤੈਨੂੰ ਕੀ ਲੋੜ ਪਈ ਸੀ ਭਲਾ ਆਪਣਾ ਪਾਗਲਪਣ ਇੱਥੇ ਵਿਖਾਉਣ ਦੇ ਅੱਗੇ ਤੂੰ 84 ਵੇ ਤੇ 84 ਦੇ ਮਗਰੋਂ ਥੋੜਾ ਵਿਖਾ ਲਿਆ ਆਪਣਾ ਪਾਗਲਪਣ ਹੋਰ ਕਸਰ ਸੀ ਮੈਂ ਦੁਖੀ ਨਾਲ ਜੱਸਾ ਕਦੇ ਵੀ ਮੈਨੂੰ ਮਿਲਦਾ ਵੱਡਾ ਹੀ ਕਹਿੰਦਾ ਵੱਡਿਆ ਲੰਮੀ ਚੁੱਪ ਦੇ ਮਗਰੋਂ ਬੋਲਿਆ ਮੈਂ ਕਿਹਾ ਇਹ ਲੰਮੀ ਰਾਮ ਕਹਾਣੀ ਉਹ ਭਾਊ ਜੇ ਕਿਤੇ ਕੁਦਰਤ ਨੇ ਕਦੀ ਰਾਤ ਉੱਪਰ ਲਮਕਾਈ ਹੈ ਨਾ ਤਾਂ ਮੈਂ ਕੁਛ ਨਾ ਕੁਛ ਤੈਨੂੰ ਦੱਸ ਕੇ ਮਰਾਂਗਾ ਤਾਂ ਹੀ ਮੈਂ ਤੇਰਾ ਸਾਥ ਲਿਆ ਜੇ ਪਰ ਮੈਂ ਤੈਨੂੰ ਇੱਕ ਕੰਮ ਵੀ ਕਹਿਣਾ ਹੀ ਨਾ ਕਰੀ ਇਹਦੇ ਲਈ ਕੁਛ ਵੀ ਤੈਨੂੰ ਚਾਹੀਦਾ ਉਹ ਰੁਪਈਆ 2 ਲੱਖ ਕੀ ਚਾਹੇ 4 ਲੱਖ ਲੈ ਲਈ ਮੈਂ ਹੋਰ ਦੇ ਦੇਣਾ ਸੀ ਸ਼ਰਮੇ ਨੂੰ ਪਰ ਤੈਨੂੰ ਮੈਂ ਜਾਂਦਾ ਬੜਾ ਕੁਛ ਦੇ ਕੇ ਜਾਉਂ ਮੇਰੀ ਬੇਨਤੀ ਮੰਨ ਲਈ ਜਿਹੜੀ ਮੈਂ ਕਰਾਂਗਾ ਮੈਨੂੰ ਬੁਝਾਰਤ ਬਣ ਗਿਆ ਕੀ ਕਹਿਣਾ ਚਾਹੁੰਦਾ ਪੈਸੇ ਮੈਂ ਟੂਏ 'ਚ ਲੈਣਿਆ ਜੱਸਿਆ ਤੂੰ ਦੱਸ ਪਾ ਮੈਂ ਅੱਗ ਲਾਉਣੀਆਂ ਨੋਟਾਂ ਨੂੰ ਕਾਗਜ਼ਾਂ 'ਚ ਮੈਂ ਮੋਇਆ ਪਿਆ ਬਾਹਰ ਵੀ ਨਾ ਮੇਰੀ ਰੰਨ ਨਾ ਕੰਨ ਨਾ ਮਾਂ ਨਾ ਪਿਓ ਪਰ ਭਰਾ ਪਤਾ ਨਹੀਂ ਕਿੱਥੇ ਉਹ ਵੀ ਮੋਇਆ ਬਰਾਬਰ ਹੈ ਮੈਂ ਕੀ ਕਰਨਾ ਪੈਸਾ ਤੂੰ ਆਪਣੀ ਦੱਸ ਮੈਂ ਜ਼ਿੰਦਗੀ ਦੇ ਅਕੇਵੇਂ 'ਚ ਬੋਲਿਆ ਹਾਂ ਇਹ ਤਾਂ ਵੱਡਿਆ ਤੂੰ ਠੀਕ ਆਣਾ ਆ ਹਾਂ ਆਹ ਤਾਂ ਗੱਲ ਠੀਕ ਹੈ ਸੋਚੀ ਦਸੀਂ ਦੋਨੇ ਪੈ ਗਏ ਚੁੱਪ ਕਰ ਗਏ ਮੇਰਾ ਦਿਮਾਗ ਪਿੱਛੇ ਫੇਰ ਚਲੇ ਗਿਆ ਮਾਂ ਮੇਰੀ ਪੁਲਿਸ ਨੇ ਮਾਰਤੀ ਅਸੀਂ ਇਸੇ 605 ਵਿੱਚ ਤਿੰਨੇ ਰੁਲ ਪਏ ਪਿਓ ਮੇਰਾ ਮੰਜੇ ਤੇ ਪੈ ਗਿਆ ਮੈਂ ਤੇ ਛੋਟਾ ਕਦੇ ਰੋਟੀਆਂ ਲਾਉਂਦੇ ਕਦੀ ਡਾਕਟਰ ਵੱਲ ਭੱਜਦੇ ਕਦੀ ਨੌਕਰੀਆਂ ਵੱਲ ਭੱਜਦੇ ਹਾਰ ਕੇ ਮਾਈ ਰੱਖ ਲਈ ਪਰ ਪਿਓ ਮੇਰੇ ਲਈ ਵਿਛੋੜਾ ਸਹਿ ਸੀ ਕੁਝ ਦੇਰ ਬਾਅਦ ਮੈਨੂੰ ਜਿਵੇਂ ਖਬਰ ਮਿਲੀ ਉਹ ਠੀਕ ਨਹੀਂ ਸੀ ਸ਼ਰਮੇ ਨੇ ਮੇਰੀ ਮਾਂ ਮਾਰਤੀ ਦਿਲ ਤੇ ਅਜੇ ਤੱਕ ਅੰਦਰੋਂ ਨਹੀਂ ਸੀ ਮੰਨਦਾ ਪਰ ਸੱਚਾਈ ਤੋਂ ਵੀ ਮੁਨਕਰ ਨਹੀਂ ਸੀ ਹੋਇਆ ਜਾਂਦਾ ਉਦੋਂ ਹੀ ਪੁਲਿਸ ਬਾਰ-ਬਾਰ ਮੈਨੂੰ ਤੇ ਛੋਟੇ ਨੂੰ ਤੰਗ ਕਰ ਗਈ ਸ਼ਰਮੇ ਨੇ ਇਹ ਜਿੱਦ 'ਚ ਮਾਂ ਮਾਰੀ ਵੀ ਹਾਂ ਮੇਰੇ ਬਾਲਟੀ ਸਿਰ 'ਚ ਮਾਰ ਕੇ ਮੇਰੇ ਗਲ ਨੂੰ ਪਿਆ ਤੇ ਗਲ ਨੂੰ ਪੈਣਾ ਹੀ ਸੀ ਨਾ ਮੇਰੇ ਸਾਹਮਣੇ ਪਿਓ ਦੀ ਮੇਰੇ ਦੀ ਦਾੜੀ ਪੱਟਦਾ ਤੇ ਜ਼ਿੰਦਗੀ ਕਾਹਦੀ ਸੀ ਮੇਰੀ ਕਦੀ ਆਟਾ ਮੰਡੀ ਕਦੇ ਸੱਟੇ ਬਾਜ਼ਾਰ ਕਦੀ ਮੰਦਰਾਂ ਦੇ ਬਾਹਰ ਜਦ ਬੰਬ ਧਮਾਕਾ ਆਉਣਾ ਤਾਂ ਮੈਨੂੰ ਜਾਂ ਭਰਾ ਨੂੰ ਅੱਧੀ ਰਾਤ ਥਾਣੇ ਬਿਠਾ ਦੇਣਾ ਹਾਰ ਕੇ ਛੋਟੇ ਭਰਾ ਨੂੰ ਯੂਪੀ ਰਿਸ਼ਤੇਦਾਰਾਂ ਕੋਲ ਭੇਜਿਆ ਉੱਥੇ ਸਾਡੀ ਤਖਾਣਾ ਬਰਾਦਰੀ ਬਥੇਰੀ ਸੀ ਮਾਂ ਦੀ ਖਬਰ ਮਿਲਣ ਤੋਂ ਮਹੀਨੇ ਤੱਕ ਮੈਂ ਦੁਵਿਧਾ 'ਚ ਰਿਹਾ ਫਿਰ ਦਿਲ ਕਰੜਾ ਕਰਕੇ ਅਸਤੀਫਾ ਭੇਜਤਾ ਜੋਤੀ ਹੁੰਦਲ ਦੀ ਸਿਫਾਰਿਸ਼ ਤੇ ਸੰਤਾਂ ਦੇ ਟਹਿਲੂਆਂ ਵਿੱਚ ਸ਼ਾਮਲ ਹੋ ਗਿਆ ਬੇਨਤੀ ਇੱਕੋ ਹੀ ਸੀ ਕਿ ਮੈਂ ਐਸਪੀ ਸ਼ਰਮੇ ਨੂੰ ਮਾਰਨਾ ਬਸ ਜੋਤੀ ਹੁੰਦਲ ਨੇ ਇਹ ਦੱਸ ਕੇ ਮੈਨੂੰ ਠਾਕ ਦਿੱਤਾ ਕਿ ਹਥਿਆਰਾਂ ਦੀ ਤੰਗੀ ਹੈ ਭਾਊ ਅੱਗੇ ਲਾਲੇ ਨੂੰ ਮਾਰ ਲਈ ਬਾਬਾ ਰੋਡੇ ਨੂੰ ਸੰਤਾਂ ਨੇ ਆਪਣਾ ਨਿੱਜੀ ਹਥਿਆਰ ਦਿੱਤਾ ਹਥਿਆਰ ਨਹੀਂ ਹੈਗੇ ਮੈਂ ਉੱਥੇ ਸੇਵਕ ਵਜੋਂ ਦਿਨ ਕੱਟ ਰਿਹਾ ਸੀ ਮੇਰੇ ਹਰਮੰਦਰ ਸਾਹਿਬ ਅੱਪੜ ਜਾਣ ਤੇ ਸੰਤਾਂ ਦੇ ਟਹਿਲੂਏ ਬਣਨ ਦੀ ਖਬਰ ਅੱਗ ਵਾਂਗੂ ਫੈਲੀ ਉਹੀ ਪੁਲਿਸ ਹੁਣ ਮੇਰੇ ਵੱਲ ਮੂੰਹ ਨਹੀਂ ਸੀ ਕਰਦੀ ਮੇਰਾ ਪਾਪਾ ਵੀ ਘਰੇ ਆਰਾਮ ਨਾਲ ਰਹਿੰਦਾ ਕੰਮ ਕਰਤੇ ਉਹ ਜਾਂਦੇ ਕੋਈ ਪੁਲਿਸ ਦਰਾਂ ਤੇ ਨਾ ਆਉਂਦੀ ਚੰਗਾ ਭਲਾ ਸਕੂਲ 'ਚ ਪੜ੍ਹਾਉਂਦਾ ਇੱਕ ਮਾਸਟਰ ਦੋਨੇ ਵੱਡਾ ਪਿਓ ਤੇ ਛੋਟਾ ਭਾਈ ਖਰਾਦੀਏ ਦਾ ਕੰਮ ਕਰਦੇ ਵਸਦੇ ਅਸੀਂ ਹੱਸਦੇ ਵਸਦੇ ਰਸਦੇ ਅਜਾੜ ਤੇ ਮਾਂ ਮਾਰਤੀ ਉੱਥੇ ਮੈਨੂੰ ਪਹਿਲੀ ਵਾਰ ਜੱਸਾ ਮਰੂਤੀ ਮਿਲਿਆ ਉਹ ਪੁਤਲੀ ਘਰ ਵਾਲੇ ਖਾੜਕੂ ਪੀਟੀ ਦਾ ਪੁਰਾਣਾ ਸੰਗੀ ਸੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਨਾਲ ਦੀਆਂ ਗਲੀਆਂ 'ਚ ਉਹਦਾ ਪੁਰਾਣਾ ਘਰ ਸੀ ਪਿੱਛੋਂ ਪਿਓ ਦਾ ਯੂਨੀਵਰਸਿਟੀ ਦੇ ਮਗਲੇ ਰਾਹ ਤੇ ਪੈਂਦੇ ਘਣਪੁਰ ਦਾ ਸੀ ਗਰੀਬ ਜੱਟ ਭਲੇ ਵੇਲੇ ਪਿੰਡੋਂ ਉੱਠ ਕੇ ਖਾਲਸਾ ਕਾਲਜ ਨਾਲ ਵਸੇ ਗੁਰੂ ਨਾਨਕ ਦੇ ਵਾੜੇ ਆ ਵਸਿਆ ਜੱਸਾ ਉਹਦੀ ਇੱਕੋ ਇੱਕ ਵੱਡੀ ਉਮਰੇ ਹੋਈ ਔਲਾਦ ਸੀ ਜਮਾਂਦਰੂ ਹੀ ਵੈਸ਼ੀ ਸੁਭਾਅ ਦਾ ਹੋਣ ਕਰਕੇ ਮਹਿਣੀ ਬਲੈਕੀ ਤੇ ਮਾਰ ਖੋਰੇ ਭਊਆਂ ਨਾਲ ਹੋ ਗਈ ਜੱਸਾ ਪਹਿਲਾਂ ਹੀ ਕਾਇਮ ਸੀ ਬਹੁਤ ਉੱਥੇ ਪੀਟੀ ਨਾਲ ਯਾਰੀ ਪੈ ਗਈ ਪੀਟੀ ਅੰਦਰ ਵੀ ਅਜਿਹੇ ਜਜ਼ਬੇ ਸੀ ਦੋਨੇ ਅੰਤ ਨੂੰ ਸੰਤਾਂ ਦੀ ਸ਼ਰਨ ਪੈ ਗਏ ਪੀਟੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਸੰਤਾਂ ਨੇ ਬਾਬਾ ਥਾਰਾ ਸਿੰਘ ਕੋਲੋਂ ਉਹਦੀਆਂ ਲੱਤਾਂ ਤੜਵਾਤੀਆਂ ਲੰਗਰ ਦੀ ਛੱਤ ਤੇ ਮਹੀਨਾ ਕੁ ਲਈ ਲੰਮਾ ਪਾ ਛੱਡਿਆ ਪੁੱਠੇ ਕੰਮ ਕਰਦਾ ਗਲਤ ਕੰਮ ਸੰਤ ਕਦੇ ਕਰਨਾ ਦਿੰਦੇ ਉਦੋਂ ਤਾਂ ਜੱਸਾ ਝੂਠ ਮਾਰ ਕੇ ਸੰਤਾਂ ਕੋਲੋਂ ਬਚ ਗਿਆ ਪਰ ਬਾਬੇ ਮਾਨੋ ਚਾਲ ਨੂੰ ਜੱਸਾ ਪਸੰਦ ਨਹੀਂ ਸੀ ਉਹਨੇ ਬਾਬੇ ਥਾਰੇ ਨੇ ਵੀ ਕਈ ਵਾਰ ਸੰਤਾਂ ਨੂੰ ਉਹਦਾ ਸੌਦਾ ਲਾਉਣ ਲਈ ਕਿਹਾ ਪਰ ਇਦੋਂ ਪਹਿਲਾਂ ਉਹ ਕੰਮ ਹੁੰਦਾ ਉਹ ਭੱਜ ਕੇ ਗੁਰੂ ਨਾਨਕ ਨਿਵਾਸ ਜਾ ਵੜਿਆ ਦੂਜੇ ਬੰਨੇ ਉੱਥੋਂ ਹੀ ਕਿਧਰੇ ਆਪਰੇਸ਼ਨ ਬਲੂਰ ਸਾਹਿਬ ਦੇ ਸ਼ੁਰੂ ਹੋਈ ਜੱਸਾ ਬੱਬਰਾਂ ਕੋਲੋਂ ਤੇ ਗੜਚਰਨ ਲੰਮੇ ਕੋਲੋਂ ਜਿਹੜਾ ਸੰਤ ਲੌਂਗੋਵਾਲ ਦਾ ਟਹਿਲੂ ਅਸੀਂ ਸੂਚਨਾ ਲੈ ਕੇ ਬਲੂ ਸਟਾਰ ਤੋਂ 5 ਦਿਨ ਪਹਿਲਾਂ ਬਾਗ ਵਾਲੀ ਗਲੀ 'ਚੋਂ ਪਾੜ ਕੇ ਚੌਕ ਪਰਾਗਦਾਸ ਕੋਲੋਂ ਤਰਨ ਵੱਲ ਨੂੰ ਚਲੇ ਗਿਆ ਪੀਟੀ ਤੇ ਉਹਦੇ ਸਾਥੀ ਅੰਦਰ ਪ੍ਰਕਰਮਾਂ 'ਚ ਬਾਬੇ ਸ਼੍ਰੀ ਚੰਦ ਉਦਾਲ ਸਿੰਘ ਖਾੜੇ 'ਚ ਫੌਜ ਨਾਲ ਮੁਕਾਬਲੇ ਕਰਦਾ ਮਾਰੇ ਗਏ ਤੇ ਜੱਸਾ ਬਾਹਰ ਆ ਗਿਆ ਮੈਂ ਵੀ ਉਨੀ ਦਿਨੀ ਆਪ ਪ੍ਰਕਰਮਾਂ 'ਚੋਂ ਬਾਹਰ ਸੀ ਮੇਰੀ ਡਿਊਟੀ ਸਿੰਘਾਂ ਨੇ ਜੋਤੀ ਹੁੰਦਲ ਨੂੰ ਮਾਰਨ ਤੇ ਲਾਈ ਪਰ ਮੈਂ ਨਾ ਕਰ ਗਿਆ ਫਿਰ ਉਹਨੂੰ ਇੰਦਰ ਵੈਸ਼ੀ ਨੇ ਜੱਸੇ ਪੀਟੀ ਨੇ ਮਾਰਿਆ ਸਿੰਘਾਂ ਨੇ ਮੇਰੀ ਇੱਕੋ ਇੱਕ ਤਮੰਨਾ ਸੀ ਕਿ ਐਸਪੀ ਸ਼ਰਮੇ ਨੂੰ ਲੱਕੋਂ ਲੈਣਾ
ਮੈਨੂੰ ਪੱਟੀ ਦੇ ਇਲਾਕੇ 'ਚ ਭੇਜਤਾ। ਸ਼ਰਮਾ ਉਦੋਂ ਤਰਨ ਵੱਲ ਕੰਮ ਕਰਦਾ ਸੀ। ਮੈਂ ਆਪਣੀ ਜ਼ਿੰਦਗੀ ਖੰਘੋਲ ਰਿਹਾ ਸੀ। ਜੱਸਾ ਮੂਹਰੇ ਪਿਆ, ਕੀ ਸੋਚਦਾ ਵੱਡਿਆ? ਲੰਮੇ ਪਈ ਜੱਸੇ ਨੇ ਅਚਾਨਕ ਮੈਨੂੰ ਕੁਛ ਨਹੀਂ ਨੇ ਕਿਹਾ, ਬਸ ਪੁਰਾਣੇ ਦਿਨ ਯਾਦ ਆ ਗਏ। ਮੈਂ ਕਿਹਾ ਯਾਦ ਹੀ ਭਾਊ, ਮੈਂ ਪਹਿਲੀ ਵਾਰ ਤੈਨੂੰ ਵੀ ਐਡ ਖਾਲਸਾ ਕਾਲ ਦੇ ਸਾਥ ਤੇ ਵੇਖਿਆ ਹੀ। ਤੂੰ ਇੱਕ ਤੇ ਮੁਕੇਸ਼ ਦਾ ਗਾਣਾ ਗਾਇਆ ਸੀ, ਨਾਲ ਤੁਹਾਡੇ ਜਮਾਤ ਵਾਲਿਆਂ ਨੇ ਆਖੇ ਉਹ ਇੱਕ ਕਵਾਲੀ ਵੀ ਗਾਈ ਹੂ। ਮੇਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਮੇਰੇ ਚਿਹਰੇ ਤੇ। ਤੂੰ ਉੱਥੇ ਹੀ? ਮੈਂ ਕਿਹਾ ਉਹ ਅਸੀਂ ਭਾ ਬੇਲੜ ਦੇ ਲੋਫਰ ਨੰਬਰ 1 ਸੀਗੇ। ਕਾਲ ਹਰ ਸਮਾਗਮ 'ਚ ਅਸੀਂ ਹੁੰਦੇ ਸੀ। ਇੱਕ ਤੇ ਮੇਰਾ ਘਰ ਹੀ ਕਾਲ ਦੀ ਜਿਹੜਾ ਸੀ, ਦੂਜਾ ਮੈਂ ਖਾਲਸਾ ਕਾਲ ਤੋਂ ਪੜ੍ਹਿਆ ਵਾਂ। ਮੇਰੇ ਲਈ ਕੀ ਔਖਾ ਸੀ? ਜੱਸੇ ਨੇ ਕਿਹਾ। ਅਚਾਨਕ ਬਾਹਰ ਰੌਲਾ ਪੈ ਗਿਆ। ਮੇਰਾ ਧਿਆਨ ਬਾਹਰ ਚਲਾ ਗਿਆ। ਸ਼ਾਮ ਢਲ ਗਈ, ਰਾਤ ਪੈ ਗਈ। ਰੌਲਾ ਸੁਣ ਕੇ ਮੈਂ ਬਾਹਰ ਗਿਆ, ਦੂਰੋਂ ਨਜ਼ਰ ਮਾਰਿਆ, ਕੁਛ ਨਹੀਂ ਸੀ ਦਿਖਦਾ, ਪਰ ਇੰਨਾ ਪਤਾ ਲੱਗਿਆ ਕਿ ਜੈਬਾ ਥਾਣੇਦਾਰ ਤੇ ਫਕੀਰੀਆ ਆਪਸ ਵਿੱਚ ਖੈਬੜ ਪਏ। ਫਕੀਰੀਆ ਕਿਸ ਤੋਂ ਡਰਦਾ ਨਹੀਂ। ਥੋੜੀ ਦੂਰ ਮੈਂ ਵੀ ਖੜਾ ਰਿਹਾ। ਇਹਨੂੰ ਸ਼ੌਂਕੀ ਲਾਂਗਰੀ ਕੋਲ ਦੀ ਨੇ ਮੈਂ ਹੌਲੀ ਜਿਹੀ ਆਵਾਜ਼ ਮਾਰੀ ਉਹਨੂੰ, ਉਹ ਭਾਊ ਗੱਲ ਕੀ ਹੈ? ਉਹ ਕੁਛ ਨਹੀਂ ਜਨਾਬ, ਫਕੀਰੀਆ ਤੇ ਜੈਬਾ ਥਾਣੇਦਾਰ ਖੈਬੜਦੇ ਨੇ। ਜੈਬਾ ਫਕੀਰੀਏ ਨੂੰ ਰੁਪਈਆ 10,000 ਸੁੱਟੂ ਹੈ, ਨਾਲੇ ਬੋਤਲਾਂ ਦੀ ਪੂਰੀ ਪੇਟੀ ਦਿੰਦਾ ਹੈ। ਬਈ ਉਹ ਜੱਸੇ ਨੂੰ ਮਾਰ ਕੇ ਮੰਡਵਲ ਸੁੱਟਿਆ, ਪਰ ਉੱਥੇ ਜਿੱਥੇ ਪਹਿਲਾਂ ਹੀ ਲਾਇਸੈਂਸ ਛੁੱਟਦੇ ਆ। ਪਰ ਫਕੀਰੀਆਂ ਅੱਗੋਂ ਗਾਲੀ ਡਹਿ ਪਿਆ ਆਖੇ ਪੁਰਾਣੇ ਆੜੀ ਜੱਸੇ ਨੂੰ ਨਹੀਂ ਮਾਰਨਾ। ਮੈਂ ਸ਼ੌਂਕੀ ਨੂੰ ਕਿਹਾ ਫੇਰ ਕੀ? ਅਜਾਇਬਾ ਕਹਿੰਦਾ ਵੀ ਜੱਸੇ ਨੇ ਸਾਡੇ ਬੰਦੇ ਬਹੁਤ ਪੁਲਸੀਏ ਮਾਰਿਆ, ਆਪ ਹੀ ਪੁਲਸੀਆ ਹੋ ਕੇ ਵੀ ਇਹੋ ਜਿਹੇ ਕੀੜੇ ਨੂੰ ਮਾਰਨ ਦਾ ਕੀ ਹਰਜ ਹੈ? ਤੇ ਅੱਗੋਂ ਫਕੀਰੀਆ ਕਹਿੰਦਾ ਮੈਂ ਕਿਹੜਾ ਥੋੜੇ ਬੰਦੇ ਮਾਰਿਆ, ਫਿਰ ਤਾਂ ਕੱਲ ਨੂੰ ਮੈਨੂੰ ਮਾਰ ਦਾਂਗੇ ਤੁਸੀਂ। ਫਕੀਰੀਏ ਨੇ ਵੀ ਬਹੁਤ ਬੰਦੇ ਮਾਰੇ ਸੀ, ਹੁਣ ਕੀ ਕਰਨਗੇ? ਮੈਂ ਉਹਨੂੰ ਪੁੱਛਿਆ। ਸ਼ੌਂਕੀ ਲਾਂਗਰੀ ਇਸ ਬੁੱਚੜਖਾਨੇ ਦੀ ਮਾਂ ਸੀ, ਉਹਨੂੰ ਸਭ ਪਤਾ। ਤੇ ਫਿਰ ਕੀ ਕਰਨਗੇ? ਫਿਰ ਇਉਂ ਹੈ ਗੱਲ ਭਾ, ਹੁਣ ਚੰਨਾ ਨਸ ਤੇ ਕਿਰਪਾਲ ਹੌਲਦਾਰ ਤਿਆਰ ਨੇ ਇਹਦੀ ਟਿਕਟ ਕੱਟਣ ਲਈ। ਜੈਬੇ ਨੇ ਉਹੀ 10,000 ਤੇ ਪੇਟੀ ਉਹਨਾਂ ਨੂੰ ਦੇਣੀ ਕਰ ਲਈ। ਸ਼ੌਂਕੀ ਕਿਹਾ ਕਦੋਂ? ਕੱਲ ਦੁਪਹਿਰੋਂ ਬਾਅਦ। ਸ਼ੌਂਕੀ ਕਹਿ ਕੇ ਚਲੇ ਗਿਆ। ਮੈਂ ਕਮਰੇ 'ਚ ਮੁੜਿਆ। ਜੱਸੇ ਨੇ ਰੌਲੇ ਦਾ ਕਾਰਨ ਪੁੱਛਿਆ। ਮੈਂ ਸਪਸ਼ਟ ਰੂਪ 'ਚ ਉਹਨੂੰ ਕਹਿਤਾ ਕੱਲ ਦੁਪਹਿਰ ਤੋਂ ਬਾਅਦ ਤੇਰੀ ਤਿਆਰੀ ਹੈ, ਵੇਲਾ ਆ ਗਿਆ। ਜੱਸੇ ਨੇ ਮੇਰੇ ਵੱਲ ਝਾਕਿਆ। ਵੱਡਿਆ ਇਹਦਾ ਤਾਂ ਦੁੱਖ ਹੈ ਕੋਈ ਨਹੀਂ, ਇਹ ਤਾਂ ਮੈਨੂੰ ਪਤਾ ਹੈ, ਤਾਂ ਹੀ ਤਾਂ ਤੇਰੇ ਨਾਲ ਇੱਕ ਰਾਤ ਲਈ ਹੈ। ਮੈਨੂੰ ਪਤਾ ਮੈਂ ਕੱਲ ਨੂੰ ਟੁੱਟ ਜਾਣਾ, ਪਰ ਅੱਜ ਦੀ ਰਾਤ ਆਪਾਂ ਜਾ ਕੇ ਕੱਟਾਂਗੇ। ਤੈਨੂੰ ਇੱਕ ਕਹਾਣੀ ਸੁਣਾਉਣੀ ਹੈ। ਇੱਥੋਂ ਹੀ ਕਹਾਣੀ ਸੋਮਵਾਰ ਨੂੰ ਸੁਣਾ। ਪਰ ਕਹਾਣੀ ਸੱਚੀ ਕਹਾਣੀ ਹੈ। ਮਨਿੰਦਰ ਸਿੰਘ ਕਾਂਗ ਨੇ ਲਿਖੀ ਹੈ ਤੇ ਫਿਲਮ ਵੀ ਬਣੀ ਹੈ YouTube ਤੇ। ਭਾਰ ਫਿਲਮ ਵੀ ਪਈ ਹੈ। ਪੁਲਿਸ ਕੈਟ ਬਣੇ ਤੇ ਇੰਸਪੈਕਟਰ ਬਣੇ ਜੱਸੇ ਮਰੂਤੀ ਦੀ ਇਹ ਕਹਾਣੀ ਹੈ। ਤੇ ਇਸ ਨੂੰ ਆਪਾਂ ਸੋਮਵਾਰ, ਮੰਗਲਵਾਰ, ਬੁੱਧਵਾਰ ਤੱਕ ਪੂਰਾ ਕਰਾਂਗੇ। ਲੰਬੀ ਕਹਾਣੀ ਸੀ, ਇੱਕ ਵਾਰ ਇਹ ਪੂਰੀ ਨਹੀਂ ਸੀ ਹੋਣੀ। ਹੁਣ ਥੋੜੀ ਇਸ ਨੂੰ ਆਪਾਂ ਅੱਗੇ ਲੈ ਕੇ ਜਾ ਕੇ ਬੁੱਧਵਾਰ ਨੂੰ ਇਸ ਨੂੰ ਪੂਰਾ ਕਰਾਂਗੇ। ਅੱਛਾ, 10 ਮਿੰਟ ਆਪਣੇ ਕੋਲ ਹੈਗੇ ਆ। ਦਿਨ ਜਿਹੜਾ ਹੈ ਖੈਰ ਇਹ ਵੈਸਟਰਨਾਈਜ਼ ਵਰਲਡ ਦੇ ਦਿਨ ਨੇ। ਮਾਂ ਦਾ ਦਿਨ, ਪਿਓ ਦਾ ਦਿਨ, ਕਿਉਂਕਿ ਇੱਥੇ ਜਵਾਕ ਸਵੀਟ 16 ਸਾਲ ਦੀ ਉਮਰ ਦੇ ਵਿੱਚ ਘਰੋਂ ਚਲੇ ਜਾਂਦੇ ਆ। ਫਿਰ ਉਹ ਆਪਣੇ ਕੰਮਾਂ ਦੇ ਵਿੱਚ ਫਸੇ। ਕਿਸੇ ਦਿਨ ਸਮਾਂ ਇੱਕ ਸੈੱਟ ਕਰਦੇ ਆ, ਜਿੱਦੇ ਆ ਕੇ ਉਹ ਮਿਲਦੇ ਆ। ਮਾਂ ਨੂੰ ਵੀ ਮਿਲ ਜਾਂਦੇ ਆ, ਪਿਤਾ ਨੂੰ ਵੀ ਮਿਲ ਜਾਂਦੇ ਆ। ਤੇ ਉਹ ਫਾਦਰਸ ਡੇ, ਪਿਓਜ਼ ਡੇ, ਪਿਤਾ ਦਾ ਦਿਨ ਤੇ ਮਾਤਾ ਦਾ ਦਿਨ ਤੇ ਗਿਫਟ ਜਿਹੜੇ ਇੱਕ ਬਣਾ ਕੇ ਤੇ 5-4 ਗਿਫਟ ਲਿਆ ਕੇ ਤੇ ਦਿਹਾੜੀ ਕੱਟ ਕੇ ਤੇ ਉਹਦੇ ਬਾਅਦ ਮੈਨੂੰ ਲੱਗਦਾ ਸਾਲ ਫਿਰ ਇਹਨਾਂ ਦੀ ਜਿਹੜੀ ਲੋਹੜੀ, ਵਿਸਾਖੀ, ਕ੍ਰਿਸਮਸ ਵੇਲੇ ਗੇੜਾ ਮਾਰਦੇ ਹੋਣਗੇ। ਪਰ ਇਹਨਾਂ ਦੀ ਦੇਖ ਰੇਖ ਅਸੀਂ ਵਿੱਚ ਤੋਰ ਲਿਆ ਕੰਮ। ਪੰਜਾਬ ਦੇ ਵਿੱਚ ਤਾਂ ਬਾਹਲਾ ਮਨਾਉਂਦੇ ਆ ਇੱਥੇ ਨਾਲੋਂ। ਇੱਥੇ ਤਾਂ ਆਪਾਂ ਛੱਡ ਵੀ ਦਿੰਦੇ ਹੋਵਾਂਗੇ। ਪੰਜਾਬ 'ਚ ਤਾਂ ਫਾਦਰਸ ਡੇ ਦਾ ਬਹੁਤ ਜਿਹੜਾ ਜ਼ੋਰ ਚੜਿਆ ਹੋਇਆ। ਵੈਸਟ ਦੇ ਇਸ ਯੁੱਗ ਨੇ ਸਾਨੂੰ ਨਾ ਉੱਧਰ ਜੋਗੇ ਬੜੀ ਕਰੜੀ ਜਿਹੜੀ ਤਪੱਸਿਆ ਹੈ। ਫੈਮਿਲੀ ਦਾ ਹੈੱਡ, ਪਿਤਾ, ਜਿਹੜੇ ਸਿਸਟਮ 'ਚੋਂ ਅਸੀਂ ਆਏ। ਖੈਰ ਇੱਥੇ ਜਦ ਕਹਿੰਦੇ ਆ ਵੀ ਨਹੀਂ ਬੰਦੇ ਹੀ ਹੈੱਡ ਨੇ, ਇੱਥੇ ਤਾਂ ਜਦੇ ਫਿਰ
ਉਦਾਰ ਵਾਧੂ ਅਗਾਂਹ ਵਧੂ ਸੰਗਠਨ ਨੇ ਜਿਹੜੇ ਉਹ ਕੰਨ ਚੱਕ ਲੈਂਦੇ ਨੇ। ਉਹ ਕਹਿੰਦੇ ਨਾ ਇਕੱਲੇ ਬੰਦੇ ਹੀ ਥੋੜ੍ਹਾ ਵੱਧ ਨੇ, ਪਰ ਕੰਮ ਜਿਹੜੇ ਜ਼ਿਆਦਾਤਰ ਨੇ ਪਰਿਵਾਰ ਦੇ ਹੈੱਡ ਬੰਦੇ ਦੇ ਰਾਹੀਂ, ਮਰਦ ਦੇ ਰਾਹੀਂ ਹੀ ਹੁੰਦੇ ਨੇ। ਇਹਨੂੰ ਮੰਨੇ ਨਾ ਮੰਨੇ, ਉਦਾਰ ਵਾਧੂ ਅਗਾਂਹ ਵਧੂ ਸੰਗਠਨਾਂ ਨੂੰ ਇਹ ਕੜੈਣ ਤਾਂ ਲੱਗਦੀ ਹੈ, ਗੱਲ ਔਖੀ ਤਾਂ ਲੱਗਦੀ ਹੈ, ਕਿਉਂਕਿ ਉਹਨਾਂ ਵਿਚਾਲੇ ਆਪ ਡਿਸਟਰਬ ਨੇ, ਨਾ ਉੱਧਰ ਜੋਗੇ ਨਾ ਇੱਧਰ ਜੋਗੇ। ਵਿੱਚ ਵਿਚਾਲਾ ਜਿਹੜਾ ਨਾ ਉਹ ਕੰਮ ਬਹੁਤ ਖਰਾਬ ਕਰਦਾ ਹੈ। ਸੇ ਉਹਨਾਂ ਨੂੰ ਤੰਗੀ ਤਾਂ ਹੁੰਦੀ ਹੈ, ਪਰ ਜਿਹੜਾ ਜ਼ਿੰਮੇਵਾਰੀ ਬਹੁਤ ਜ਼ਿਆਦਾ ਮਰਦ ਦੇ ਸਿਰ 'ਤੇ ਹਿੱਸੇ ਆ, ਕਿਉਂਕਿ ਜਿੱਥੋਂ ਅਸੀਂ ਆਏ ਹਾਂ ਉੱਥੇ ਇਸ ਤਰ੍ਹਾਂ ਹੈ ਨਹੀਂ ਸੀ। ਉੱਥੇ ਬੰਦੇ ਹੀ ਓਹੜ ਪੋਹੜ ਕਰਦੇ, ਪੈਸਾ ਧੇਲਾ, ਆੜ੍ਹਤੀਏ ਕੋਲ ਜਾਣਾ, ਆੜ੍ਹਤੀਏ ਤੋਂ ਲਿਆਉਣਾ, ਰਿਸ਼ਤੇ ਲੱਭਣੇ, ਜ਼ਮੀਨ ਖਰੀਦਣੀ, ਨਾਨਕ ਸ਼ੱਕਾਂ 'ਤੇ ਜਾਣਾ, ਵਿਆਹ ਮਰਨੇ 'ਤੇ ਜਾਣਾ। ਬੰਦਾ ਇੱਕ ਲਾਣੇਦਾਰ ਦਾ ਇਹ ਕੰਮ ਹੁੰਦਾ, ਹਰ ਸਾਲ 2-4 ਬਿੱਗੇ ਜ਼ਮੀਨ, ਅੱਧਾ ਕਿੱਲਾ ਜ਼ਮੀਨ ਜੋੜਨੀ, ਜਾਂ ਕੋਈ ਵਿਆਹ ਕਰਨਾ, ਜਾਂ ਕਿਸੇ ਨੂੰ ਵਿਆਜ 'ਤੇ ਦੇਣੇ ਪੈਸੇ, ਕੁਛ ਨਾ ਕੁਛ ਅਗਾਂਹ ਵਧਾਉਣਾ ਕੰਮ, ਕਿਤੇ ਨਾ ਕਿਤੇ ਸੁੱਲ ਵੇਲ ਰੱਖਣੀ, ਕਿਹਨਾਂ ਦਾ ਜਵਾਕ ਬਾਹਰੋਂ ਆਇਆ ਅੰਦਰੋਂ ਆਇਆ, ਕੋਈ ਵਿਆਹ ਸ਼ਾਦੀ ਦੀ ਗੱਲ ਯਾਰਾਂ ਦੋਸਤਾਂ ਨੂੰ ਕਹਿਣਾ। ਉੱਥੇ ਕਿਉਂਕਿ ਐਕਸਪੋਜ਼ਰ ਨਹੀਂ ਸੀ, ਇਸਤਰੀਆਂ ਬਾਹਰ ਜਾਂਦੀਆਂ ਨਹੀਂ ਸੀ। ਹੁਣ ਇਸ ਵਰਲਡ ਦੇ ਵਿੱਚ ਤਾਂ ਬਹੁਤ ਘਰ ਨੇ ਜਿੱਥੇ ਇਸਤਰੀਆਂ ਵੱਧ ਕਮਾਉਂਦੀਆਂ ਹੋਣਗੀਆਂ, ਕਮਾਉਂਦੀਆਂ ਵੀ ਨੇ ਕਈ ਘਰਾਂ 'ਚ। ਉੱਥੇ ਫਿਰ ਅਰਦਾਸੀਏ ਬਣ ਕੇ ਰਹਿਣਾ ਪੈਂਦਾ ਬਸ, ਤੇ ਹੱਥ ਜੋੜ ਕੇ ਰੱਖਦੇ ਨੇ। ਪਰ ਪੈਸੇ ਧੇਲੇ ਨਾਲੋਂ ਵੱਧ ਕਮਾਉਣ, ਘੱਟ ਕਮਾਉਣ ਨਾਲੋਂ ਫੇਰ ਵੀ ਜਿਹੜੀ ਜ਼ਿੰਮੇਵਾਰੀ ਹੈ ਘਰ ਦੇ ਵਿੱਚ ਮਰਦ ਦੇ ਹੱਥ ਬਹੁਤ ਹੈ। ਉਹ ਇੱਕ ਅਲੱਗ ਤਰੀਕੇ ਨਾਲ ਸੋਚਦਾ ਹੈ, ਇਸਤਰੀ ਇੱਕ ਅਲੱਗ ਤਰੀਕੇ ਨਾਲ ਸੋਚਦੀ ਹੈ। ਘੱਟ ਵੱਧ ਨਹੀਂ ਮੈਂ ਕਹਿ ਸਕਦਾ ਕਿਸੇ ਨੂੰ, ਕੋਈ ਉੱਪਰ ਹੈ ਕਿ ਨਹੀਂ, ਪਰ ਜ਼ਿੰਮੇਵਾਰੀਆਂ, ਕਿਉਂਕਿ ਮਰਦ ਨੂੰ ਕੰਮ ਕਰਦਾ ਪਹਿਲਾਂ ਤੋਂ ਹੀ ਘਰ ਸਾਂਭਣ ਦੀ ਜ਼ਿੰਮੇਵਾਰੀ ਜਿਹੜੀ ਇਸਤਰੀ ਦੀ ਸੀ ਪਿੰਡਾਂ ਦੇ ਵਿੱਚ, ਤੇ ਮਰਦ ਕੰਮ ਕਰਦੇ। ਤੇ ਇਸ ਤਰ੍ਹਾਂ ਹੀ ਇੱਥੇ ਅਸੀਂ ਸੈਟਅਪ 'ਚ ਆ ਗਏ। ਪਹਿਲੀ ਪੀੜ੍ਹੀ, ਦੂਜੀ ਪੀੜ੍ਹੀ ਨੇ ਤਾਂ ਹੁਣ, ਜੇ ਤੁਸੀਂ ਇੱਥੇ ਦੇ ਜੰਪਲ ਜਵਾਕਾਂ ਨੂੰ ਕਹੋ ਯਾਰ ਤੁਸੀਂ ਵੀ ਸ਼ਰਾਬ ਪੀਂਦੇ ਹੋ, ਕੁੜੀਆਂ ਵੀ ਨਾਲ ਸ਼ਰਾਬ ਪੀਂਦੇ, ਉਹ ਕਹਿੰਦੇ ਕੁੜੀਆਂ ਕਿਉਂ ਨਹੀਂ ਪੀ ਸਕਦੀਆਂ ਜੇ ਅਸੀਂ ਪੀ ਸਕਦੇ ਹਾਂ? ਤਾਂ ਹੀ ਤਾਂ ਜਾਮ ਬਣਾ ਲਿਆ ਕੇ ਦਿੰਦੇ ਹੁੰਦੇ ਨੇ। ਦੇਖਿਓ ਤੁਸੀਂ ਕਿਸੇ ਗੈਦਰਿੰਗ 'ਚ ਬੈਠੀਆਂ ਨੂੰ ਪਿਲਾਉਂਦੇ ਨੇ ਨਾ ਲਿਆ ਕੇ, ਉਹ ਕਹਿੰਦੇ ਨਾ ਜਦ ਮੈਂ ਪੀਤੀ ਹੈ ਤਾਂ ਉਹ ਮੇਰੀ ਪਾਰਟਨਰ ਆ ਉਹ ਵੀ ਪੀਊ। ਇਹ ਜਿਹੜਾ ਸਿਸਟਮ ਇੱਥੇ ਦਾ ਜਿਵੇਂ ਇਹ ਰਹਿ ਰਹੇ ਨੇ, ਉਹ ਇਹਦੇ ਵਿੱਚ ਹੀ ਵੱਡੇ ਹੋਏ ਨੇ, ਇਹਨਾਂ ਦਾ ਦੋਸ਼ ਨਹੀਂ ਹੈ ਕੋਈ। ਪਰ ਇਹ ਦਿਨ ਮੇਰੇ ਖਿਆਲ ਵੱਡੀ ਗੱਲ ਇਹ ਹੈ ਬਈ ਜਦ ਬਜ਼ੁਰਗੀ ਦਾਅਵੇ ਜਾਂਦੇ ਹੋ, ਜਿਵੇਂ ਮਾਪੇ ਆਪਣੇ ਘਰਾਂ ਦੇ ਵਿੱਚ ਨੇ, ਉਹਨਾਂ ਲਈ ਸਮਾਂ ਘੱਟ ਜਾਂਦਾ ਆਪਣੇ ਕੋਲ, ਨਾ ਚਾਹੁੰਦੇ ਹੋਏ ਵੀ ਭੱਜ ਨੱਠ ਦੇ ਵਿੱਚ ਤੁਰਦੇ ਫਿਰਦੇ, ਕਦੇ ਇੱਧਰ ਨੂੰ ਲੰਘ ਗਏ। ਪਹਿਲੀ ਤਾਂ ਗੱਲ 5-6 ਵਜੇ ਘਰੇ ਵੜਦੇ ਆ, ਉਹਦੇ ਬਾਅਦ 1-1.5 ਘੰਟਾ ਆਪਣਾ ਹੁੰਦਾ ਹੈ, ਕਿਤੇ ਜਿੰਮ 'ਚ ਜਾਣਾ, ਜਾਂ ਨੂੰ ਰੋਟੀ ਦਾ ਟਾਈਮ ਹੋ ਗਿਆ, ਦੂਜੇ ਦਿਨ ਸਵੇਰਾ ਦਿਨ ਚੜ੍ਹ ਗਿਆ। ਪਰ ਫਿਰ ਵੀ ਮਾਪਿਆਂ ਦੇ ਨਾਲ ਬਹਿਣ ਦਾ ਕੁਛ ਇੰਤਜ਼ਾਮ ਜ਼ਰੂਰ ਚਾਹੀਦਾ, ਅੱਧਾ ਪੌਣਾ ਘੰਟਾ ਔਖੇ ਸੌਖੇ ਬੈਠੋ। ਤੇ ਇੱਕ ਉਹਨਾਂ ਦੀ ਖੁਸ਼ੀ, ਜਿਹੜੇ ਉੱਥੋਂ ਵੱਡੇ ਹੋ ਕੇ ਆਏ ਨੇ, ਉਹਨਾਂ ਦੇ ਪੰਜਾਬ ਦੇ ਗੇੜੇ ਦੀ ਖੁਸ਼ੀ ਆ, ਬਸ ਉਹ ਉਹਨਾਂ ਨੂੰ ਲਾਉਣ ਦਿਓ ਜਦ ਤੱਕ ਉਹ ਜਾਂਦੇ ਨੇ, ਉਹਨਾਂ ਦੇ ਹੱਡ ਪਿੰਜਰ ਤੁਰਦੇ ਨੇ, ਜਾਣ ਦਿਓ ਉਹਨਾਂ ਨੂੰ। ਉਹ ਉਹਨਾਂ ਕੋਲ ਆਪਣੀ ਜਾਇਦਾਦ ਉੱਥੇ ਆ, ਉਹਨਾਂ ਕੋਲ ਇੱਥੇ ਪੈਨਸ਼ਨ ਹੈ, ਤੇ ਉਹਨਾਂ ਨੂੰ ਜਾਣ ਦਿਓ। ਉਹਨਾਂ ਦਾ ਜਦ ਜੀ ਕਰਦਾ ਹੈ 5-4 ਮਹੀਨੇ ਇੱਥੇ ਰਹਿਣ, 5-4 ਮਹੀਨੇ ਚਲੇ ਜਾਣ। ਇੱਕ ਇਹ ਹੇਰਵਾ ਉਹਨਾਂ ਤੇ ਬਹੁਤ ਵੱਡਾ, ਜੇ ਬਜ਼ੁਰਗਾਂ ਦੀ ਗੱਲ ਕਰੀਏ ਆਪਾਂ। ਸਿਰਫ ਇਸੇ ਗੱਲ ਤੋਂ ਦੁਖੀ ਤਾਂ ਆਪਾਂ ਹੁੰਨੇ ਆ ਵੀ ਇੰਨੀ ਉਮਰ 'ਚ ਕਿਉਂ ਜਾਂਦੇ ਉੱਥੇ, ਢਿੱਲੇ ਮੱਸੇ ਹੋ ਗਏ, ਅਸੀਂ ਕੀ ਕਰਾਂਗੇ ਇੱਥੇ ਬੈਠੇ ਜੇ ਉਹ। ਉੱਥੇ ਜਾ ਕੇ ਉਹ ਢਿੱਲੇ ਮੱਸੇ ਨਹੀਂ ਹੁੰਦੇ। ਤੇ ਇਹ ਜ਼ਰੂਰ ਸੋਚੋ ਕਿ ਅਸੀਂ 20-25 ਸਾਲਾਂ ਦੇ ਪ੍ਰਵਾਸ 'ਚ ਆਏ ਹਾਂ, ਸਾਡਾ ਜੀ ਨਹੀਂ ਲੱਗਦਾ 25 ਸਾਲ ਪੰਜਾਬ 'ਚ ਕੱਟੇ। ਜਿਹੜੇ 60 ਕੱਟ ਕੇ ਆਏ ਨੇ, 55 ਕੱਟ ਕੇ ਆਏ ਨੇ, ਉਹਨਾਂ ਦਾ ਜੀ ਕਿਵੇਂ ਲੱਗੇ ਇੱਥੇ? ਬਹੁਤ ਨੇ ਜਿਹੜੇ ਜਿਨ੍ਹਾਂ ਦੇ ਟੱਬਰ ਇੱਥੇ ਆ ਕੇ ਵਸ ਗਏ, ਉਹ ਪਿੱਛੇ ਉਹ ਕਹਿੰਦੇ ਹੁਣ ਟੱਬਰ ਸਾਰਾ ਇੱਥੇ ਆ ਗਿਆ, ਅਸੀਂ ਉੱਥੇ ਕੀ ਕਰਨਾ। ਕਈਆਂ ਨੇ ਚੁੱਲ੍ਹਾ ਟੈਕਸ ਮਾਫ ਕਰਤਾ ਪਿੱਛੇ, ਉਹ ਨਹੀਂ ਜਾਂਦੇ। ਬਹੁਤਾਤ 'ਚ ਨੇ ਜਿਹੜੇ ਜਾਂਦੇ ਨੇ, ਜਿਹੜੇ ਦੀਵਾਲੀ ਵੇਲੇ ਆਪਣੇ ਉਸ ਘਰ 'ਚ ਇੱਥੇ ਬਣੇ ਇਹਨਾਂ ਵਧੀਆ ਘਰਾਂ 'ਚ ਸਹੂਲਤਾਂ ਨੇ ਜਿੱਥੇ, ਪਰ ਉਹ ਕਹਿੰਦੇ ਨਾ ਅਸੀਂ ਉੱਥੇ ਦੀਵਾ ਜਗਾਉਣਾ ਜਾ ਕੇ। ਹੇਰਵਾ ਆਪਾਂ ਨੂੰ ਵੀ ਹੈ ਜਿਹੜੇ 25-30 ਸਾਲ ਕੱਟ ਕੇ ਆਏ ਨੇ, ਪਰ ਸਾਡੀਆਂ ਮਜਬੂਰੀਆਂ ਇੰਨੀਆਂ ਨੇ ਸਾਨੂੰ ਉਹ ਜਾਣ ਨਹੀਂ ਦਿੰਦੀਆਂ। ਉਹਨਾਂ ਦੀਆਂ ਉਹ ਮਜਬੂਰੀਆਂ ਨਹੀਂ, ਉਹਨਾਂ ਨੂੰ ਹੁੱਕ ਤੇ ਨਾ ਰੱਖੋ ਵੀ ਤੁਸੀਂ ਜਵਾਕ ਪਾਲਣਾ, ਤੁਸੀਂ ਐਂ ਨਹੀਂ ਕਰ ਸਕਦੇ, ਤੁਸੀਂ ਉਹ ਨਹੀਂ। ਜੋ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਦਿਓ। ਮਾਰਚ ਅਪ੍ਰੈਲ 'ਚ ਮੁੜੇ ਆਉਣ, ਸਤੰਬਰ ਅਕਤੂਬਰ ਚਲੇ ਜਾਣ, ਠੰਡ ਉੱਥੇ ਕੱਟਣ, ਕੁਛ ਨਹੀਂ ਹੁੰਦਾ ਉੱਥੇ, ਬੱਲੇ ਬੱਲੇ ਹੋ ਜਾਂਦੇ ਆ, ਜਾ ਕੇ ਠੀਕ ਹੋ ਜਾਂਦੇ ਨੇ। ਅਸਲ ਉਹਨਾਂ ਦਾ ਦਿਨ ਇਹ ਹੈ। ਬਾਕੀ ਇਹ ਸਿੰਬੋਲਿਕ ਹੈ, ਇਹਨੂੰ ਤੁਸੀਂ ਜਿਵੇਂ ਮਰਜ਼ੀ ਮਨਾ ਲਓ, ਫਾਦਰਸ ਡੇ ਆ, ਜੇ ਤੇ ਬਹੁਤ ਇਹ ਗੱਲਾਂ ਨੇ, ਜਿੰਨੀਆਂ ਮਰਜ਼ੀ ਕਰ ਲਓ। ਵੱਡਾ ਦਿਨ ਆ ਜਿਹੜਾ ਉਹ ਇਹੀ ਹੈ ਕਿ ਉਹਨਾਂ ਨੂੰ ਸਤਿਕਾਰ ਦਿੱਤਾ ਜਾਵੇ, ਪਿਆਰ ਦਿੱਤਾ ਜਾਵੇ।